ਸਤਿ ਸ਼੍ਰੀ ਅਕਾਲ ਦੋਸਤੋ, HC ਕਲਾਸਿਸ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਪੁਨੀਤ ਗੋਇਲ ਅੱਜ ਪੰਜਾਬ ਪਟਵਾਰੀ ਦੇ ਪੇਪਰ ਲਈ ਖੇਤੀਬਾੜੀ ਦਾ ਬਹੁਤ ਹੀ ਮਹੱਤਵਪੂਰਨ ਸੈਸ਼ਨ ਭਾਗ ਤੀਜਾ ਲੈ ਕੇ ਆਇਆ। ਇਸ ਵੀਡੀਓ ਦੇ ਵਿੱਚ ਜਿੰਨਾ ਵੀ ਐਗਰੀਕਲਚਰ ਦਾ ਆਪਣਾ ਰਿਮੇਨਿੰਗ ਪੋਰਸ਼ਨ ਹੈ ਉਹ ਸਾਰੇ ਦਾ ਸਾਰਾ ਕੰਪਲੀਟ ਕਰਵਾ ਦਿੱਤਾ ਜਾਏਗਾ। ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਆਪਣੇ ਫਰੈਂਡਸ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਸ਼ੇਅਰ ਕਰ ਦਿਓ। फ्रेंड्स, अगर ਤੁਹਾਨੂੰ ਕਿਸੇ ਵੀ ਸਟੱਡੀ ਰਿਲੇਟਡ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਮੈਨੂੰ ਫੇਸਬੁੱਕ ਤੇ ਮੈਸੇਜ ਕਰ ਸਕਦੇ ਹੋ, ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਜਾਂ ਹੇਠ ਲਿਖੇ ਨੀਚੇ ਨੰਬਰਾਂ ਦੇ ਉੱਤੇ ਵੀ ਮੈਨੂੰ ਕਾਲ ਕਰਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਸੋ ਅੱਜ ਦਾ ਆਪਾਂ ਸੈਸ਼ਨ ਸਟਾਰਟ ਕਰਨ ਚੱਲੇ। ਐਗਰੀਕਲਚਰ ਦੇ ਵਿੱਚ ਹੁਣ ਤੱਕ ਆਪਾਂ ਕਾਫੀ ਕੁਝ ਕਰ ਚੁੱਕੇ ਹਾਂ। ਐਗਰੀਕਲਚਰ ਹੁੰਦਾ ਕੀ ਹੈ, ਐਗਰੀਕਲਚਰ ਤੋਂ ਬਾਅਦ ਆਪਾਂ ਨੇ ਫਾਰਮਿੰਗ ਪੜਿਆ, ਫਾਰਮਿੰਗ ਦੀਆਂ ਟਾਈਪਸ ਪੜੀਆਂ ਸੀਗੀਆਂ। टाइप्स तो बाद अपन ने रेवोल्यूशंस बारे पढ़िया, ग्रीन रेवोल्यूशन, वाइट रेवोल्यूशन, ब्लू रेवोल्यूशन, सारे तरह की रेवोल्यूशंस बारे पढ़ लिया। एंड उस तो बाद अपन ने सॉइल बारे शुरू किया सी, सॉइल दे ओरिजिन्स पढ़े, सॉइल दी टाइप्स पढ़िया। एंड उस तो बाद नैक्सट अपन आ चुके हैं जी एग्रीकल्चर के कुछ होर इंपॉर्टेंट टॉपिक्स जिन्हां दे विचों एग्जाम दे विचों तुहानूं क्वेश्चंस आने ने। जिस तरह की सब तो पहला फेमस नेम ऑफ क्रॉप्स, ਕਿਹੜੇ ਨਾਮ ਨੇ ਜਿਹੜੇ ਦਿੱਤੇ ਗਏ ਨੇ ਕ੍ਰੌਪਸ ਨੂੰ ਜਾਂ ਫੂਡ ਪ੍ਰੋਡਕਟਸ ਨੂੰ ਜਾਂ ਫਰੂਟਸ ਨੂੰ। ਜਿਸ ਤਰ੍ਹਾਂ ਕਿ ਫਸਟ ਹੈ ਨੈਸ਼ਨਲ ਫਰੂਟ ਆਫ ਇੰਡੀਆ। ਨੈਸ਼ਨਲ ਫਰੂਟ ਆਫ ਇੰਡੀਆ ਕਿਹੜਾ ਹੈਗਾ ਜੀ? ਮੈਂਗੋ। ਕਿਸ ਫਰੂਟ ਨੂੰ ਐਡਮਸ ਫਿਗ ਕਿਹਾ ਜਾਂਦਾ ਹੈ? ਬਨਾਨਾ ਨੂੰ ਐਡਮਸ ਫਿਗ ਕਿਹਾ ਜਾਂਦਾ ਹੈ। ਕਿਸ ਫਰੂਟ ਨੂੰ ਐਪਲ ਆਫ ਪੈਰਾਡਾਈਸ ਕਿਹਾ ਜਾਂਦਾ ਹੈ? ਬਨਾਨਾ ਨੂੰ ਕਿਹਾ ਜਾਂਦਾ ਹੈ। ਬ੍ਰਾਊਨ ਗੋਲਡ ਕਿਸ ਨੂੰ ਕਿਹਾ ਜਾਂਦਾ ਹੈ? ਡੈਡ ਪਿਊਪੇ ਆਫ ਸਿਲਕ ਵਰਮ। ਸਿਲਕ ਵਰਮ ਕੀ ਹੁੰਦੇ ਜੀ? ਰੇਸ਼ਮ ਦੇ ਕੀੜੇ। ਜਦੋਂ ਰੇਸ਼ਮ ਦਾ ਕੀੜਾ ਮਰ ਜਾਂਦਾ ਹੈ ਤਾਂ ਜਿਹੜੇ ਉਹਦੀ ਬੋਡੀ ਹੁੰਦੀ ਆ ਉਸ ਨੂੰ ਆਪਾਂ ਬ੍ਰਾਊਨ ਗੋਲਡ ਕਹਿੰਦੇ ਆ। ਨੈਕਸਟ ਹੈ ਜੀ ਬਟਰ ਫਰੂਟ ਕਿਸ ਨੂੰ ਕਹਿੰਦੇ ਨੇ? ਐਵੋਕੈਡੋ। ਜਿਸ ਤਰ੍ਹਾਂ ਨਾਸ਼ਪਤੀ ਹੁੰਦੀ ਹੈ, ਨਾਖਾਂ ਹੁੰਦੀਆਂ ਨੇ, ਉਸੇ ਤਰ੍ਹਾਂ ਇੱਕ ਇਹ ਬਾਹਰਲਾ ਫਰੂਟ ਹੈ ਜਿਸ ਨੂੰ ਆਪਾਂ ਐਵੋਕੈਡੋ ਕਹਿੰਦੇ ਆ। ਐਂਡ ਨੈਕਸਟ ਹੈ ਜੀ ਚਾਈਨਾ ਦਾ ਮਿਰੈਕਲ ਫਰੂਟ ਜਿਸ ਨੂੰ ਆਪਾਂ ਕੀਵੀ ਕਹਿੰਦੇ ਆ। ਕੀਵੀ ਫਰੂਟ ਹੈ ਜਿਹੜਾ ਉਹ ਚਾਈਨਾ ਦਾ ਮਿਰੈਕਲ ਫਰੂਟ ਹੈ। ਨੈਕਸਟ ਹੈ ਡਰੋਸੋਫਿਲੀਆ ਆਫ ਕ੍ਰੌਪ ਪਲਾਂਟਸ, यानी कि ऐसी चीज जिहड़ी कि सब तो ज्यादा इंपॉर्टेंट मन्नी गई है क्रॉप प्लांट्स दे विचों, जिसनूं आपां बोलदे आ ड्रेसोफिलिया ऑफ क्रॉप प्लांट्स, यानी कि मेज यानी कि मक्की आपां इसनूं बोलदे हैगे। ਇਹ ਸਾਰੀਆਂ ਦੇ ਸਾਰੀਆਂ ਕ੍ਰੈਮਿੰਗ ਵਾਲੀਆਂ ਚੀਜ਼ਾਂ ਨੇ, ਯਾਦ ਕਰਨ ਵਾਲੀਆਂ ਚੀਜ਼ਾਂ ਨੇ। ਇੱਕ ਵਾਰੀ ਦੋ ਵਾਰੀ ਪੜੋਗੇ, ਐਗਜ਼ਾਮ ਦੇ ਵਿੱਚ ਇੱਕ ਵੀ ਕੁਐਸਚਨ ਆ ਗਿਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਨਸਰ ਕੀ ਲਗਾਉਣਾ। ਸਿਮਿਲਰਲੀ ਨੈਕਸਟ ਆਪਣੇ ਕੋਲੇ ਆ ਜਾਂਦੀਆਂ ਨੇ ਜੀ ਐਗ ਪਲਾਂਟ। ਕਿਸ ਨੂੰ ਆਪਾਂ ਐਗ ਪਲਾਂਟ ਬੋਲਦੇ ਆ? ਐਗ ਪਲਾਂਟ ਦਾ ਮਤਲਬ ਇਹ ਨਹੀਂ ਹੈਗਾ ਕਿ ਐਗ ਨੂੰ ਕਵਾਂਗੇ। ਐਗ ਪਲਾਂਟ ਬੋਲਦੇ ਆ ਬ੍ਰਿੰਜਲ ਨੂੰ, ਬੈਂਗਨ ਨੂੰ ਆਪਾਂ ਐਗ ਪਲਾਂਟ ਬੋਲਦੇ ਹੈਗੇ ਆ। ਫੇਮਾਈਨ ਰਿਜ਼ਰਵਸ ਕਿਸ ਨੂੰ ਬੋਲਦੇ ਆ? ਮਿਲਟਸ। ਫੇਮਾਈਨ ਰਿਜ਼ਰਵਸ ਕੀ ਹੁੰਦੇ ਨੇ ਜੀ? ਜੇ ਸਪੋਜ਼ ਕਰੋ ਕਾਲ ਪੈ ਜੇ, ਕਣਕ ਜਾਂ ਚਾਵਲਾਂ ਦਾ ਕਾਲ ਪੈ ਜੇ ਤਾਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਦੇ ਸਹਾਰੇ ਜਿਹੜਾ ਜਿਉਣਾ ਪਊਗਾ? ਆਪਾਂ ਨੂੰ ਜਿਉਣਾ ਪਊਗਾ ਜੀ ਮੱਕੀ, ਬਾਜਰਾ, ਸਰੋਂ ਜਾਂ ਮਤਲਬ ਹੋਰ ਚੀਜ਼ਾਂ, ਜਵਾਰ ਹੋ ਗਿਆ, ਇਹਨਾਂ ਦੇ ਰਾਹੀਂ ਆਪਾਂ ਨੂੰ ਜਿਉਣਾ ਪਏਗਾ। ਇਹਨਾਂ ਨੂੰ ਆਪਾਂ ਬੋਲਦੇ ਆ ਫੇਮਾਈਨ ਰਿਜ਼ਰਵਸ। ਨੈਕਸਟ ਜੀ ਫੂਡ ਆਫ ਗੋਡ ਕਿਸ ਨੂੰ ਬੋਲਦੇ ਆ? ਕੋਕੋਨਟ ਨੂੰ ਆਪਾਂ ਫੂਡ ਆਫ ਗੋਡ ਬੋਲਦੇ ਆ। ਦੇਖੋ ਜਦੋਂ ਆਪਾਂ ਕੋਈ ਹਵਨ ਵਗੈਰਾ ਕਰਵਾਉਣਾ ਹੁੰਦਾ ਤਾਂ ਕਲਸ਼ ਦੇ ਉੱਪਰ ਕੀ ਧਰਦੇ ਆ? ਨਾਰੀਅਲ ਧਰਦੇ ਆ ਨਾ, ਇਸ ਨੂੰ ਆਪਾਂ ਫੂਡ ਆਫ ਗੋਡ ਬੋਲਦੇ ਆ। ਨੈਕਸਟ ਹੈ ਜੀ ਕਿੰਗ ਆਫ ਐਰਿਡ ਐਂਡ ਸੈਮੀ ਫਰੂਟ। ਕਿੰਗ ਆਫ ਸੈਮੀ ਫਰੂਟ, ਛੋਟੇ ਫਰੂਟਾਂ ਦਾ ਜਿਹੜਾ ਰਾਜਾ ਹੈ ਉਹ ਕੀ ਹੈ? ਬੇਰ ਹੈ। ਕਿੰਗ ਆਫ ਸੀਰੀਅਲਸ, ਸਾਰੀਆਂ ਜਿੰਨੀਆਂ ਵੀ ਫੋਡਰ ਕ੍ਰੌਪਸ ਨੇ, ਖਾਣ ਵਾਲੀਆਂ ਫਸਲਾਂ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿੰਗ ਕਿਸ ਨੂੰ ਮੰਨਿਆ ਗਿਆ? ਵੀਟ ਨੂੰ ਮੰਨਿਆ ਗਿਆ। ਐਂਡ ਕਿੰਗ ਆਫ ਕੋਰਸ ਸੀਰੀਅਲਸ ਮਤਲਬ ਜਿਹੜਾ ਮਤਲਬ ਪਸ਼ੂਆਂ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਫਸਲ ਮੰਨੀ ਗਈ ਹੈ ਉਹ ਮੰਨੀ ਗਈ ਹੈ ਚਾਰਾ, ਜਿਸ ਨੂੰ ਆਪਾਂ ਸਰਗਮ ਕਹਿੰਦੇ ਆ। ਐਂਡ ਕਿੰਗ ਆਫ ਵਾਟਰ ਕ੍ਰੌਪਸ ਵਾਸਤੇ ਕੀ ਹੈ? ਬਰਸੀਮ, ਇਹ ਵੀ ਇੱਕ ਤਰ੍ਹਾਂ ਦਾ ਚਾਰਾ ਹੀ ਹੈ। ਨੈਕਸਟ ਕਿੰਗ ਆਫ ਫਰੂਟਸ ਤੁਹਾਨੂੰ ਪਤਾ ਹੀ ਹੈ ਕੀ ਹੈ? ਮੈਂਗੋ। ਐਂਡ ਕਿੰਗ ਆਫ ਆਇਲ ਸੀਡ, ਜਿੱਥੇ ਆਪਾਂ ਨੂੰ ਤੇਲ ਵਾਲੀਆਂ ਫਸਲਾਂ ਦੀ ਸਭ ਤੋਂ ਜ਼ਿਆਦਾ ਰਾਜਾ ਕਾਹਨੂੰ ਮੰਨਿਆ ਗਿਆ? ਸਰੋਂ ਨੂੰ ਮੰਨਿਆ ਗਿਆ, ਮਸਟਰਡ ਆਇਲ ਨੂੰ। ਕਿੰਗ ਆਫ ਸਪੀਸੀਜ਼, ਹੁਣ ਦੇਖੋ ਇੱਕ ਆਪਾਂ ਕਿੰਗ ਪੜ੍ਹ ਰਹੇ ਹਾਂ, ਉਸ ਤੋਂ ਬਾਅਦ ਆਪਾਂ ਕੁਈਨਾਂ ਵੀ ਪੜਾਂਗੇ। ਕਿੰਗ ਆਫ ਸਪੀਸੀਜ਼ ਆਪਾਂ ਕਾਲੀ ਮਿਰਚ ਨੂੰ ਬੋਲਦੇ ਹਾਂ। ਦੇਖੋ ਕਾਲੀ ਮਿਰਚ ਫੀਮੇਲ ਨਹੀਂ ਹੈਗੀ, ਕਾਲੀ ਮਿਰਚ ਹੈ, ਪਰ ਇਹਨੂੰ ਮੇਲ ਕੈਟੇਗਰੀ ਚ ਕੰਸੀਡਰ ਕੀਤਾ ਜਾਂਦਾ ਹੈ। ਕਿੰਗ ਆਫ ਸਪਾਈਸਿਸ ਕਿਹਾ ਜਾਂਦਾ ਇਸਨੂੰ, ਯਾਨੀ ਕਿ ਮਸਾਲਿਆਂ ਦਾ ਰਾਜਾ ਕਾਲੀ ਮਿਰਚ ਹੈ। ਕਿੰਗ ਆਫ ਟੈਂਪਰੇਟ ਫਰੂਟਸ ਐਪਲ। ਕਿੰਗ ਆਫ ਵੀਡ ਕੀ ਹੁੰਦਾ ਜੀ? ਜਿਹੜਾ ਅਨਵਾਂਟਡ ਪਲਾਂਟ ਗਰੋ ਕਰ ਦਿੰਦਾ ਆਪਣੀ ਕ੍ਰੌਪਸ ਦੇ ਵਿੱਚ, ਉਸਨੂੰ ਆਪਾਂ ਵੀਡ ਬੋਲਦੇ ਹਾਂ।
ਕਿਹਨੂੰ ਕਿਹਾ ਗਿਆ ਜੀ, ਜਿਹੜਾ ਫਾਲਤੂ ਘਾਹ ਹੁੰਦਾ ਹੈ, ਕਾਂਗਰਸ ਗ੍ਰਾਸ ਜਿਸਨੂੰ ਆਪਾਂ ਬੋਲਦੇ ਹਾਂ, ਉਹ ਵੀਡ ਹੈ। ਓਲਡੈਸਟ ਕਲਟੀਵੇਟਡ ਟ੍ਰੋਪੀਕਲ ਫਰੂਟ, ਟ੍ਰੋਪੀਕਲ ਫਰੂਟ ਕੀ ਹੁੰਦਾ ਜੀ, ਜਿਹੜਾ ਮਤਲਬ ਆਪਾਂ ਖਾਣ ਵਾਸਤੇ ਮਤਲਬ ਪੀਣ ਵਾਸਤੇ ਫਰੂਟਸ ਯੂਜ਼ ਕਰਦੇ ਆ, ਜਿਵੇਂ ਸ਼ੇਕ ਬਣ ਜਾਂਦੇ ਨੇ, ਜਾਂ ਜਿਵੇਂ ਲੀਚੀ ਹੋ ਗਈ, ਲੀਚੀ ਦਾ ਜੂਸ ਹੋ ਗਿਆ, ਗਾਵਾ ਦਾ ਜੂਸ ਹੋ ਗਿਆ। ਸਭ ਤੋਂ ਜ਼ਿਆਦਾ ਟ੍ਰੋਪੀਕਲ ਫਰੂਟ ਹੈ ਜਿਹੜਾ ਓਲਡੈਸਟ, ਸਭ ਤੋਂ ਪੁਰਾਣਾ ਕਿਹੜਾ ਹੈ, ਬਨਾਨਾ। ਸਭ ਤੋਂ ਪਹਿਲਾਂ ਬਨਾਨਾ ਸ਼ੇਕ ਬਣਦਾ ਹੁੰਦਾ ਸੀ। ਸਿਮਿਲਰਲੀ ਨੈਕਸਟ ਹੈ ਜੀ, which of the following is known as poor man's food, यानी कि गरीब बंदे का भोजन की है जी, पर्ल मिलेट्स। मिलेट्स यानी कि ज्वार हो गया, बाजरा हो गया, मक्की हो गई। नेक्स्ट पुअर मैन's फ्रेंड, पुअर मैन दा फ्रेंड किहड़ा जी, पोटैटो। आलू ऐसी सब्जी है जिहड़ी हर एक सब्जी दे विच एडजस्ट कर लैंदी है। गरीब बंदे दा फ्रूट, पुअर मैन दा फ्रूट किहड़ा, बेर। पुअर मैन दा मीट, पुअर मैन जिहड़ा कि मीट नहीं खा सकदा, ਉਹਦੇ ਵਾਸਤੇ मीट की है, सोयाबीन है। ਹਿੰਦੁਸਤਾਨ ਦੇ ਵਿੱਚ ਪੂਅਰ ਮੈਨ ਔਰੇਂਜ ਅਤੇ ਲਵ ਆਫ ਐਪਲ ਇੰਗਲੈਂਡ ਦੇ ਵਿੱਚ ਕਿਹਨੂੰ ਕਿਹਾ ਜਾਂਦਾ, ਟੋਮੈਟੋ ਨੂੰ। ਪੂਅਰ ਮੈਨ ਦਾ ਔਰੇਂਜ ਇੰਡੀਆ ਦੇ ਵਿੱਚ ਕਿਸ ਨੂੰ ਕਿਹਾ ਜਾਂਦਾ, ਟੋਮੈਟੋ ਨੂੰ, ਅਤੇ ਇਹਨੂੰ ਲਵ ਆਫ ਐਪਲ ਕਿਹਾ ਜਾਂਦਾ ਹੈ ਇੰਗਲੈਂਡ ਦੇ ਵਿੱਚ। ਜਿਹੜਾ ਗਰੀਬ ਬੰਦਾ ਹੈ ਉਹ ਘਿਓ ਦੀ ਜਗ੍ਹਾ ਤੇ ਕੀ ਚੀਜ਼ ਖਾਂਦਾ ਹੈ, ਸੀਸਮ, ਜਾਨੀ ਕਿ ਤਿਲਾਂ ਦਾ ਤੇਲ ਪੀਂਦਾ ਹੈ। ਤਿਲਾਂ ਦੇ ਤੇਲ ਦੇ ਨਾਲ ਆਪਣਾ ਗੁਜ਼ਾਰਾ ਕਰਦਾ ਹੈ। ਕੁਈਨ ਆਫ ਬੈਵਰੇजेस ਕ੍ਰੌਪਸ, ਬੈਵਰੇजेस ਜਾਨੀ ਕਿ ਪੀਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਸਭ ਤੋਂ ਵਧੀਆ ਕਿਹਨੂੰ ਮੰਨਿਆ ਗਿਆ, ਟੀ, ਚਾਹ ਨੂੰ। ਕੁਈਨ ਆਫ ਸੀਰੀਅਲਸ, ਕੁਈਨ ਆਫ ਸੀਰੀਅਲਸ ਕੌਣ ਹੈ ਜੀ, ਮੇਜ, ਮੱਕੀ। ਕੁਈਨ ਆਫ ਫਲਾਵਰਸ, ਦੇਖੋ ਜੀ ਆਪਾਂ ਫੁੱਲਾਂ ਦਾ ਰਾਜਾ ਕਹਿ ਦਿੰਦੇ ਆ ਰੋਜ਼ ਨੂੰ, ਪਰ ਰਾਜਾ ਨਹੀਂ ਹੈਗਾ, ਰਾਣੀ ਹੈ ਉਹ। ਮਤਲਬ ਕਿੰਗ ਕਹਿ ਲਓ, ਕੁਈਨ ਕਹਿ ਲਓ, ਜਿਹੜਾ ਕੁਝ ਮਰਜ਼ੀ ਲਿਖਿਆ ਹੋਵੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੈ ਕੀ ਹੈ। ਐਂਡ ਇੱਕ ਚੀਜ਼ ਇੰਪੋਰਟੈਂਟ, ਜਿਸ ਤਰ੍ਹਾਂ ਕਿ ਮੈਂ ਪਿੱਛੇ ਤੁਹਾਨੂੰ ਦੱਸ ਕੇ ਹਟਿਆ, ਕਿੰਗ ਆਫ ਸਪਾਈਸਿਸ, ਇਹ ਇੰਪੋਰਟੈਂਟ ਚੀਜ਼ ਦੱਸਣ ਲੱਗਿਆ। ਕਿੰਗ ਆਫ ਸਪਾਈਸਿਸ ਕਿਸ ਨੂੰ ਕਿਹਾ ਜਾਂਦਾ ਹੈ, ਕਾਲੀ ਮਿਰਚ ਨੂੰ ਕਿਹਾ ਜਾਂਦਾ ਹੈ। ਲੇਕਿਨ ਇੱਥੇ ਇੰਪੋਰਟੈਂਟ ਚੀਜ਼ ਕੀ ਹੈ, ਕੁਈਨ ਆਫ ਸਪਾਈਸਿਸ ਕਿਸ ਨੂੰ ਕਿਹਾ ਜਾਂਦਾ ਹੈ, ਕੁਈਨ ਆਫ ਸਪਾਈਸਿਸ ਕਿਹਾ ਜਾਂਦਾ ਇਲਾਇਚੀ ਨੂੰ, ਕਾਰਡੇਮਮ। ਸੋ ਜਿਸ ਤਰ੍ਹਾਂ ਕਿ ਇੱਥੇ ਤੁਹਾਨੂੰ ਤੀਸਰਾ ਪੁਆਇੰਟ ਦਿਖ ਰਿਹਾ ਹੋਊਗਾ, ਕੁਈਨ ਆਫ ਸਪਾਈਸਿਸ ਕੌਣ ਹੈ, ਕਾਰਡੇਮਮ, ਇਲਾਇਚੀ ਨੂੰ ਕਿਹਾ ਜਾਂਦਾ। ਸਿਮਿਲਰਲੀ ਕੁਈਨ ਆਫ ਫਰੂਟਸ, ਫਰੂਟਸ ਦੀ ਕੁਈਨ ਕਿਸ ਨੂੰ ਕਿਹਾ ਜਾਂਦਾ, ਪਾਈਨਐਪਲ। ਪਾਈਨਐਪਲ ਬੰਦਾ ਨਹੀਂ ਹੈਗਾ, ਪਾਈਨਐਪਲ ਫੀਮੇਲ ਹੈ ਜੀ। ਕੁਈਨ ਆਫ ਫਰੂਟਸ ਕਿਹਾ ਜਾਂਦਾ ਪਾਈਨਐਪਲ ਨੂੰ। ਕਿੰਗ ਆਫ ਫਰੂਟਸ ਮੈਂਗੋ ਨੂੰ ਕਿਹਾ ਜਾਂਦਾ, ਕੁਈਨ ਆਫ ਫਰੂਟਸ ਕਿਸ ਨੂੰ ਕਿਹਾ ਜਾਂਦਾ, ਪਾਈਨਐਪਲ ਨੂੰ। ਜਿਹਨੂੰ ਤੁਸੀਂ ਸ਼ਾਇਦ ਸੁਣਿਆ ਹੋਵੇ, ਪਾਈਨਐਪਲ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਨੇ, ਇੱਕ ਅਨਾਨਾਸ ਜਿਹਨੂੰ ਆਪਾਂ ਕਹਿ ਦਿੰਦੇ ਇੱਕ ਫੀਮੇਲ ਅਨਾਨਾਸ ਹੁੰਦਾ। ਕੁਈਨ ਆਫ ਫਰੂਟਸ ਨੂੰ ਫੀਮੇਲ ਅਨਾਨਾਸ ਨੂੰ ਕਿਹਾ ਜਾਂਦਾ ਜੀ। ਫੀਮੇਲ ਅਨਾਨਾਸ ਦਾ ਨਾਮ ਰਾਣੀ ਹੁੰਦਾ ਹੈ। नेक्स्ट क्वीन ऑफ ऑयल सीड्स, यानी कि तेल वालियां फसलों की क्वीन, सीसम दा तेल। नेक्स्ट है जी क्वीन ऑफ वेजिटेबल्स, क्वीन ऑफ वेजिटेबल्स कौन है जी, पोटैटो। इरीगेशन क्रॉप केड़ी है जी, पाम ऑयल, जिन्हों मतलब सिंचाई करनी पैंदी है। ट्री ऑफ हैवन किस नूं कहा जांदा जी, कोकोनट नूं। वेजिटेबल मीट की है जी, काउपी है, जिन्हों आपां सोयाबीन दी दाल कह दिंदे आ। एंड वंटर क्रॉप, सब तो इंपॉर्टेंट चीज़ां आ दो ने जी। वंटर क्रॉप केड़ी है, सोयाबीन। जे क्यों वंटर क्रॉप क्यों कहा जाता सोयाबीन, क्योंकि रिचेस्ट सोर्स है जी प्रोटीन का। एंड वंटर ट्री आपां कहने ना किहड़ा दरख्त है जिहदे पत्ते सब तो ज़्यादा गुणकारी हुंदे ने, आपां कहंदे निम दे पत्ते सब तो ज़्यादा गुणकारी हुंदे ने, इस करके इसनूं वंटर ट्री कहा जाता हैगा। ਇਹ ਚੀਜ਼ਾਂ ਸੀਗੀਆਂ ਸਾਰੀਆਂ ਰੱਟੇ ਵਾਲੀਆਂ, ਕ੍ਰੈਮਿੰਗ ਵਾਲੀਆਂ, ਜਿਹੜੀਆਂ ਕਿ ਤੁਹਾਨੂੰ ਕਰਨੀਆਂ ਪੈਣਗੀਆਂ। ਇੱਕ ਵਾਰੀ ਪੜੋਗੇ, ਦੋ ਵਾਰੀ ਪੜੋਗੇ, ਤੁਹਾਨੂੰ ਇਹ ਯਾਦ ਹੋਣੇ ਸ਼ੁਰੂ ਹੋ ਜਾਣਗੇ। ਨੈਕਸਟ ਹੈ ਜੀ, ਹੁਣ ਐਗਰੀਕਲਚਰ ਦੇ ਸੰਬੰਧਿਤ ਕਿਹੜੇ ਐਨੀਮਲਸ ਨੇ, ਪਸ਼ੂ ਨੇ, ਜਿਹੜੇ ਆਪਣੇ ਵਾਸਤੇ ਫਾਇਦੇਮੰਦ ਨੇ ਅਤੇ ਆਪਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਉਸੇ ਤਰ੍ਹਾਂ ਆਪਾਂ ਐਸੇ ਕਿਹੜੇ ਇਨਸੈਕਟਸ ਨੇ ਜਾਂ ਬਰਡਸ ਪੜਾਂਗੇ ਜਿਹੜੇ ਆਪਣੇ ਵਾਸਤੇ ਫਾਇਦਾ ਕਰਦੇ ਨੇ ਔਰ ਜਿਹੜੇ ਆਪਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਨਸੈਕਟਸ, ਮੱਖੀਆਂ, ਮੱਕੜੀਆਂ, ਠੀਕ ਹੈ ਜੀ, ਸੁੰਡੀਆਂ, ਜਿਹੜੀਆਂ ਆਪਣੇ ਲਈ ਇੰਪੋਰਟੈਂਟ ਨੇ ਐਗਰੀਕਲਚਰ ਲਈ, ਔਰ ਕਿਹੜੀਆਂ ਇੰਪੋਰਟੈਂਟ ਨਹੀਂ ਹੈਗੀਆਂ, ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਜੀ ਐਨੀਮਲਸ ਦੀ ਗੱਲ ਕਰਦੇ ਹਾਂ। ਐਨੀਮਲਸ ਦੇਖੋ, ਐਨੀਮਲਸ ਕਈ ਤਰ੍ਹਾਂ ਦੇ ਐਨੀਮਲਸ ਨੇ ਜਿਹੜੇ ਕਿਸਾਨ ਹੈ ਜਿਹੜਾ ਉਹ ਪਾਲ ਕੇ ਰੱਖਦਾ ਹੈ, ਜਿਹੜੇ ਕਿ ਕਿਸਾਨ ਨੂੰ ਬੈਨੀਫਿਟ ਦਿੰਦੇ ਨੇ, ਬੈਨੀਫੀਸ਼ੀਅਲ ਹੁੰਦੇ ਨੇ। ਜਿਵੇਂ ਕਿਸਾਨ ਹੈ ਜਿਹੜਾ ਕਾਓ, ਬਫੈਲੋ, ਗਾਂ, ਮੱਝਾਂ ਆਪਣੇ ਘਰੇ ਰੱਖਦਾ ਹੈ, ਉਹਦੇ ਉੱਤੋਂ ਆਪਣੇ ਉਹ ਘਰ ਦੀ ਪੂਰਤੀ ਕਰ ਸਕਦਾ, ਜਾਨੀ ਕਿ ਘਰ ਦੇ ਮੈਂਬਰਸ ਵਾਸਤੇ ਦੁੱਧ ਜਾਂ ਦੁੱਧ ਦੇ ਪ੍ਰੋਡਕਟਸ ਨੇ ਉਹ ਬਣਾ ਸਕਦਾ ਹੈ। ਹੋ ਸਕਦਾ ਹੈ ਕਿ ਅਗਰ ਉਹਦੇ ਕੋਲੇ ਕੁਆਂਟੀਟੀ ਵੱਧ ਹੈ ਤਾਂ ਉਹ ਅੱਗੇ ਵੇਚ ਕੇ ਉਸ ਤੋਂ ਪ੍ਰੋਫਿਟ ਵੀ ਕਮਾ ਲੇ। ਸੋ देयर आर a number of animals that are reared by farmers and are highly beneficial to their economically,
ਜਿਵੇਂ ਕਾਓ, ਬਫੈਲੋ ਐਕਸੈਟਰਾ। ਜਿਹੜੇ ਐਨੀਮਲਸ ਰੀਅਰ ਕੀਤੇ ਜਾਂਦੇ ਨੇ ਦੁੱਧ ਵਾਸਤੇ, ਜਿਨ੍ਹਾਂ ਨੂੰ ਦੁੱਧ ਵਾਸਤੇ ਪਾਲਿਆ ਜਾਂਦਾ ਹੈ, ਕਿਹੜੇ ਕਿਹੜੇ ਨੇ ਜੀ? ਕਾਓ, ਬਫੈਲੋ, ਗੋਟ, ਜਿਨ੍ਹਾਂ ਤੋਂ ਦੁੱਧ ਵਾਸਤੇ ਪਾਲਿਆ ਜਾਂਦਾ ਹੈ। ਨੈਕਸਟ ਹੈ ਜੀ ਜਿਹੜੇ ਟਰਾਂਸਪੋਰਟੇਸ਼ਨ ਦੇ ਵਿੱਚ ਹੈਲਪ ਕਰਦੇ ਨੇ, ਜਿਵੇਂ ਕਿ ਹਾਰਸਿਸ ਹੋ ਗਿਆ, ਕੈਮਲਸ ਹੋ ਗਿਆ, ਮਿਊਲਸ ਹੋ ਗਏ। ਮਿਊਲਸ ਪਤਾ ਕੀ ਹੁੰਦਾ ਜੀ? ਖੱਚਰ, ਜਿਹਨੂੰ ਆਪਾਂ ਕਹਿ ਦਿੰਦੇ ਆ। ਨੈਕਸਟ ਹੈ ਜੀ ਐਗ ਵਾਸਤੇ ਆਪਾਂ ਨੂੰ ਕੀ ਰੱਖਣੇ ਪੈਂਦੇ ਆ? ਮੁਰਗੀਆਂ ਰੱਖਣੀਆਂ ਪੈਂਦੀਆਂ, ਪੋਲਟਰੀ ਰੱਖਣੀ ਪੈਂਦੀ ਹੈ। ਐਂਡ ਉਹਨਾਂ ਦੇ ਵਾਸਤੇ ਉਹਨਾਂ ਤੋਂ ਆਪਾਂ ਉਹਨਾਂ ਦਾ ਮੀਟ ਵੀ ਲੈ ਸਕਦੇ ਹਾਂ। ਮੀਟ ਦੇ ਤਾਂ ਹੋਰ ਵੀ ਸੋਰਸਿਸ ਨੇ, ਚਿਕਨ ਹੋ ਗਿਆ, ਫਿਸ਼ ਹੋ ਗਿਆ, ਪਿਗ ਹੋ ਗਈ, ਗੋਟ ਹੋ ਗਈ, ਸ਼ੀਪ ਹੋ ਗਈ। ਇਹ ਕਾਮਨ ਐਨੀਮਲਸ ਨੇ, ਜਿਹੜੇ ਐਨੀਮਲਸ ਫਾਰਮਰਸ ਦੁਆਰਾ ਪਾਲੇ ਜਾਂਦੇ ਨੇ ਔਰ ਇਹਨਾਂ ਤੋਂ ਮੀਟ ਲਿਆ ਜਾਂਦਾ ਹੈ, ਕਿਉਂਕਿ ਮੀਟ ਹੈ ਜਿਹੜਾ ਰਿਚੈਸਟ ਸੋਰਸ ਹੈ ਪ੍ਰੋਟੀਨ ਦਾ। ਇਸੀ ਤਰ੍ਹਾਂ ਹੋਰ ਵੀ ਐਨੀਮਲ ਹੈ, ਜਿਵੇਂ ਸ਼ੀਪ, ਭੇਡ ਹੈ। ਭੇਡ ਤੋਂ ਆਪਾਂ ਕੀ ਲੈ ਸਕਦੇ ਹਾਂ? ਫਰ ਲੈ ਸਕਦੇ ਹਾਂ, ਵੂਲ ਲੈ ਸਕਦੇ ਹਾਂ। ਇਹ ਚੀਜ਼ਾਂ ਜਿਹੜੀਆਂ ਨੇ ਐਗਰੀਕਲਚਰ ਦੇ ਵਿੱਚ ਬਹੁਤ ਪੁਰਾਣੇ ਟਾਈਮ ਤੋਂ ਚੱਲਦੀਆਂ ਆ ਰਹੀਆਂ ਨੇ ਐਂਡ ਲੋਕ ਇਹਨਾਂ ਤੋਂ ਆਪਣੇ ਘਰ ਦੀ ਪੂਰਤੀ ਕਰਦੇ ਨੇ, ਪਲੱਸ ਨਾਲ ਨਾਲ ਇਹਨਾਂ ਨੂੰ ਵੇਚ ਕੇ, ਇਹਨਾਂ ਦੇ ਪ੍ਰੋਡਕਟਸ ਨੂੰ ਵੇਚ ਕੇ ਪੈਸੇ ਵੀ ਕਮਾਉਂਦੇ ਹੈਗੇ ਨੇ। ਸੋ ਹੁਣ ਦੋ ਐਸੇ ਜਾਨਵਰ ਦੱਸਣ ਲੱਗੇ ਆ ਜਿਹੜੇ ਆਪਣੇ ਐਗਰੀਕਲਚਰ, ਹੁਣ ਇਹ ਜਿਹੜੇ ਜਾਨਵਰ ਮੈਂ ਤੁਹਾਨੂੰ ਦੱਸੇ ਨੇ ਪਹਿਲਾਂ, ਇਹ ਜਾਨਵਰ ਤਾਂ ਆਪਾਂ ਘਰੇ ਪਾਲਦੇ ਹਾਂ, ਜਾਣੀ ਕਿ ਘਰੇ ਪਾਲ ਲਈ, ਗਾਂ ਪਾਲ ਲਈ, ਮੱਝ ਪਾਲ ਲਈ, ਬੱਕਰੀ ਪਾਲ ਲਈ, ਘੋੜਾ ਪਾਲ ਲਿਆ, ਕੈਮਲ ਰੱਖ ਲਿਆ। ਲੇਕਿਨ ਹੁਣ ਐਸੇ ਜਿਹੜੇ ਜਾਨਵਰ ਨੇ ਜਿਹੜੇ ਖੇਤਾਂ ਦੇ ਵਿੱਚ ਆਪਣੇ ਲਈ ਸਹਾਈ ਹੁੰਦੇ ਹਨ, ਦੋ ਜਾਨਵਰ ਸਭ ਤੋਂ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਤਾਂ ਹੈਗਾ ਜੀ ਅਰਥਵਾਰਮ। ਅਰਥਵਾਰਮ ਕੀ ਹੁੰਦਾ ਜੀ? ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਜੋਕ ਕਹਿ ਦਿੰਦੇ ਆ, ਜਾਂ ਆਪਾਂ ਉਹਨੂੰ ਕਹਿ ਦਿੰਦੇ ਆ, ਕੀ ਕਹਿੰਦੇ ਨੇ, ਗੰਡ ਗੰਡੋਲਾ ਕਹਿ ਦਿੰਦੇ ਆ। ਗੰਡ ਗੰਡੋਲਾ ਕਹਿੰਦੇ ਆ ਵੈਸੇ ਆਪਾਂ ਅਰਥਵਾਰਮ ਨੂੰ। ਅਰਥਵਾਰਮ ਉਹ ਚੀਜ਼ ਹੈ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ, ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਬਣਾਉਂਦਾ ਹੈ। ਜਦੋਂ ਇਹ ਮਿੱਟੀ ਦੇ ਵਿੱਚ, ਦੇਖੋ ਆਪਾਂ ਮਿੱਟੀ ਦੀਆਂ ਲੇਅਰਸ ਪੜੀਆਂ ਸੀ, ਓ ਹੋਰੀਜਨ, ਏ ਹੋਰੀਜਨ, ਈ ਹੋਰੀਜਨ, ਬੀ ਹੋਰੀਜਨ। ਇਹ ਏ ਹੋਰੀਜਨ ਦੇ ਵਿੱਚ ਹੁੰਦਾ, ਜਾਨੀ ਕਿ ਜਿੱਥੇ ਜੜਾਂ ਹੁੰਦੀਆਂ ਨੇ ਛੋਟੇ ਪੌਦੇ ਦੀਆਂ। ਇਹ ਜੜਾਂ ਦੇ ਵਿੱਚ ਆਪਣੇ ਆਪ ਮਿੱਟੀ ਨੂੰ ਖਾਂਦਾ ਹੈ, ਮਿੱਟੀ ਨੂੰ ਕੀ ਕਰਦਾ ਹੈ? ਫਰਟਾਈਲ ਕਰਦਾ ਹੈ, ਸੋਇਲ ਨੂੰ ਫਰਟਾਈਲ ਕਰਦਾ ਹੈ। ਪਲੱਸ ਜਦੋਂ ਇਹ ਮਰ ਜਾਂਦਾ ਹੈ, ਜਦੋਂ ਇਹ ਜਿਹੜਾ ਗੰਡ ਗੰਡੋਲਾ ਮਰ ਜਾਂਦਾ ਹੈ, ਤਾਂ ਇਹਦੀ ਕੀ ਬਣ ਜਾਂਦੀ ਹੈ? ਖਾਦ ਬਣ ਜਾਂਦੀ ਹੈ। ਉਹੀ ਮਿੱਟੀ ਦੇ ਨਾਲ ਰਲ ਜਾਂਦੀ ਹੈ ਔਰ ਮਿੱਟੀ ਨੂੰ ਹੋਰ ਉਪਜਾਊ ਕਰ ਦਿੰਦੀ ਹੈ, ਜਾਨੀ ਕਿ ਪੌਦਾ ਵਧੀਆ ਤਰੀਕੇ ਨਾਲ ਗਰੋ ਕਰਦਾ ਹੈ। ਸੋ ਇਹਨੂੰ ਆਪਾਂ ਅਰਥਵਾਰਮ ਨੂੰ ਗੰਡ ਗੰਡੋਲਾ ਕਹਿ ਦਿੰਦੇ ਆ। ਇਹ ਕਾਹਦੇ ਵਾਸਤੇ ਜ਼ਰੂਰੀ ਹੈ? ਇਹ ਫਰਟਾਈਲ ਕਰਦਾ ਹੈ ਸੋਇਲ ਨੂੰ। ਨੈਕਸਟ ਦੂਜੀ ਚੀਜ਼ ਆਪਣੇ ਵਾਸਤੇ ਕਿਹੜੀ ਚੀਜ਼ ਇੰਪੋਰਟੈਂਟ ਹੈ? ਸਨੇਕਸ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਰ ਕੀ ਹੈ? ਸਨੇਕ, ਸੱਪ। ਦੇਖੋ ਜੀ, ਖੇਤਾਂ ਦੇ ਵਿੱਚ ਚੂਹੇ ਨੇ ਜਿਹੜੇ ਖੱਡਾਂ ਵੱਟ ਦਿੰਦੇ ਨੇ। ਜਿਹੜਾ ਸੱਪ ਹੈ ਉਹ ਚੂਹੇ ਨੂੰ ਲੱਭ ਲੱਭ ਕੇ ਖਾ ਜਾਂਦਾ ਹੈ, ਇਸ ਕਰਕੇ ਸੱਪ ਹੈ ਜਿਹੜਾ ਆਪਣੇ ਵਾਸਤੇ ਇੰਪੋਰਟੈਂਟ ਹੈ। ਜ਼ਰੂਰੀ ਨਹੀਂ ਕਿ ਸਾਰੇ ਦੇ ਸਾਰੇ ਸੱਪ ਨੇ ਜਿਹੜੇ ਉਹ ਹਾਰਮਫੁਲ ਹੁੰਦੇ ਨੇ। ਕੁਝ ਸੱਪ ਨੇ ਜਿਹੜੇ ਉਹ ਹਾਰਮਲੈਸ ਹੁੰਦੇ ਨੇ ਔਰ ਘੱਟ ਜ਼ਹਿਰੀਲੇ ਹੁੰਦੇ ਨੇ। ਬਟ ਫਿਰ ਵੀ ਇੱਕ ਕਹਾਵਤ ਹੈ, ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਓ, ਸੱਪ ਹੈ ਜਿਹੜਾ ਉਹ ਹਮੇਸ਼ਾ ਡੰਗ ਮਾਰਦਾ ਹੀ ਮਾਰਦਾ ਹੈ। ਬਟ ਕਈ ਸੱਪ ਨੇ ਜਿਹੜੇ ਉਹ ਆਪਣੀ ਫਾਇਦੇ ਵੀ ਕਰਦੇ ਨੇ। ਅਗਰ ਸਪੋਜ਼ ਕਰੋ ਖੇਤ ਦੇ ਵਿੱਚ ਚੂਹੇ ਜ਼ਿਆਦੇ ਆ ਜਾਣ ਤਾਂ ਉਹਨਾਂ ਨੂੰ ਖਾਣ ਵਾਸਤੇ ਜੇ ਸੱਪ ਛੱਡ ਦਿੱਤੇ ਜਾਣ ਤਾਂ ਮਤਲਬ ਸੱਪ ਆਪਣੀ ਹੈਲਪ ਕਰਦੇ ਹਨ। ਸਿਮਿਲਰਲੀ ਹੁਣ ਆਪਾਂ ਪੜਾਂਗੇ ਹਾਰਮਫੁਲ ਐਨੀਮਲਸ ਤੇ ਬਰਡਸ। ਇਹ ਤਾਂ ਆਪਣੇ ਬੈਨੀਫੀਸ਼ੀਅਲ ਸੀਗੇ ਬਰਡਸ, ਐਨੀਮਲਸ। ਕੋਈ ਵੀ ਬਰਡ ਆਪਣੇ ਵਾਸਤੇ ਬੈਨੀਫੀਸ਼ੀਅਲ ਨਹੀਂ ਹੈਗਾ, ਕੋਈ ਵੀ ਬਰਡ ਆਪਣੇ ਵਾਸਤੇ ਬੈਨੀਫੀਸ਼ੀਅਲ ਨਹੀਂ ਹੈਗਾ। ਮੈਂ ਰਿਪੀਟ ਕਰ ਰਿਹਾ, ਕੋਈ ਵੀ ਬਰਡ ਆਪਣੇ ਵਾਸਤੇ ਬੈਨੀਫੀਸ਼ੀਅਲ ਨਹੀਂ ਹੈਗਾ, ਪਰੰਤੂ ਦੇਖੋ ਬਰਡਸ ਨੇ ਜਿਹੜੇ ਉਹ ਆਪਣੇ ਵਾਸਤੇ ਹਾਰਮਫੁਲ ਨੇ। ਨੋ ਡਾਊਟ ਉਹ ਲਿਵਿੰਗ ਸਪੀਸੀਜ਼ ਨੇ, ਬਟ ਆਪਣੀ ਜਿਹੜੀ ਪ੍ਰੋਡਕਟਸ ਨੇ, ਕਣਕ ਹੈ, ਜਵਾਰ ਹੈ, ਮੱਕੀ ਹੈ, ਬਾਜਰਾ ਹੈ, ਇਹਨਾਂ ਨੂੰ ਪੰਛੀ ਕੀ ਕਰ ਦਿੰਦੇ ਨੇ? ਖਾ ਜਾਂਦੇ ਨੇ। ਐਂਡ ਸਭ ਤੋਂ ਜਿਹੜਾ ਮਤਲਬ ਮੰਨਿਆ ਗਿਆ ਕਿ ਸਭ ਤੋਂ ਜਿਹੜਾ ਮਤਲਬ ਘਟੀਆ ਜਾਨਵਰ ਹੈ, ਬਰਡ ਦੀ ਗੱਲ ਕਰੂੰਗਾ, ਸਭ ਤੋਂ ਜਿਹੜਾ ਮਤਲਬ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਕਿਸਾਨ ਨੂੰ, ਉਹ ਹੈ ਜੀ ਤੋਤਾ। ਤੋਤਾ ਰੱਖਣ ਨੂੰ, ਦੇਖਣ ਨੂੰ ਬਹੁਤ ਸੁੰਦਰ ਹੁੰਦਾ ਹੈ, ਠੀਕ ਹੈ, ਬਟ ਜਿਹੜਾ ਤੋਤਾ ਹੈ ਉਹ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ, ਕਿਉਂਕਿ ਤੋਤਾ ਕੀ ਕਰਦਾ ਹੈ? ਠੁੰਗਾ ਮਾਰ ਕੇ ਨਾ ਕੁਤਰ ਦਿੰਦਾ। ਜਿਹੜੀ ਚੀਜ਼ ਕੁਤਰਦੀ ਉਹ ਨਾ ਤਾਂ ਵੇਚਣ ਜੋਗੀ ਛੱਡਦਾ, ਨਾ ਉਹ ਖਾਣ ਜੋਗੀ ਛੱਡਦਾ, ਕਿਸੇ ਜੋਗੀ ਨਹੀਂ ਛੱਡਦਾ। ਤੋਤਾ ਕੀ ਕਰਦਾ? ਠੁੰਗ ਮਾਰਦਾ ਔਰ ਚੁੰਝ ਮਾਰ ਕੇ ਆਪਣੀ ਮਤਲਬ ਟੁੱਕ ਦਿੰਦਾ ਉਸ ਚੀਜ਼ ਨੂੰ। ਇਸ ਕਰਕੇ ਤੋਤਾ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਹਾਰਮਫੁਲ ਬਰਡ ਮੰਨਿਆ ਗਿਆ। ਔਰ ਸਭ ਤੋਂ ਜ਼ਿਆਦਾ ਹਾਰਮਫੁਲ ਐਨੀਮਲਸ ਕਿਹੜੇ ਕਿਹੜੇ ਹੋਣਗੇ? ਸਭ ਤੋਂ ਜ਼ਿਆਦਾ ਹਾਰਮਫੁਲ ਐਨੀਮਲ ਕੀ ਹੈ? ਰੈਟ, ਚੂਹਾ। ਚੂਹੇ ਦੀਆਂ 8 ਤਰ੍ਹਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ। ਦੇਖੋ ਜਿਸ ਤਰ੍ਹਾਂ ਲਿਖੀਆਂ ਹੋਈਆਂ ਨੇ,
इंडियन मोल रैट लिखा है, सॉफ्ट फर्ड फील्ड रैट लिखा है, इंडियन बुश रैट लिखा है। सिमिलरली इंडियन गर्बिल है, शॉर्ट टेल्ड छोटी पूंछ वाला एक ਜਿਹੜਾ ਘਰਾਂ ਦੇ ਵਿੱਚ ਮਾਊਸ ਆਉਂਦਾ ਆਪਣੇ, ਉਹ ਫੀਲਡ ਮਾਊਸ ਜਿਹੜਾ ਫੀਲਡ ਦੇ ਵਿੱਚ ਹੈ, ਐਂਡ ਬਰਾਊਨ ਸਪਿਨੀ ਮਾਊਸ। ਇਸ ਮਾਊਸ ਦੀਆਂ ਕੁਝ ਕਿਸਮਾਂ ਨੇ, ਜਿਹੜਾ ਕਿ ਆਪਾਂ ਜਿਸ ਤਰ੍ਹਾਂ ਆਪਾਂ ਪੜ੍ਹਿਆ ਕਿ ਐਨੀਮਲਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਹਾਰਮਫੁਲ ਕੀ ਆਪਣੇ ਲਈ ਰੈਟ ਹੈ, ਕਿਉਂ ਕਿਸਾਨ ਦੇ ਖੇਤ ਦੇ ਵਿੱਚ ਜਾ ਕੇ ਜਿਹੜਾ ਰੈਟ ਹੈ ਉਹ ਜੜ੍ਹਾਂ 'ਚ ਖੁੱਡਾਂ ਪੱਟਣੀਆਂ ਸ਼ੁਰੂ ਕਰ ਦਿੰਦਾ, ਜਿਸ ਦੇ ਨਾਲ ਉਹਦੀਆਂ ਰੂਟਸ ਨੇ ਜਿਹੜੀਆਂ ਪਲਾਂਟ ਦੀਆਂ, ਉਹ ਪੌਦੇ ਦੀਆਂ ਖਰਾਬ ਕਰ ਦਿੰਦਾ। ਨੈਕਸਟ, ਐਂਡ ਇੱਕ ਚੀਜ਼ ਹੋਰ ਵੀ ਸੀ, ਰੈਟ ਤੋਂ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ। ਹਾਰਮਫੁਲ ਬਰਡਸ, ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਦੱਸ ਕੇ ਹਟਿਆ ਕਿ ਬਰਡ ਆਪਣੇ ਵਾਸਤੇ ਕੋਈ ਵੀ ਬੈਨੀਫਿਟ ਨਹੀਂ ਹੈਗਾ ਐਗਰੀਕਲਚਰ ਵਾਸਤੇ, ਪਰੰਤੂ ਸਭ ਤੋਂ ਜ਼ਿਆਦਾ ਜਿਹੜਾ ਖਤਰਨਾਕ ਬਰਡ ਹੈ ਜਿਹੜਾ ਕਿਸਾਨ ਨੂੰ ਤੰਗ ਕਰਦਾ, ਉਹ ਕੀ ਹੈ? ਪੈਰਟ। ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਹਟਿਆ, ਪੈਰਟ ਨਾ ਤਾਂ ਚੀਜ਼ ਖਾਣ ਜੋਗੀ ਛੱਡਦਾ, ਨਾ ਆਪ ਖਾਂਦਾ, ਉਹ ਠੁੰਗ ਮਾਰਦਾ, ਕੁਤਰ ਦਿੰਦਾ ਹੈ, ਔਰ ਉਹ ਚੀਜ਼ ਵੇਚਣ ਲਾਇਕ ਨਹੀਂ ਰਹਿੰਦੀ ਹੈ। ਇਟ ਇਜ਼ ਦਾ ਮੋਸਟ ਹਾਰਮਫੁਲ ਬਰਡ, ਇਹ ਸਭ ਤੋਂ ਜ਼ਿਆਦਾ ਹਾਰਮਫੁਲ ਬਰਡ ਹੈ। ਇਟ ਕਾਜ਼ ਡੈਮੇਜ ਟੂ ਆਲ ਗ੍ਰੇਨਸ, ਹਰ ਤਰ੍ਹਾਂ ਦੇ ਦਾਣਿਆਂ ਨੂੰ, ਫਰੂਟਸ ਨੂੰ ਇਹ ਨੁਕਸਾਨ ਪਹੁੰਚਾਉਂਦਾ ਹੈਗਾ। ਐਂਡ ਨੈਕਸਟ, ਹੁਣ ਆਪਾਂ ਪੜਾਂਗੇ ਜੀ ਆਪਾਂ ਮੈਨੇਜਮੈਂਟ ਕਿਵੇਂ ਕਰਨੀ ਹੈ। ਜਿਵੇਂ ਆਪਾਂ ਪੜਿਆ ਵੀ ਪਸ਼ੂ ਨੇ ਤੇ ਪੰਛੀ ਨੇ, ਪਸ਼ੂਆਂ ਦੇ ਵਿੱਚੋਂ ਹਾਰਮਫੁਲ ਆਪਣੇ ਵਾਸਤੇ ਕੀ ਹੈ? ਰੈਟ ਹੈਗਾ, ਔਰ ਪੰਛੀ ਤਾਂ ਆਪਣੇ ਵਾਸਤੇ ਸਾਰੇ ਹਾਰਮਫੁਲ ਨੇ। ਇਹਨਾਂ ਤੋਂ ਆਪਾਂ ਆਪਣੀ ਫਸਲ ਨੂੰ ਕਿਵੇਂ ਬਚਾਈਏ? ਸਭ ਤੋਂ ਪਹਿਲਾ ਤਰੀਕਾ ਹੈਗਾ ਜੀ ਫਾਲਸ ਗਨ ਸ਼ਾਟਸ। ਫਾਲਸ ਗਨ ਸ਼ਾਟਸ ਦਾ ਮਤਲਬ ਕੀ ਹੈ? ਜਿਵੇਂ ਤਾੜੀ ਵਜਾਤੀ, ਜਾਂ ਮਤਲਬ ਕੋਈ ਪਟਾਕਾ ਚਲਾਤਾ ਤਾਂ ਕਿ ਸਾਰੇ ਕੋਈ ਧਮਾਕਾ ਕਰਤਾ, ਕੋਈ ਖੜਕਾ ਕਰਤਾ, ਜਿਹਦੇ ਨਾਲ ਹੈ ਜਿਹੜਾ ਪੰਛੀ ਨੇ ਜਿਹੜੇ ਜਾਂ ਜਾਨਵਰ ਨੇ ਉਹ ਆਪਣੇ ਖੇਤਾਂ ਦੇ ਵਿੱਚ ਨਾ ਆਉਣ, ਉਹ ਜਿਹੜੇ ਪੰਛੀ ਨੇ ਉਹ ਆਪਣੀ ਫਸਲ ਨੂੰ ਨਾ ਖਰਾਬ ਕਰਨ, ਨਾ ਹੀ ਚੂਹੇ ਵਗੈਰਾ ਜਾਂ ਜਾਨਵਰ ਵਗੈਰਾ ਆਪਣੀ ਫਸਲ ਨੂੰ ਖਰਾਬ ਕਰਨ। ਦੂਜੀ ਚੀਜ਼ ਹੈ ਜੀ, ਤੁਸੀਂ ਖੇਤ ਦੇ ਵਿੱਚ ਦੇਖਿਆ ਹੋਊਗਾ ਇੱਕ ਲੱਕੜ ਦਾ ਪੁਤਲਾ ਬਣਾ ਕੇ ਰੱਖਿਆ ਹੋਇਆ ਹੁੰਦਾ, ਠੀਕ ਹੈ, ਉਹਦੇ ਉੱਤੇ ਸਿਰ ਦੀ ਥਾਂ ਤੇ ਘੜਾ ਟੰਗਿਆ ਹੁੰਦਾ, ਜਾਂ ਉਹਦੀ ਮਤਲਬ ਜਿਸ ਤਰ੍ਹਾਂ ਦਾ ਵੀ ਫੇਸ ਬਣਾਇਆ ਹੁੰਦਾ। ਤੁਸੀਂ ਸ਼ਾਇਦ ਦੇਖਿਆ ਹੋਵੇ ਵੀ ਜਿੰਨੀ ਉੱਚੀ ਫਸਲ ਹੁੰਦੀ ਆ 2 ਫੁੱਟ 2 ਫੁੱਟ ਉੱਚਾ ਹੀ ਬਣਾਇਆ ਜਾਂਦਾ, ਉਹ ਦੇਖਣ ਨੂੰ ਐ ਲੱਗਦਾ ਹੁੰਦਾ ਜਿਵੇਂ ਬੰਦਾ ਹੁੰਦਾ। ਦੇਖੋ ਜੀ, ਜਿਹੜੇ ਪਸ਼ੂ ਨੇ, ਪੰਛੀ ਨੇ, ਉਹ ਵੀ ਸਿਆਣੇ ਨੇ, ਉਹ 10 ਕੁ ਦਿਨ ਦੇਖਦੇ ਨੇ ਕਿ ਬੰਦਾ ਖੜਾ ਸਾਹਮਣੇ, 10 ਕੁ ਦਿਨ ਤੋਂ ਬਾਅਦ ਉਹਨਾਂ ਨੂੰ ਵੀ ਆਈਡੀਆ ਲੱਗ ਜਾਂਦਾ ਵੀ ਇਹ ਤਾਂ ਫੇਕ ਹੈ ਜੀ। ਫਿਰ ਕਿਸਾਨ ਕੀ ਕਰਦਾ, 10 ਦਿਨਾਂ ਬਾਅਦ ਉਹ ਬੰਦੇ ਦਾ ਨਾ ਜਿਹੜਾ ਮਤਲਬ ਪੁਤਲਾ ਬਣਾਇਆ ਹੋਇਆ ਹੁੰਦਾ, ਉਹਦੀ ਡਾਇਰੈਕਸ਼ਨ ਚੇਂਜ ਕਰ ਦਿੰਦਾ। ਫਿਰ ਤੋਂ ਮਤਲਬ ਪੰਛੀਆਂ ਨੂੰ ਐ ਲੱਗਦਾ ਹੁੰਦਾ ਵੀ ਹਾਂ ਯਾਰ ਇਹ ਤਾਂ ਸੱਚੀ ਬੰਦਾ ਖੜਾ ਹੈ ਸਾਨੂੰ ਡਰਾਉਣ ਵਾਸਤੇ। ਜਾਂ ਤੀਜੀ ਚੀਜ਼ ਕੀ ਹੈ ਜੀ? ਤੀਜੀ ਚੀਜ਼ ਕੀ ਹੈ ਜੀ? ਹੈਂਗਿੰਗ ਆਫ ਡਮੀਜ਼ ਆਫ ਕ੍ਰੋਸ। ਜਿਵੇਂ ਕਹਿੰਦੇ ਨੇ ਜਿਹੜਾ ਕਾਂ ਹੁੰਦਾ ਨਾ, ਕਾਂ ਦੀ ਵੱਡਾ ਸਾਰਾ ਕਾਂ ਦੀ ਡੰਮੀ ਬਣਾ ਕੇ ਟੰਗਤੀ, ਇਹਦੀ ਜਿਹੜੀ ਡੰਮੀ ਟੰਗੀ ਜਾਂਦੀ ਹੈ 1 ਫੁੱਟ ਉੱਚੀ ਟੰਗੀ ਜਾਂਦੀ ਹੈ, ਤਾਂ ਕਿ ਜਿਹੜੇ ਬਾਕੀ ਪੰਛੀ ਨੇ ਉਹ ਕਾਂ ਨੂੰ ਦੇਖ ਕੇ ਭੱਜ ਜਾਣ, ਕਾਂ ਤੋਂ ਡਰਦੇ ਨੇ, ਇਸ ਕਰਕੇ ਕਾਂ ਦੀਆਂ ਡੰਮੀਆਂ ਬਣਾ ਕੇ ਟੰਗ ਦਿੱਤੀਆਂ ਜਾਂਦੀਆਂ ਨੇ। ਐਂਡ ਚੌਥੀ ਚੀਜ਼ ਹੈ ਜੀ, ਐਸੀ ਕੋਈ ਮਸ਼ੀਨ ਬਣਾ ਦਿੱਤੀ ਜਾਵੇ, ਐਸੀ ਕੋਈ ਮਸ਼ੀਨ ਲਗਾ ਦਿੱਤੀ ਜਾਵੇ ਜਿਹੜੀ ਕਿ ਪੰਛੀਆਂ ਨੂੰ ਜਾਂ ਜਾਨਵਰਾਂ ਨੂੰ ਡਰਾਵੇ। ਜਿਵੇਂ ਮੰਨ ਲਓ ਕੋਈ ਇਲੈਕਟ੍ਰੋਨਿਕ ਚੀਜ਼ ਬਣਾਤੀ, ਜਾਂ ਸੈੱਲ ਤੇ ਚੱਲਣ ਵਾਲੀ, ਬੈਟਰੀ ਤੇ ਚੱਲਣ ਵਾਲੀ ਕੋਈ ਮਸ਼ੀਨ ਜਿਹੜੀ ਆਵਾਜ਼ ਹੀ ਕਰੇ ਘੱਟੋ ਘੱਟ, ਜਾਂ ਮਤਲਬ ਰੋਟੇਟ ਕਰੇ, ਜਾਂ ਕੁਝ ਵੀ ਕਰੇ, ਆਵਾਜ਼ ਕਰੇ ਉੱਚੀ ਉੱਚੀ, ਮਤਲਬ ਅਲੱਗ-ਅਲੱਗ ਜਿਵੇਂ ਰਿੰਗਟੋਨ ਲਾ ਦਿੰਦੇ ਆਪਾਂ ਫੋਨ ਦੇ ਉੱਤੇ, ਉਸ ਤਰ੍ਹਾਂ ਦੀ ਕੋਈ ਵੋਲਿਊਮ ਆਵਾਜ਼ ਕਰੇ, ਤਾਂ ਕਿ ਪੰਛੀ ਨੇ ਜਾਂ ਜਾਨਵਰ ਨੇ ਜਿਹੜੇ ਉਹ ਆਪਣੀ ਫਸਲ ਨੂੰ ਨਾ ਖਰਾਬ ਕਰਨ। ਇਹ ਨੇ ਕੁਝ ਮੈਨੇਜਮੈਂਟ ਟੂਲਸ। ਨਾਓ ਨੈਕਸਟ ਹੈ ਜੀ ਕੀੜੇ ਮਕੌੜੇ, ਜਿਹੜੇ ਕਿ ਆਪਣੀਆਂ ਫਸਲਾਂ ਨੂੰ ਖਰਾਬ ਕਰਦੇ ਨੇ ਜਾਂ ਜਿਹੜੇ ਆਪਣੀਆਂ ਫਸਲਾਂ ਵਾਸਤੇ ਸਹਾਈ ਹੁੰਦੇ ਨੇ। ਕੀੜਿਆਂ ਮਕੌੜਿਆਂ ਦੀ ਗੱਲ ਕੀਤੀ ਜਾਵੇ ਜੀ, ਕੀੜੇ ਮਕੌੜਿਆਂ ਨੂੰ ਆਪਾਂ 4 ਕੈਟੇਗਰੀ ਦੇ ਵਿੱਚ ਪੜਾਂਗੇ। ਕੀੜੇ ਮਕੌੜਿਆਂ ਨੂੰ ਪੜਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਚੀਜ਼ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਪਤਾ ਹੋਣੀ ਚਾਹੀਦੀ ਹੈ ਜੀ। ਕੋਈ ਵੀ ਕੀੜਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਲਟੀਪਲਾਈ ਕਿਵੇਂ ਕਰਦਾ ਹੈ, ਮਤਲਬ ਆਪਣੀ ਪੈਦਾਵਾਰ ਵਧਾਉਂਦਾ ਕਿਵੇਂ, ਕੀੜੇ ਕਿਵੇਂ ਵੱਧਦੇ ਨੇ। ਸਭ ਤੋਂ ਪਹਿਲਾਂ ਕੀੜਾ ਕੋਈ ਇੱਕ ਅੰਡਾ ਦੇਗਾ, ਉਸ ਅੰਡੇ ਦੇ ਵਿੱਚੋਂ ਨਿਕਲਦਾ ਜੀ ਲਾਰਵਾ। ਅੰਡੇ ਦੇ ਵਿੱਚੋਂ ਕੀ ਨਿਕਲਦਾ ਜੀ? ਲਾਰਵਾ। ਲਾਰਵਾ ਤੋਂ ਬਾਅਦ ਲਾਰਵਾ ਜੁੜ ਕੇ ਕੀ ਬਣਦਾ? ਪਿਊਪਲ ਬਣਦਾ। ਕੀ ਬਣਦਾ? ਪਿਊਪਲ ਬਣਦਾ ਹੈ। ਐਂਡ ਪਿਊਪਲ ਤੋਂ ਬਾਅਦ ਜਿਹੜਾ ਲਾਰਵਾ ਬਣਿਆ ਸੀ, ਪਿਊਪਲ ਬਣਿਆ, ਉਸ ਤੋਂ ਬਾਅਦ ਅਡਲਟ ਬਣ ਜਾਂਦਾ ਹੈ, ਜਾਣੀ ਕਿ ਇੱਕ ਨਵਾਂ ਜਿਹੜਾ ਹੈ ਉਹ ਇਨਸੈਕਟ ਹੈ ਜਿਹੜਾ ਉਹ ਤਿਆਰ ਹੋ ਜਾਂਦਾ ਹੈ। ਸੋ ਕੋਈ ਵੀ ਇਨਸੈਕਟ ਹੈ ਉਹਨੂੰ ਪੈਦਾ ਹੋਣ ਵਾਸਤੇ 4 ਸਟੇਜਾਂ ਨੇ। ਸਭ ਤੋਂ ਪਹਿਲਾਂ ਇਨਸੈਕਟ ਹੈ ਜਿਹੜਾ ਉਹ ਇੱਕ ਆਂਡੇ ਦੇ ਰੂਪ ਚ ਹੋਊਗਾ, ਆਂਡਾ ਟੁੱਟਦਾ, ਉਸ ਤੋਂ ਲਾਰਵਾ ਨਿਕਲਦਾ, ਲਾਰਵੇ ਤੋਂ ਬਾਅਦ ਉਹ ਕੱਚਾ
ਮਤਲਬ ਬੰਨਾ ਸ਼ੁਰੂ ਹੁੰਦਾ, ਉਹਨੂੰ ਆਪਾਂ ਪੂਪਲ ਕਹਿੰਦੇ ਆ। ਐਂਡ ਪਿਊਪਲ ਜਦੋਂ ਬਣ ਜਾਂਦਾ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਉਹ ਅਡਲਟ ਬਣ ਜਾਂਦਾ ਹੈ। ਕਈ ਜਿਹੜੇ ਇਨਸੈਕਟਸ ਹੁੰਦੇ ਨੇ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਗਰੋ ਕਰਦੇ ਨੇ, ਲੇਕਿਨ ਕਈਆਂ ਦਾ ਲਾਈਫ ਸਾਈਕਲ ਹੈ ਜਿਹੜਾ ਉਹ ਥੋੜਾ ਹੌਲੀ ਹੁੰਦਾ ਹੈ। ਜਿਵੇਂ ਹਿਊਮਨ ਬੀਇੰਗ ਹੈ, ਉਹਨੂੰ ਘੱਟੋ ਘੱਟ 9 ਮਹੀਨੇ ਆਪਾਂ ਕਹਿ ਦਿੰਦੇ ਆ ਵੀ ਮਾਂ ਦੇ ਗਰਭ ਦੇ ਵਿੱਚ ਰਹਿਣਾ ਪੈਂਦਾ ਹੈ। ਉਸ ਤੋਂ ਬਾਅਦ ਬੱਚਾ ਜਿਹੜਾ ਉਹ ਵਧੀਆ ਬਣਦਾ ਹੈ, ਮਤਲਬ ਕੰਪਲੀਟ ਤਿਆਰ ਹੋ ਜਾਂਦਾ। ਇਸੀ ਤਰ੍ਹਾਂ ਐਗਸ ਤੋਂ ਲਾਰਵਾ ਬਣਿਆ, ਲਾਰਵੇ ਤੋਂ ਪੀਪਲ ਬਣਿਆ, ਔਰ ਪੀਪਲ ਤੋਂ ਕੀ ਬਣਿਆ, ਅਡਲਟ ਬਣ ਜਾਂਦਾ ਹੈ। ਹੁਣ ਇਹ ਕਹਾਣੀ ਤੁਸੀਂ ਆਪਣੇ ਦਿਮਾਗ 'ਚ ਰੱਖਣੀ ਹੈ ਤਾਂ ਇਨਸੈਕਟਸ ਨੇ ਜਿਹੜੇ ਉਹ ਪੜ੍ਹਨੇ ਸੌਖੇ ਹੋ ਜਾਂਦੇ ਨੇ। ਹੁਣ ਪਹਿਲੀ ਕੈਟੇਗਰੀ ਹੈ ਜਿਹੜੀ ਇਨਸੈਕਟਸ ਦੀ, ਉਹ ਹੈ ਸਕਿੰਗ ਇਨਸੈਕਟਸ। ਸਕਿੰਗ ਇਨਸੈਕਟ, ਸਕਿੰਗ ਜਾਨੀ ਕਿ ਜਿਹੜੇ ਪੌਦੇ ਦੇ ਵਿੱਚੋਂ ਰਸ ਚੂਸਦੇ ਨੇ, ਜਿਹੜੇ ਪੌਦੇ ਦੇ ਵਿੱਚੋਂ ਰਸ ਚੂਸਦੇ ਨੇ। ਦੇਖੋ ਜੀ, ਕਈ ਐਸੇ ਹੁੰਦੇ ਨੇ ਜਿਹੜੇ ਕਿ ਰਸ ਚੂਸਣ ਦੇ ਨਾਲ ਨਾਲ ਪੌਦੇ ਦੇ ਵਿੱਚ ਇੱਕ ਗ੍ਰੀਨ ਪਿਗਮੈਂਟ ਹੁੰਦਾ ਜਿਸ ਨੂੰ ਆਪਾਂ ਕਲੋਰੋਫਿਲ ਕਹਿੰਦੇ ਹਾਂ। ਕਲੋਰੋਫਿਲ ਦੇ ਕਾਰਨ ਹੀ ਪੌਦੇ ਦਾ ਰੰਗ ਹੈ ਜਿਹੜਾ ਉਹ ਹਰਾ ਹੁੰਦਾ ਹੈ। ਐਂਡ ਦੂਜੀ ਚੀਜ਼, ਪੌਦੇ ਨੂੰ ਸਨਲਾਈਟ ਅਤੇ ਪਾਣੀ ਦੀ ਹੈਲਪ ਦੇ ਨਾਲ ਤੇ ਕਾਰਬਨ ਡਾਈਆਕਸਾਈਡ ਦੀ ਹੈਲਪ ਦੇ ਨਾਲ ਆਪਣਾ ਭੋਜਨ ਬਣਾਉਂਦਾ ਹੈ। ਪੌਦਾ ਜਿਹੜਾ ਹੈ ਪਾਣੀ ਦੀ ਹੈਲਪ ਨਾਲ, ਸਨਲਾਈਟ ਦੀ ਹੈਲਪ ਨਾਲ ਤੇ ਕਾਰਬਨ ਡਾਈਆਕਸਾਈਡ ਦੀ ਹੈਲਪ ਦੇ ਨਾਲ ਆਪਣਾ ਭੋਜਨ ਬਣਾਉਂਦਾ ਹੈ, ਜਿਹਨੂੰ ਆਪਾਂ ਫੋਟੋਸਿੰਥੇਸਿਸ ਪ੍ਰੋਸੈਸ ਬੋਲਦੇ ਹਾਂ, ਜਿਸ ਨੂੰ ਆਪਾਂ ਫੋਟੋਸਿੰਥੇਸਿਸ ਬੋਲਦੇ ਹਾਂ। ਛੋਟੀਆਂ ਕਲਾਸਿਸ 'ਚ ਤੁਸੀਂ ਪੜ੍ਹਿਆ ਹੋਏਗਾ ਫੋਟੋਸਿੰਥੇਸਿਸ। ਐਂਡ ਗ੍ਰੀਨ ਕਲਰ ਦਾ ਪਿਗਮੈਂਟ ਜਿਹਦਾ ਨਾਮ ਕੀ ਹੈ, ਕਲੋਰੋਫਿਲ। ਜਦੋਂ ਕੋਈ ਜਾਨਵਰ ਜਾਂ ਕੋਈ ਕੀੜਾ ਪੌਦੇ ਦੀ ਪੱਤਿਆਂ ਨੂੰ ਚੂਸਦਾ ਹੈ, ਪੱਤਿਆਂ ਦੇ ਵਿੱਚ ਇੱਕ ਮਤਲਬ ਗ੍ਰੀਨ ਪਿਗਮੈਂਟ ਨੂੰ ਚੂਸ ਲੈਂਦਾ ਹੈ, ਕਲੋਰੋਫਿਲ ਨੂੰ ਚੂਸ ਲੈਂਦਾ ਹੈ, ਕਲੋਰੋਫਿਲ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਪੱਤੇ ਦਾ ਰੰਗ ਹੈ ਜਿਹੜਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ, ਪੇਲ ਯੈਲੋ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਨੂੰ ਆਪਾਂ ਸਕਿੰਗ ਇਨਸੈਕਟਸ ਬੋਲਦੇ ਹਾਂ। ਇਹਦੇ ਨਾਲ ਫੋਟੋਸਿੰਥੇਸਿਸ ਪ੍ਰੋਸੈਸ ਦੇ ਉੱਤੇ ਵੀ ਕਾਫੀ ਨੁਕਸਾਨ ਹੁੰਦਾ ਹੈ। ਸੋ ਜਿਹੜੇ ਇਨਸੈਕਟਸ ਨੇ ਜਿਹੜੇ ਉਹ ਚੂਸਦੇ ਨੇ, ਰਸ ਚੂਸਦੇ ਨੇ, ਉਹ 4 ਤਰ੍ਹਾਂ ਦੇ ਨੇ ਅੱਗੇ। ਸਭ ਤੋਂ ਪਹਿਲੇ ਕੀ ਨੇ ਜੀ, ਜਸੈਦ, ਫਿਰ ਹੈਗੇ ਨੇ ਅਲਫਾਇਡਸ, ਫਿਰ ਤੀਜੀ ਹੈ ਜੀ ਚਿੱਟੀ ਮੱਖੀ ਜਿਹਨੂੰ ਆਪਾਂ ਵਾਈਟ ਫਲਾਈ ਕਹਿ ਦਿੰਦੇ ਆ, ਐਂਡ ਚੌਥੇ ਨੇ ਜੀ ਮੀਲੀ ਬੱਗ। ਇਹਨਾਂ ਦੀਆਂ ਫੋਟੋਜ਼ ਤੁਹਾਨੂੰ ਸਾਈਡ ਤੇ ਨਾਲ ਨਾਲ ਦਿਖ ਰਹੀਆਂ ਨੇ। ਜਿਹੜਾ ਜਸੈਦ ਹੁੰਦਾ, ਜਸੈਦ ਜਿਵੇਂ ਕਿ ਜਿਹੜਾ ਦਰਿਆਈ ਘੋੜਾ ਹੁੰਦਾ ਜਿਹਨੂੰ ਆਪਾਂ ਗ੍ਰਾਸ ਉੱਪਰ ਕਹਿ ਦਿੰਦੇ ਆ, ਉਸੇ ਤਰ੍ਹਾਂ ਦਾ ਹੈ, ਤਕਰੀਬਨ ਉਹਦੀ ਹੀ ਨਸਲ ਹੈ, ਜਿਹੜਾ ਕੀ ਕਰਦਾ ਹੈ, ਪੌਦਿਆਂ ਦੇ ਵਿੱਚੋਂ ਰਸ ਚੂਸ ਜਾਂਦਾ ਹੈ। ਇਹ ਕਪਾਹ ਨੂੰ, ਮੱਕੀ ਨੂੰ, ਕਣਕ ਨੂੰ, ਕਪਾਹ, ਮੱਕੀ, ਚਾਵਲ, ਅੰਬ, ਇਹ ਜਿਹੀਆਂ ਫਸਲਾਂ ਨੂੰ ਇਹ ਡੈਮੇਜ ਕਰਦਾ ਹੈ। ਤੁਸੀਂ ਨਾਮ ਯਾਦ ਕਰਨੇ ਨੇ ਸਿਰਫ ਔਰ ਸਿਰਫ ਕਿ ਜਿਹੜੇ ਇਨਸੈਕਟਸ ਨੇ ਜਿਹੜੇ ਸੱਕ ਕਰਦੇ ਨੇ, ਜਾਨੀ ਕਿ ਰਸ ਚੂਸਦੇ ਨੇ, ਉਹ ਕਿਹੜੇ ਕਿਹੜੇ ਨੇ, ਜਸੈਦ, ਅਲਫਾਇਡਸ, ਵਾਈਟ ਫਲਾਈ ਅਤੇ ਮਿਲੀ ਬੱਗ। ਇਹ 4 ਚੀਜ਼ਾਂ ਤੁਸੀਂ ਨਾਮ ਨੇ ਜਿਹੜੇ ਯਾਦ ਕਰਨੇ ਨੇ। ਔਰ ਇਹ ਚੀਜ਼ ਦੇਖਣੀ ਹੈ ਵੀ ਸਕਿੰਗ ਜਿਹੜੇ ਇਨਸੈਕਟਸ ਹੁੰਦੇ ਨੇ ਉਹ ਡੈਮੇਜ ਕਿਵੇਂ ਕਰਦੇ ਨੇ, ਉਹ ਕਲੋਰੋਫਿਲ ਖਤਮ ਕਰ ਦਿੰਦੇ ਨੇ ਔਰ ਫੋਟੋਸਿੰਥੇਸਿਸ ਦੇ ਪ੍ਰੋਸੈਸ ਦੇ ਉੱਤੇ ਇਫੈਕਟ ਕਰਦੇ ਨੇ। ਸੋ ਇਹ ਸੀਗੇ ਜੀ ਪਹਿਲੀ ਕੈਟੇਗਰੀ ਜਿਹਨਾਂ ਨੂੰ ਆਪਾਂ ਬੋਲਦੇ ਹਾਂ ਸਕਿੰਗ ਪੈਸਟ। ਦੂਜੀ ਚੀਜ਼ ਹੈ ਜੀ ਫਰੂਟ ਐਂਡ ਸ਼ੂਟ ਬੋਰਰਸ। ਫਰੂਟ ਐਂਡ ਸ਼ੂਟ ਬੋਰਰਸ ਦੇ ਬਾਰੇ ਡਿਸਕਸ ਕਰਾਂਗੇ। ਦੇਖੋ ਜੀ, ਜਿਹੜੇ ਇਨਸੈਕਟਸ ਨੇ ਜਿਹੜੇ ਉਹ ਪਲਾਂਟ ਦੇ ਰਾਹੀਂ ਅੰਦਰ ਚਲੇ ਜਾਣ ਜਾਂ ਕਿਸੇ ਫਰੂਟ ਦੇ ਅੰਦਰ ਚਲੇ ਜਾਣ, ਜਿਵੇਂ ਆਪਾਂ ਕਹਿੰਦੇ ਆ ਵੀ ਅਮਰੂਦ ਹੈ, ਜਦੋਂ ਵੀ ਅਮਰੂਦ ਖਾਣਾ ਚਾਹੀਦਾ ਉਹਨੂੰ ਵਿਚਾਲੂ ਤੋੜ ਕੇ ਖਾਣਾ ਚਾਹੀਦਾ ਤਾਂ ਕਿ ਪਹਿਲਾਂ ਚੈੱਕ ਕਰ ਲਓ ਵੀ ਉਹਦੇ ਵਿੱਚ ਕੀੜਾ ਨਾ ਲੱਗਿਆ ਹੋਵੇ। ਉਹ ਜਿਹੜੇ ਕੀੜੇ ਕਿਸੇ ਵੀ ਫਰੂਟ ਦੇ ਅੰਦਰ ਚਲੇ ਜਾਂਦੇ ਨੇ ਜਾਂ ਕਿਸੇ ਵੀ ਪਲਾਂਟ ਦੇ ਅੰਦਰ ਚਲੇ ਜਾਂਦੇ ਨੇ, ਉਹਨਾਂ ਨੂੰ ਆਪਾਂ ਬੋਰਰਸ ਬੋਲਦੇ ਹਾਂ। ਬੋਰਰਸ ਬੋਲਦੇ ਆ। ਇੱਕ ਹੁੰਦੇ ਨੇ ਸ਼ੂਟ ਬੋਰਰਸ, ਇੱਕ ਹੁੰਦੇ ਨੇ ਫਰੂਟ ਬੋਰਰਸ। ਜਿਹੜੇ ਫਰੂਟਸ ਦੇ ਅੰਦਰ ਚਲੇ ਜਾਂਦੇ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਆ, ਫਰੂਟ ਬੋਰਰਸ ਕਹਿ ਦਿੰਦੇ ਆ। ਐਂਡ ਜਿਹੜੇ ਕਿਸੇ ਵੀ ਪੌਦੇ ਦੀ ਜਿਹੜੀ ਟਾਹਣੀ ਹੁੰਦੀ ਹੈ, ਟਾਹਣੀਆਂ ਦੇ ਅੰਦਰ ਚਲੇ ਜਾਂਦੇ ਨੇ, ਉਹਨਾਂ ਨੂੰ ਆਪਾਂ ਬੋਲਦੇ ਆ ਸ਼ੂਟ ਬੋਰਰਸ। ਸੋ ਦੇਖਿਆ ਜਾਵੇ ਸ਼ੂਟ ਬੋਰਰਸ ਕੀ ਨੇ, ਇਹ ਟਾਹਣੀ ਨੂੰ, ਪੌਦੇ ਦੀ ਟਾਹਣੀ ਨੂੰ ਖਰਾਬ ਕਰ ਦਿੰਦੇ ਨੇ, ਉਹਨੂੰ ਡੈਡ ਕਰ ਦਿੰਦੇ ਨੇ, ਪੌਦਾ ਸੁੱਕ ਜਾਂਦਾ ਹੈ ਤੇ ਮਰ ਜਾਂਦਾ ਹੈ। ਇਸ ਚੀਜ਼ ਨੂੰ ਆਪਾਂ ਬੋਲਦੇ ਹਾਂ ਸ਼ੂਟ ਬੋਰਰਸ ਜਾਂ ਸਟੈਮੋ ਬੋਰਰਸ। ਜਿਵੇਂ ਕਿ ਇਹ ਕਿਹਨੂੰ ਅਫੈਕਟ ਕਰਦੇ ਨੇ, ਚਾਵਲਾਂ ਨੂੰ ਤੇ ਗੰਨੇ ਨੂੰ, ਠੀਕ ਹੈ ਜੀ, ਮੱਕੀ ਨੂੰ, ਇਹ ਚੀਜ਼ਾਂ ਨੂੰ ਇਹ ਡੈਮੇਜ ਕਰਦੇ ਹੈਗੇ ਨੇ। ਨੈਕਸਟ ਜੀ ਫਰੂਟ ਬੋਰਰਸ। ਫਰੂਟ ਬੋਰਰਸ ਉਹ ਹੁੰਦੇ ਨੇ ਜਿਹੜੇ ਫਰੂਟਸ ਨੂੰ ਜਾਂ ਵੈਜੀਟੇਬਲਸ ਨੂੰ ਖਰਾਬ ਕਰਦੇ ਨੇ। ਕੀੜਾ ਜਿਹੜਾ ਹੈ ਉਹ ਅੰਦਰਲੇ ਪਾਸੇ ਚਲਾ ਜਾਂਦਾ। ਜਿਵੇਂ ਤੁਸੀਂ ਸੁਣਦੇ ਹੋਵੋਗੇ ਗੋਭੀ ਦੇ ਵਿੱਚ ਸੁੰਡੀਆਂ ਹੁੰਦੀਆਂ ਨੇ, ਗੋਭੀ ਦੇ ਕੀੜੇ
ਜਾਂ ਬੈਂਗਣ ਦੇ ਵਿੱਚ ਕੀੜੇ ਹੁੰਦੇ ਨੇ, ਜਾਂ ਆਪਾਂ ਕਹਿ ਦਿੰਦੇ ਹਾਂ ਜਿਸ ਤਰ੍ਹਾਂ ਕਿ ਗਾਵਾ ਅਮਰੂਦ ਦੇ ਵਿੱਚ ਕੀੜਾ ਪੈ ਜਾਂਦਾ ਹੈ। ਇਹ ਕੀ ਨੇ ਜੀ? ਇਹ ਫਰੂਟ ਬੋਰਰਸ ਹੁੰਦੇ ਨੇ ਜਿਹੜੇ ਕਿ ਪੌਦੇ ਦੇ ਅੰਦਰ ਚਲੇ ਜਾਂਦੇ ਨੇ। ਠੀਕ ਹੈ ਜੀ। ਨੈਕਸਟ ਹੈ ਜੀ ਤੀਜੀ ਕੈਟੇਗਰੀ ਲੀਫ ਫੀਡਰਸ। ਲੀਫ ਫੀਡਰਸ ਕੀ ਹੁੰਦੇ ਨੇ? ਜਿਹੜੇ ਕਿ ਪੱਤੇ ਖਾਂਦੇ ਨੇ, ਜਿਹੜੇ ਪੱਤਿਆਂ ਦੇ ਉੱਤੇ ਅਟੈਕ ਕਰਦੇ ਨੇ। ਪੱਤਿਆਂ ਦੇ ਉੱਤੇ ਜਦੋਂ ਇਹ ਅਟੈਕ ਕਰਨਗੇ ਤਾਂ ਇਹਦੇ ਨਾਲ ਫੋਟੋਸਿੰਥੇਸਿਸ ਹੈ ਜਿਹੜੀ ਉਹ ਘਟੂਗੀ। ਔਰ ਕਲੋਰੋਫਿਲ, ਦੇਖੋ ਕਲੋਰੋਫਿਲ ਚੂਸ ਜਾਂਦੇ ਸੀਗੇ, ਉਹ ਕੌਣ ਸੀਗੇ? ਆਪਣੇ ਸਕਿੰਗ। ਐਂਡ ਇਹ ਕੀ ਨੇ? ਲੀਫ ਫੀਡਰ, ਜਿਹੜੇ ਪੌਦੇ ਖਾਂਦੇ ਨੇ ਜਾਂ ਪੌਦੇ ਜਿਹੜੇ ਪੱਤੇ ਕੱਟ ਦਿੰਦੇ ਨੇ, ਪੱਤੇ ਖਾ ਜਾਂਦੇ ਨੇ। ਸਭ ਤੋਂ ਪਹਿਲਾਂ ਇਹਦੇ ਵਿੱਚ ਵੀ ਦੋ ਕੈਟੇਗਰੀ ਬਣਾ ਦਿੱਤੀਆਂ ਗਈਆਂ, ਲੀਫ ਕਟਿੰਗ ਇਨਸੈਕਟਸ ਜਿਹੜੇ ਕਿ ਪੱਤੇ ਕੱਟ ਦਿੰਦੇ ਨੇ, ਐਂਡ ਦੂਜੀ ਕੈਟੇਗਰੀ ਹੈ ਲੀਫ ਮਾਈਨਿੰਗ ਇਨਸੈਕਟਸ। ਲੀਫ ਮਾਈਨਿੰਗ ਇਨਸੈਕਟਸ ਕੀ ਹੁੰਦੇ ਨੇ? ਜਿਵੇਂ ਕਿ ਜਿਹੜੀ ਗੋਭੀ ਵਾਲੀ ਸੁੰਡੀ ਹੁੰਦੀ ਹੈ, ਉਹਨਾਂ ਨੂੰ ਆਪਾਂ ਬੋਲਦੇ ਹਾਂ ਲੀਫ ਮਾਈਨਿੰਗ ਇਨਸੈਕਟਸ। ਉਹ ਇੱਕ ਸੁੰਡ ਜਿਹੜਾ ਹੁੰਦਾ ਹੈ ਉਹ ਆਪਣੇ ਆਪ ਨੂੰ ਮਲਟੀਪਲਾਈ ਕਰਦਾ ਰਹਿੰਦਾ ਹੈ ਔਰ ਪੂਰੀ ਦੀ ਪੂਰੀ ਜਿਹੜੀ ਮਤਲਬ ਗੋਭੀ ਹੁੰਦੀ ਹੈ ਉਹਦੇ ਵਿੱਚ ਫੈਲ ਜਾਂਦਾ ਹੈ। ਇਸ ਚੀਜ਼ ਨੂੰ ਆਪਾਂ ਬੋਲਦੇ ਹਾਂ ਲੀਫ ਮਾਈਨਿੰਗ ਇਨਸੈਕਟਸ। ਜਿਵੇਂ ਆਪਾਂ ਪੱਤ ਗੋਭੀ ਕਹਿ ਦਿੰਦੇ ਹਾਂ ਜਾਂ ਫੁੱਲ ਗੋਭੀ ਕਹਿ ਦਿੰਦੇ ਹਾਂ, ਉਹਨਾਂ ਦੇ ਵਿੱਚ ਜਿਹੜਾ ਇਨਸੈਕਟ ਹੁੰਦਾ, ਕੀੜਾ ਹੁੰਦਾ, ਉਹਨੂੰ ਲੀਫ ਮਾਈਨਿੰਗ ਇਨਸੈਕਟ ਕਹਿ ਦਿੰਦੇ ਹਾਂ। ਦੇਖੋ ਜੀ ਆਪਾਂ ਤਿੰਨ ਕੈਟੇਗਰੀਆਂ ਪੜ੍ਹ ਚੁੱਕੇ ਹਾਂ। ਪਹਿਲੀ ਕੈਟੇਗਰੀ ਉਹ ਸੀ ਜਿਹੜੇ ਕਿ ਪਲਾਂਟ ਸੱਕ ਕਰਦੇ ਨੇ, ਰਸ ਚੂਸਦੇ ਨੇ ਪਲਾਂਟ ਦਾ। ਦੂਜੀ ਚੀਜ਼ ਜਿਹੜੇ ਕਿ ਪੌਦੇ ਦੇ ਅੰਦਰ ਚਲੇ ਜਾਂਦੇ ਨੇ ਜਾਂ ਫਰੂਟ ਦੇ ਅੰਦਰ ਚਲੇ ਜਾਂਦੇ ਨੇ ਜਾਂ ਪੌਦੇ ਦੀਆਂ ਟਾਹਣੀਆਂ ਦੇ ਉੱਤੇ ਅਟੈਕ ਕਰਦੇ ਨੇ। ਤੀਜੇ ਜਿਹੜੇ ਪੱਤਿਆਂ ਦੇ ਉੱਤੇ ਅਟੈਕ ਕਰਦੇ ਨੇ, ਪੱਤੇ ਖਾ ਜਾਂਦੇ ਨੇ। ਐਂਡ ਚੌਥੀ ਚੀਜ਼ ਆਪਾਂ ਪੜ੍ਹਨ ਲੱਗਦੇ ਹਾਂ ਜਿਹੜੀ ਕਿ ਜੜ੍ਹਾਂ ਨੂੰ ਖਾਂਦੇ ਨੇ, ਜੜ੍ਹਾਂ ਦੇ ਉੱਤੇ ਅਟੈਕ ਕਰਦੇ ਨੇ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਰੂਟ ਫੀਡਰਸ ਬੋਲਦੇ ਹਾਂ। ਜਿਨ੍ਹਾਂ ਨੂੰ ਆਪਾਂ ਕੀ ਬੋਲਦੇ ਹਾਂ? ਰੂਟ ਫੀਡਰਸ। ਹੁਣ ਮੇਰਾ ਕੁਐਸਚਨ ਇਹ ਹੈ ਜੀ, ਜਿਹੜੇ ਰੂਟ ਫੀਡਰਸ ਹੁੰਦੇ ਨੇ, ਰੂਟ ਫੀਡਿੰਗ ਇਨਸੈਕਟਸ ਹੁੰਦੇ ਨੇ, ਉਹ ਕਿੱਥੇ ਹੁੰਦੇ ਨੇ? ਕਿਹੜੀ ਲੇਅਰ 'ਚ ਹੁੰਦੇ ਨੇ? ਕਿਹੜੇ ਹੋਰੀਜ਼ਨ 'ਚ ਹੁੰਦੇ ਨੇ? ਦੇਖੋ ਜੀ ਜਿੱਥੇ ਜਿੱਥੇ ਪੌਦੇ ਦੀਆਂ ਜੜ੍ਹਾਂ ਹੁੰਦੀਆਂ ਨੇ, ਪੌਦੇ ਦੀਆਂ ਜੜ੍ਹਾਂ ਕਿੱਥੇ ਕਿੱਥੇ ਹੁੰਦੀਆਂ ਨੇ? ਏ ਲੇਅਰ ਦੇ ਵਿੱਚ ਜਾਂ ਬੀ ਲੇਅਰ ਦੇ ਵਿੱਚ। ਤਾਂ ਉੱਥੇ ਤੱਕ ਜਿਹੜੇ ਕੀੜੇ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਰੂਟ ਫੀਡਰਸ ਬੋਲਦੇ ਹਾਂ। ਹੁਣ ਜਿਹੜੇ ਖਾਣਗੇ ਪੱਤੇ ਉਹਨਾਂ ਨੂੰ ਆਪਾਂ ਲੀਫ ਫੀਡਰਸ ਬੋਲਾਂਗੇ। ਹੁਣ ਜਿਹੜਾ ਪੱਤਾ ਲੱਗਿਆ ਹੋਇਆ ਹੈ, ਪੱਤਾ ਤਾਂ ਆਪਣੀ ਓ ਹੋਰੀਜ਼ਨ ਤੇ ਉੱਤੇ ਲੱਗਿਆ ਹੋਇਆ ਨਾ। ਜਿਹੜਾ ਫਰੂਟ ਲੱਗਿਆ ਹੁੰਦਾ ਹੈ ਜਾਂ ਟਾਹਣੀਆਂ ਹੁੰਦੀਆਂ ਉਹ ਵੀ ਓ ਹੋਰੀਜ਼ਨ ਤੇ ਹੁੰਦੀਆਂ ਨੇ। ਐਂਡ ਜਿਹੜੇ ਸੱਕ ਕਰਦੇ ਨੇ ਪਲਾਂਟਸ, ਪੌਦੇ ਨੂੰ ਸੱਕ ਕਰਦੇ ਨੇ, ਉਹ ਵੀ ਓ ਹੋਰੀਜ਼ਨ ਤੇ ਉੱਤੇ ਜਿਹੜਾ ਆਪਾਂ ਨੂੰ ਪਲਾਂਟ ਦਿਖਦਾ ਹੁੰਦਾ ਉਹਨੂੰ ਹੀ ਸੱਕ ਕਰਦੇ ਨੇ। ਤਾਂ ਇੰਪੋਰਟੈਂਟ ਚੀਜ਼ ਕੀ ਹੈ? ਜਿਹੜੀਆਂ ਪਹਿਲੀਆਂ ਤਿੰਨ ਕੈਟੇਗਰੀਜ਼ ਨੇ, ਪਹਿਲੀਆਂ ਤਿੰਨ ਕੈਟੇਗਰੀਜ਼ ਯਾਨੀ ਕਿ ਸਕਿੰਗ ਇਨਸੈਕਟਸ, ਫਰੂਟ ਐਂਡ ਸ਼ੂਟ ਬੋਰਰਸ ਐਂਡ ਲੀਫ ਫੀਡਰਸ, ਇਹ ਤਿੰਨੇ ਦੇ ਤਿੰਨੇ ਓ ਹੋਰੀਜ਼ਨ ਦੇ ਉੱਤੇ ਅਟੈਕ ਕਰਦੇ ਨੇ। ਐਂਡ ਜਿਹੜਾ ਲਾਸਟ ਹੈ ਰੂਟ ਫੀਡਰ ਹੈ ਜਿਹੜਾ, ਉਹ ਬੀ ਹੋਰੀਜ਼ਨ ਅਤੇ ਏ ਹੋਰੀਜ਼ਨ ਅਤੇ ਬੀ ਹੋਰੀਜ਼ਨ ਦੇ ਉੱਤੇ ਅਟੈਕ ਕਰਦਾ ਹੈ। ਕਿਸਾਨ ਨੇ ਫਸਲ ਲਗਾਈ, ਫਸਲ ਹੋ ਗਈ, ਫਸਲ ਹੋਣ ਤੋਂ ਬਾਅਦ ਜਦੋਂ ਕਿਸਾਨ ਹੈ ਜਿਹੜਾ ਉਹ ਆਪਣੀ ਫਸਲ ਨੂੰ ਜਾਂ ਦਾਣਿਆਂ ਨੂੰ ਸਟੋਰ ਕਰਦਾ ਹੈ, ਤਾਂ ਸਟੋਰ ਕਰਨ ਤੋਂ ਬਾਅਦ ਵੀ ਕਈ ਵਾਰ ਉਹਨੂੰ ਕੀੜੀ ਲੱਗ ਜਾਂਦੀ ਹੈ, ਜਿਹਨੂੰ ਆਪਾਂ ਸੁਸਰੀ ਕਹਿ ਦਿੰਦੇ ਹਾਂ ਵੀ ਸੁਸਰੀ ਲੱਗ ਜਾਂਦੀ ਹੈ ਜਾਂ ਹੋਰ ਕੀੜਾ ਲੱਗ ਜਾਂਦਾ ਕੋਈ। ਤਾਂ ਕਿਹੜੇ ਕਿਹੜੇ ਤਰ੍ਹਾਂ ਦੇ ਕੀੜੇ ਨੇ ਜਿਹੜੇ ਕਿ ਸਟੋਰਡ ਗ੍ਰੇਨਸ ਦੇ ਉੱਤੇ ਲੱਗਦੇ ਨੇ, ਯਾਨੀ ਕਿ ਜਿਹੜੇ ਸੰਭਾਲੇ ਹੋਏ ਦਾਣੇ ਹੁੰਦੇ ਨੇ ਉਹਨਾਂ ਦੇ ਉੱਤੇ ਲੱਗਦੇ ਨੇ। ਸਭ ਤੋਂ ਪਹਿਲਾਂ ਜੀ ਗ੍ਰੇਨ ਮੋਥਸ। ਗ੍ਰੇਨ ਮੋਥ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ, ਠੀਕ ਹੈ ਜੀ, ਇਹ ਨੇ ਗ੍ਰੇਨ ਮੋਥ। ਜਿਵੇਂ ਕਣਕ ਦੇ ਉੱਤੇ ਸੁਸਰੀ ਪੈ ਜਾਂਦੀ ਹੈ, ਇਹ ਕੀ ਕਰਦੇ ਨੇ ਜੀ? ਇਹ ਜਿਹੜੀ ਫਸਲ ਖੜੀ ਹੁੰਦੀ ਹੈ, ਜਦੋਂ ਕਣਕ ਹੈ ਜਿਹੜੀ ਉਹ ਖੇਤਾਂ ਦੇ ਵਿੱਚ ਖੜੀ ਹੁੰਦੀ ਹੈ, ਇਸ ਕਣਕ ਦੇ ਉੱਤੇ ਹੈਡ ਦੇ ਉੱਤੇ ਕੀ ਕਰ ਦਿੰਦੇ ਨੇ? ਅੰਡਾ ਦੇ ਦਿੰਦੇ ਨੇ। ਇੱਥੇ ਅੰਡਾ ਦੇ ਦਿੰਦੇ ਨੇ। ਅੰਡਾ ਦੇਣ ਤੋਂ ਬਾਅਦ ਜਦੋਂ ਕਿਸਾਨ ਉਹਦੀ ਥ੍ਰੈਸ਼ਿੰਗ ਕਰ ਲੈਂਦਾ, ਯਾਨੀ ਕਿ ਵਾਢੀ ਕਰ ਲੈਂਦਾ ਔਰ ਦਾਣੇ ਨੇ ਜਿਹੜੇ ਉਹ ਅਲੱਗ ਕਰ ਲੈਂਦਾ ਹੈ, ਉਹਨਾਂ ਨੂੰ ਸਟੋਰ ਕਰ ਦਿੰਦਾ ਹੈ। ਉਸ ਤੋਂ ਬਾਅਦ ਜਿਹੜੇ ਆਂਡੇ ਦਿੱਤੇ ਹੋਏ ਹੁੰਦੇ ਨੇ ਇਸਨੇ, ਇਹ ਆਂਡਿਆਂ ਦੇ ਵਿੱਚੋਂ ਲਾਰਵਾ ਨਿਕਲਦਾ। ਲਾਰਵਾ ਦੇ ਉੱਤੋਂ ਪਿੱਪਲ ਬਣਦਾ ਹੈ। ਪਿੱਪਲ ਜਾ ਕੇ ਅੱਗੇ ਕੀ ਕਰਦਾ? ਅਡਲਟ ਬਣ ਜਾਂਦਾ ਹੈ। ਔਰ ਸੁਸਰੀ ਇੱਕ ਸੁਸਰੀ ਨਹੀਂ ਰਹਿੰਦੀ, ਇੱਕ ਸੁਸਰੀ ਤੋਂ ਪਤਾ ਨਹੀਂ ਕਿੰਨੀਆਂ ਕੁ ਸੁਸਰੀਆਂ ਬਣ ਜਾਂਦੀਆਂ। ਇਸ ਚੀਜ਼ ਨੂੰ ਆਪਾਂ ਬੋਲਦੇ ਹਾਂ ਗ੍ਰੇਨ ਮੋਥਸ। ਦੂਜੀ ਚੀਜ਼ ਹੈ ਜੀ ਆਪਣੇ ਕੋਲੇ ਗ੍ਰੇਨ ਵੀਵਲਸ। ਗ੍ਰੇਨ ਵੀਵਲਸ ਇਸ ਤਰ੍ਹਾਂ ਦੀ ਕਾਲੇ ਰੰਗ ਦੀ ਮੱਕੜੀ ਹੁੰਦੀ ਹੈ ਜਿਹੜੀ ਕਿ ਤੁਹਾਨੂੰ ਡਾਇਗਰਾਮ ਦੇ ਵਿੱਚ ਦਿਖ ਰਹੀ ਹੈ। ਇਹ ਚਾਵਲਾਂ ਨੂੰ ਖਰਾਬ ਕਰਦੀ ਹੈ। ਇਹ ਵੀ ਚਾਵਲਾਂ ਦੇ ਵਿੱਚ ਅੰਡਾ ਦੇ ਦਿੰਦੀ ਹੈ ਔਰ ਉਸ ਤੋਂ ਬਾਅਦ ਇਹਦਾ ਅੰਡਾ ਲਾਰਵਾ ਬਣ ਜਾਂਦਾ ਹੈ। ਲਾਰਵਾ ਬਣਨ ਤੋਂ ਬਾਅਦ ਪੀਪਾ ਬਣ ਜਾਂਦਾ ਹੈ। ਪੀਪਾ ਬਣਨ ਤੋਂ ਬਾਅਦ ਇਹ ਵੀ ਅਡਲਟ ਦਾ ਰੂਪ ਲੈ ਲੈਂਦਾ ਔਰ ਇੱਕ ਦੂਜੇ ਆਪਸ ਚ ਮਲਟੀਪਲਾਈ ਹੁੰਦੇ ਰਹਿੰਦੇ ਨੇ। ਦੇਖੋ ਕੋਈ ਵੀ ਆਪਣਾ ਜਿਹੜਾ ਇਨਸੈਕਟ ਹੈ ਉਹ ਜਾਂ ਤਾਂ ਕੀ ਕਰੂਗਾ,
ਜੜ ਨੂੰ ਖਰਾਬ ਕਰੂਗਾ ਜਾਂ ਕੀ ਕਰੂਗਾ, ਜਿਹੜਾ ਸਟੋਰਡ ਗ੍ਰੇਨਸ ਨੇ, ਜਿਹੜੇ ਦਾਣੇ ਨੇ, ਉਹਨਾਂ ਦੇ ਵਿੱਚ ਕੀ ਕਰੂਗਾ, ਮਾਰ ਮਾਰ ਕੇ ਚੁੰਝਾਂ ਖਾ ਖਾ ਕੇ ਉਹਨਾਂ ਨੂੰ ਖੋਖਲਾ ਕਰ ਦਿੰਦਾ। ਆਪਾਂ ਕਹਿੰਦੇ ਜਿਵੇਂ ਦਾਲ ਲੱਗੀ ਹੋਈ ਦਾ ਮਤਲਬ ਕੀ ਹੁੰਦਾ ਜੀ, ਉਹਦੇ ਵਿੱਚ ਸੁੰਡੀ ਪੈ ਗਈ ਜਾਂ ਉਹਦੇ ਵਿੱਚ ਕੋਈ ਸੁਸਰੀ ਆ ਗਈ ਜਾਂ ਤਾਂ ਉਹਦੇ ਉੱਤੇ ਕੋਈ ਨਾ ਕੋਈ ਇਨਸੈਕਟ ਦਾ ਅਟੈਕ ਹੋ ਗਿਆ। ਨੈਕਸਟ ਆਪਣੇ ਕੋਲ ਤੀਜੀ ਚੀਜ਼ ਹੈ ਜੀ ਬੀਟਲਸ ਯਾਨੀ ਕਿ ਭਮੱਕੜ ਜਿਹੜੇ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ, ਇਹਨਾਂ ਨੂੰ ਆਪਾਂ ਖਰਪਾ ਵੀ ਬੋਲ ਦਿੰਦੇ ਆ, ਇਹ ਕੀ ਹੈ, ਬਹੁਤ ਜ਼ਿਆਦਾ ਡਿਸਟਰਕਟਿਵ ਪੈਸਟ ਹੈ ਸਟੋਰਡ ਗ੍ਰੇਨ ਵਾਸਤੇ। ਯੈਲੋ ਜੇ ਹੇਅਰ ਰੰਗ ਦੀ ਬੋਡੀ ਹੁੰਦੀ ਹੈ ਇਸ ਦੀ, ਜਿਵੇਂ ਆਪਾਂ ਆਮ ਨਾਰਮਲ ਕਾਕਰੋਚ ਵਗੈਰਾ ਦੇਖਦੇ ਆ, ਇਹ ਉਸ ਤੋਂ ਥੋੜਾ ਜਿਹਾ ਉਹਦੇ ਵਰਗਾ ਹੀ ਹੁੰਦਾ ਹੈ। ਇਹ ਵੀ ਮਤਲਬ ਪੂਰੇ ਦੇ ਪੂਰੇ ਜਿਹੜੇ ਦਾਣੇ ਨੇ ਉਹਨਾਂ ਨੂੰ ਖਰਾਬ ਕਰ ਦਿੰਦਾ ਹੈ। ਐਂਡ ਚੌਥੀ ਚੀਜ਼ ਜਿਹੜੀ ਦਾਲਾਂ ਦੇ ਵਿੱਚ ਸੁੰਡੀਆਂ ਪੈ ਜਾਂਦੀਆਂ ਨੇ, ਜਿਹਨੂੰ ਆਪਾਂ ਪੰਜਾਬੀ ਚ ਧੋਰਾ ਕਹਿ ਦਿੰਦੇ ਹਾਂ। ਜਦੋਂ ਦਾਲ ਨੂੰ ਕੋਈ ਸੁੰਡੀ ਲੱਗਦੀ ਹੈ ਆਪਾਂ ਕੀ ਕਹਿੰਦੇ ਨੇ, ਧੋਰਾ ਪੈ ਗਿਆ। ਤਾਂ ਇਹ ਵੀ ਕੀ ਹੈ ਜੀ, ਸਟੋਰਡ ਪਲਸਿਸ ਦੇ ਉੱਤੇ, ਦਾਲਾਂ ਦੇ ਉੱਤੇ ਇਹ ਆਪਣੇ ਅੰਡੇ ਦੇ ਦਿੰਦੇ ਨੇ। ਅੰਡੇ ਦੇਣ ਤੋਂ ਬਾਅਦ ਇਹਨਾਂ ਦਾ ਲਾਰਵਾ ਬਣਦਾ, ਲਾਰਵਾ ਤੋਂ ਬਾਅਦ ਫਿਰ ਇਹਨਾਂ ਦਾ ਪਿਊਪਲ ਬਣਦਾ, ਪਿਊਪਲ ਤੋਂ ਬਾਅਦ ਫਿਰ ਇਹ ਮਲਟੀਪਲਾਈ ਕਰਦੇ ਰਹਿੰਦੇ ਹੈਗੇ। ਸੋ ਇਹ ਸੀ ਜੀ 4 ਤਰ੍ਹਾਂ ਦੀਆਂ ਸੁੰਡੀਆਂ ਜਿਹੜੀਆਂ ਕਿ ਭਮੱਕੜੀਆਂ ਭੁੰਡੀਆਂ ਜਿਹੜੀਆਂ ਕਿ ਆਪਣੇ ਸਟੋਰ ਕੀਤੇ ਹੋਏ ਦਾਣਿਆਂ ਨੂੰ ਡੈਮੇਜ ਕਰਦੀਆਂ ਹਨ। ਨੈਕਸਟ ਹੁਣ ਆਪਾਂ ਪੜ੍ਹਨ ਲੱਗੇ ਜੀ ਕ੍ਰੌਪ ਦੇ ਡਿਜ਼ੀਜ਼ਸ ਨੂੰ 3 ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ, ਯਾਨੀ ਕਿ ਜਿਹੜੀਆਂ ਫਸਲਾਂ ਨੂੰ ਬਿਮਾਰੀਆਂ ਲੱਗਦੀਆਂ ਨੇ। ਇੱਕ ਤਾਂ ਹੁੰਦੀ ਹੈ ਫੰਗਲ ਡਿਜ਼ੀਜ਼, ਜਿਹਨੂੰ ਆਪਾਂ ਉੱਲੀ ਕਹਿ ਦਿੰਦੇ ਆ, ਫੰਗਲ ਡਿਜ਼ੀਜ਼ਸ। ਇੱਕ ਹੁੰਦਾ ਜੀ ਬੈਕਟੀਰੀਆ, ਯਾਨੀ ਕਿ ਇੱਕ ਕੀੜਾ ਲੱਗ ਗਿਆ ਕਿਸੇ ਵੀ ਚੀਜ਼ ਨੂੰ। ਔਰ ਤੀਜੀ ਚੀਜ਼ ਹੈ ਜੀ ਵਾਇਰਲ ਡਿਜ਼ੀਜ਼, ਵਾਇਰਲ ਯਾਨੀ ਕਿ ਕੋਈ ਇਨਫੈਕਸ਼ਨ ਦੇ ਕਾਰਨ ਜਾਂ ਕੋਈ ਵੀ ਮਤਲਬ ਤਰ੍ਹਾਂ ਦੇ ਨਾਲ ਵਾਇਰਸ, ਜਿਸ ਤਰ੍ਹਾਂ ਆਪਾਂ ਹਿਊਮਨ ਬੀਇੰਗ ਨੂੰ ਵਾਇਰਸ ਹੋ ਜਾਂਦਾ ਹੈ, ਇਸੇ ਤਰ੍ਹਾਂ 3 ਕੈਟਾਗਰੀਜ਼ ਦੇ ਵਿੱਚ ਪੌਦਿਆਂ ਦੀਆਂ ਜਿਹੜੇ ਕ੍ਰੌਪਸ ਨੇ ਜਿਹੜੇ ਉਹਨਾਂ ਦੀਆਂ ਡਿਜ਼ੀਜ਼ਸ ਨੂੰ ਡਿਸਟਿੰਗੁਇਸ਼ ਕੀਤਾ ਗਿਆ। ਸਭ ਤੋਂ ਪਹਿਲਾਂ ਫੰਗਲ ਦੀ ਗੱਲ ਕੀਤੀ ਜਾਵੇ ਤਾਂ ਫੰਗਲ ਜਿਹਨੂੰ ਆਪਾਂ ਉੱਲੀ ਕਹਿ ਦਿੰਦੇ ਆ, 4 ਤਰ੍ਹਾਂ ਦੇ ਡਿਜ਼ੀਜ਼ ਹੁੰਦੇ ਨੇ ਉੱਲੀ ਨਾਲ। ਸਭ ਤੋਂ ਪਹਿਲਾਂ ਹੈਗਾ ਜੀ ਬਲਾਈਟ ਡਿਜ਼ੀਜ਼, ਦੂਜਾ ਹੈਗਾ ਜੀ ਆਪਣਾ ਸੀਡ ਰੌਟ, ਤੀਜਾ ਹੈਗਾ ਸਮੱਟ, ਐਂਡ ਚੌਥਾ ਹੈਗਾ ਆਪਣੇ ਕੋਲੇ ਵਾਈਟ ਰਸਟ, ਜਿਹੜੀ ਚਿੱਟੀ ਉੱਲੀ ਜਿਹਨੂੰ ਆਪਾਂ ਕਹਿੰਦੇ ਆ ਵਾਈਟ ਰਸਟ। ਠੀਕ ਹੈ ਜੀ, ਇਹ ਅਲੱਗ-ਅਲੱਗ ਚੀਜ਼ਾਂ ਦੇ ਉੱਤੇ ਅਲੱਗ-ਅਲੱਗ ਇਹ ਆਪਣੇ ਸਿੰਪਟਮਸ ਦਿੰਦੀਆਂ ਨੇ ਔਰ ਅਲੱਗ-ਅਲੱਗ ਇਹ ਕ੍ਰੌਪਸ ਨੂੰ ਡੈਮੇਜ ਕਰਦੀਆਂ ਨੇ। ਤੁਸੀਂ ਨਾਮ ਯਾਦ ਰੱਖਣੇ ਨੇ ਕਿ ਕਿਹੜਾ ਡਿਜ਼ੀਜ਼ ਹੈ ਫੰਗਲ ਡਿਜ਼ੀਜ਼ ਹੁੰਦਾ ਹੈ, ਕਿਹੜਾ ਡਿਜ਼ੀਜ਼ ਹੈ ਜਿਹੜਾ ਉਹ ਵਾਇਰਲ ਡਿਜ਼ੀਜ਼ ਹੁੰਦਾ ਹੈ, ਕਿਹੜਾ ਆਪਣਾ ਜਿਹੜਾ ਡਿਜ਼ੀਜ਼ ਹੈ ਜਿਹੜਾ ਉਹ ਬੈਕਟੀਰੀਅਲ ਡਿਜ਼ੀਜ਼ ਹੁੰਦਾ ਹੈ। ਤੋਂ ਜ਼ਿਆਦਾਤਰ ਜਿਹੜਾ ਬਲਾਈਟ ਹੈ ਉਹ ਆਲੂ ਨੂੰ ਜਾਂ ਰਾਈਸ ਨੂੰ, ਮੂੰਗੀ ਦੀ ਦਾਲ ਨੂੰ ਜਾਂ ਹੋਰ ਕ੍ਰੌਪਸ ਨੂੰ ਜਿਹੜਾ ਉਹ ਖਰਾਬ ਕਰਦਾ ਹੈ। ਐਂਡ ਜਿਹੜਾ ਸੀਡ ਰੌਟ ਹੈ ਉਹ ਆਪਣਾ ਖਰਾਬ ਕਰਦਾ ਹੈ ਮੇਜ ਯਾਨੀ ਕਿ ਮੱਕੀ ਨੂੰ, ਰਾਈਸ ਨੂੰ ਤੇ ਹੋਰ ਵੈਜੀਟੇਬਲਸ ਨੂੰ ਖਰਾਬ ਕਰਦਾ ਹੈ। ਤੀਜੀ ਚੀਜ਼ ਆਪਣੇ ਕੋਲੇ ਸਮੱਟ, ਜਿਹੜਾ ਸਮੱਟ ਹੈ ਉਹ ਵੀ ਆਪਣੀ ਵੀਟ ਔਰ ਰਾਈਸ ਨੂੰ ਖਰਾਬ ਕਰਦਾ ਹੈ। ਐਂਡ ਲਾਸਟ ਚੀਜ਼ ਮਟਰਾਂ ਦੇ ਵਿੱਚ ਜਿਹੜੀ ਆਪਣੀ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਜਾਂ ਬੇਰਾਂ ਦੇ ਵਿੱਚ ਜਿਹੜਾ ਅਟੈਕ ਹੁੰਦਾ ਕਿਸੇ ਵੀ ਇਨਸੈਕਟ ਦਾ, ਉਹਦੇ ਵਿੱਚ ਜਿਹੜੀ ਉੱਲੀ ਲੱਗਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਵਾਈਟ ਰਸਟ ਬੋਲਦੇ ਹਾਂ। ਸੋ 4 ਤਰ੍ਹਾਂ ਦੀ ਉੱਲੀ ਹੁੰਦੀ ਹੈ ਜਿਹੜੀ ਕਿ ਡਿਫਰੈਂਟ ਪੌਦਿਆਂ ਨੂੰ ਆਪਣੇ ਖਰਾਬ ਕਰਦੀ ਹੈ। ਨੈਕਸਟ ਡਿਜ਼ੀਜ਼ ਨੇ ਜਿਹੜੇ ਬੈਕਟੀਰੀਅਲ ਔਰ ਫੰਗਲ ਦੇ ਵਿੱਚ 2 ਚੀਜ਼ਾਂ ਕਾਮਨ ਨੇ, ਜਿਹੜਾ ਬਲਾਈਟ ਸੀਗਾ ਐਂਡ ਇੱਕ ਨੈਕਸਟ ਕੈਟਾਗਰੀ ਹੈਗੀ ਸਟੈਮ ਰੂਟ ਡਿਜ਼ੀਜ਼। ਇਹਦੇ ਵਿੱਚ ਕਾਮਨ ਕੀ ਆ ਗਿਆ, ਬਲਾਈਟ ਕੀ ਹੈ, ਫੰਗਲ ਵੀ ਹੈ, ਬਲਾਈਟ ਕੀ ਹੈ, ਬੈਕਟੀਰੀਅਲ ਵੀ ਹੈ। ਜਿਸ ਤਰ੍ਹਾਂ ਹਿਊਮਨ ਬੀਇੰਗ ਨੂੰ ਟਾਈਫਾਇਡ ਹੋ ਜਾਂਦਾ ਹੈ ਜਾਂ ਟਿਊਬਰਕਲੋਸਿਸ ਹੋ ਜਾਂਦਾ ਹੈ, ਇਹ ਬੈਕਟੀਰੀਆ ਦਾ ਅਟੈਕ ਹੁੰਦਾ ਹੈ। ਉਸੇ ਤਰ੍ਹਾਂ ਪਲਾਂਟ ਦੇ ਉੱਤੇ ਵੀ ਬਹੁਤ ਸਾਰੇ ਬੈਕਟੀਰੀਆਸ ਨੇ ਜਿਹੜੇ ਉਹ ਅਟੈਕ ਕਰਦੇ ਨੇ। ਸਭ ਤੋਂ ਪਹਿਲਾ ਬੈਕਟੀਰੀਆ ਕੀ ਹੈ, ਬਲਾਈਟ। ਪੰਜਾਬ ਦੇ ਵਿੱਚ ਜ਼ਿਆਦਾਤਰ ਇਹ ਬਿਮਾਰੀ ਹੈ ਜਿਹੜੀ ਚਾਵਲਾਂ ਦੇ ਉੱਤੇ ਜਾਂ ਜਿਹੜੀਆਂ ਖਰੀਫ ਕ੍ਰੌਪਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਦੇਖਣ ਨੂੰ ਪਾਈ ਜਾਂਦੀ ਹੈ। ਹਰੇ ਰੰਗ ਦੀਆਂ, ਯੈਲੋ ਰੰਗ ਦੀਆਂ ਸਟ੍ਰਿਪਸ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਪੱਤਿਆਂ ਦੇ ਉੱਤੇ, ਇਹਨਾਂ ਨੂੰ ਆਪਾਂ ਬੋਲਦੇ ਹਾਂ ਬਲਾਈਟ। ਨੈਕਸਟ ਹੈ ਜੀ ਸਟੈਮ ਰੂਟ ਜਾਂ ਲੀਫ ਰੂਟ ਡਿਜ਼ੀਜ਼। ਸਟੈਮ ਰੂਟ ਯਾਨੀ ਕਿ ਜਿਹੜੇ ਟਾਹਣੀਆਂ ਦੇ ਉੱਤੇ ਅਟੈਕ ਕਰਦੇ ਨੇ, ਜਾਂ ਲੀਫ ਸਪੋਟ। ਕਈ ਵਾਰ ਤੁਸੀਂ ਦੇਖਿਆ ਹੋਊਗਾ ਪੱਤੇ ਨੇ ਜਿਹੜੇ ਉਹ ਹੋਰ ਹੀ ਤਰ੍ਹਾਂ ਦੇ ਹੋਣ ਲੱਗ ਜਾਂਦੇ ਨੇ, ਵਾਟਰ ਸੋਕਡ ਸਪੋਟ, ਉਹਨਾਂ ਦੇ ਉੱਤੇ ਜਿਵੇਂ ਪਾਣੀ ਦੇ ਨਾ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਨੇ ਪਲਾਂਟਸ ਦੇ ਉੱਤੇ। ਇਹਨਾਂ ਨੂੰ ਸਟੈਮ ਰੂਟ ਜਾਂ ਲੀਫ ਸਪੋਟ ਡਿਜ਼ੀਜ਼ਸ ਹੈ ਜਿਹੜੇ ਉਹ ਬੋਲਿਆ ਜਾਂਦਾ ਹੈ। 2 ਕੈਟਾਗਰੀਆਂ ਬੈਕਟੀਰੀਅਲ ਦੀਆਂ ਹੋ ਗਈਆਂ। ਐਂਡ ਲਾਸਟ 2 ਬੈਕਟੀਰੀਅਲ ਤੋਂ ਬਾਅਦ ਮੈਂ 2 ਕੈਟਾਗਰੀਜ਼ ਤੁਹਾਨੂੰ ਦੱਸਣ ਲੱਗਿਆ ਵਾਇਰਲ ਡਿਜ਼ੀਜ਼ਸ ਦੀਆਂ। ਜਿਵੇਂ ਹਿਊਮਨ ਬੀਇੰਗ ਦੇ ਵਿੱਚ ਵਾਇਰਸ ਸਭ ਤੋਂ ਜ਼ਿਆਦਾ ਖਤਰਨਾਕ ਵਾਇਰਸ ਏਡਜ਼ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਇੱਕ ਜਿਹੜੀ ਮੱਖੀ ਹੁੰਦੀ ਹੈ, ਚਿੱਟੀ ਮੱਖੀ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਵਾਈਟ ਸੁੰਡੀ ਜਿਹੜੀ ਚਿੱਟੇ ਰੰਗ ਦੀ ਫਲਾਈ ਹੁੰਦੀ ਹੈ, ਇਹ ਵਾਇਰਸ ਫੈਲਾਉਂਦੀ ਹੈ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ, ਇੱਕ ਪੱਤੇ ਤੋਂ ਦੂਜੇ ਪੱਤੇ ਤੱਕ। ਇਹ ਬਹੁਤ ਜ਼ਿਆਦਾ ਡੇਂਜਰਸ ਹੈ। ਐਂਡ ਇਹਦੇ ਨਾਲ ਬਿਮਾਰੀ ਕਿਸ ਤਰ੍ਹਾਂ ਆਪਾਂ ਨੂੰ ਪਤਾ ਲੱਗਦੀ ਹੈ,
ਇੱਕ ਤਾਂ ਹੈਗੀ ਲੀਫ ਕਰਲ ਡਿਜ਼ੀਜ਼। ਲੀਫ ਕਰਲ ਡਿਜ਼ੀਜ਼ ਦਾ ਮਤਲਬ ਕੀ ਹੈ, ਜਿਹੜਾ ਪੱਤੇ ਹੁੰਦੇ ਨੇ, ਪੌਦੇ ਦੇ ਪੱਤੇ ਨੇ, ਉਹ ਸਾਈਡਾਂ ਤੋਂ ਕਿਨਾਰਿਆਂ ਤੋਂ ਮੁੜਨੇ ਸ਼ੁਰੂ ਹੋ ਜਾਂਦੇ ਨੇ। ਇਹਨਾਂ ਨੂੰ ਆਪਾਂ ਬੋਲਦੇ ਹਾਂ ਲੀਫ ਕਰਲ ਡਿਜ਼ੀਜ਼। ਕਪਾਹ ਹੋ ਗਿਆ, ਪਪੀਤਾ ਹੋ ਗਿਆ, ਜਾਂ ਚਿੱਲੀ ਹੋ ਗਈ, ਮਿਰਚ ਜਿਹਨੂੰ ਆਪਾਂ ਕਹਿੰਦੇ ਹਾਂ, ਟਮਾਟਰ ਹੁੰਦੇ ਨੇ, ਇਹਨਾਂ ਦੇ ਜਿਹੜੇ ਪੱਤੇ ਹੁੰਦੇ ਨੇ ਉਹ ਸਾਈਡਾਂ ਤੋਂ ਮੁੜਨੇ ਸ਼ੁਰੂ ਹੋ ਜਾਂਦੇ ਨੇ, ਤਾਂ ਆਪਾਂ ਕਹਿੰਦੇ ਹਾਂ ਕਿ ਲੀਫ ਕਰਲ ਡਿਜ਼ੀਜ਼ ਹੋ ਗਿਆ, ਯਾਨੀ ਕਿ ਵਾਇਰਸ ਹੋ ਗਿਆ ਇਸ ਨੂੰ। ਨੈਕਸਟ ਜੀ ਮੋਜ਼ੈਕ ਡਿਜ਼ੀਜ਼ਸ। ਮੋਜ਼ੈਕ ਡਿਜ਼ੀਜ਼ਸ ਕੀ ਹੁੰਦੇ ਨੇ ਜੀ, ਮੂੰਗੀ ਦੀ ਦਾਲ ਦੇ ਉੱਤੇ, ਪਪੀਤੇ ਦੇ ਉੱਤੇ, ਤੇ ਜਾਂ ਆਪਣਾ ਕੀ ਕਹਿੰਦੇ ਨੇ, ਆਪਣਾ ਆਲੂ ਦੇ ਉੱਤੇ ਬਹੁਤ ਸਾਰੇ ਗ੍ਰੀਨ ਤੇ ਯੈਲੋ ਰੰਗ ਦੇ ਬੈਂਡਸ ਨੇ ਜਿਹੜੇ ਬਣਨੇ ਸ਼ੁਰੂ ਹੋ ਜਾਂਦੇ ਨੇ ਪੱਤਿਆਂ ਦੇ ਉੱਤੇ, ਇਹਨੂੰ ਆਪਾਂ ਬੋਲਦੇ ਹਾਂ ਮੋਜ਼ੈਕ ਡਿਜ਼ੀਜ਼ਸ। ਸੋ ਬੇਸਿਕਲੀ ਯਾਦ ਕਰਨ ਵਾਲੀਆਂ ਚੀਜ਼ਾਂ ਕੀ ਨੇ, 4 ਤਰ੍ਹਾਂ ਦੇ ਫੰਗਲ ਡਿਜ਼ੀਜ਼ ਹੁੰਦੇ ਨੇ, 2 ਤਰ੍ਹਾਂ ਦਾ ਬੈਕਟੀਰੀਆ ਹੁੰਦਾ ਹੈ, ਐਂਡ 2 ਤਰ੍ਹਾਂ ਦੇ ਵਾਇਰਲ ਡਿਜ਼ੀਜ਼ ਹੁੰਦੇ ਹੈਗੇ ਨੇ। ਨੈਕਸਟ, ਇਹ ਕੀ ਜੀ, ਇਨਸੈਕਟਸ ਨੂੰ ਜਾਂ ਪੈਸਟ ਨੂੰ ਜਾਂ ਡਿਜ਼ੀਜ਼ ਨੂੰ ਰੋਕਿਆ ਕਿਵੇਂ ਜਾ ਸਕਦਾ। ਦੇਖੋ ਜੀ, ਸਰਕਾਰ ਕੀ ਕਹਿੰਦੀ ਹੈ, ਅਲੱਗ-ਅਲੱਗ ਤਰ੍ਹਾਂ ਦੇ ਲੈਵਲ ਦੇ ਫਰਟੀਲਾਈਜ਼ਰਸ ਬਣਾ ਰੱਖੇ ਨੇ ਜਾਂ ਇਨਸੈਕਟੀਸਾਈਡਸ ਬਣਾ ਰੱਖੇ ਨੇ, ਜਿਨ੍ਹਾਂ ਦੇ ਹੈਲਪ ਦੇ ਨਾਲ ਆਪਾਂ ਆਪਣੇ ਕ੍ਰੌਪਸ ਨੂੰ ਜਿਹੜਾ ਡੈਮੇਜ ਹੋਣ ਤੋਂ ਬਚਾ ਸਕਦੇ ਹਾਂ। ਜਾਂ ਜ਼ਿਆਦਾ ਧੁੱਪ ਲਵਾ ਦਈਏ ਅਗਰ ਕਿਸੇ ਪੌਦੇ ਨੂੰ, ਤਾਂ ਜਿਹੜੀ ਸੁੰਡੀ ਜਾਂ ਸੁਸਰੀ ਆ ਉਹ ਮਰ ਜਾਂਦੀ ਹੈ। ਠੀਕ ਹੈ ਜੀ। ਐਂਡ ਜੇ ਆਪਾਂ ਸਪੋਜ਼ ਕਰੋ ਜਿਹੜੀ ਪੈਲੀ ਹੁੰਦੀ ਹੈ ਜਾਂ ਆਪਣਾ ਕੋਈ ਵੀ ਫਸਲ ਵਾਈ ਹੋਈ ਹੁੰਦੀ ਹੈ, ਇਹਦੇ ਆਲੇ ਦੁਆਲੇ ਜਿਹੜੇ ਅਨਵਾਂਟਡ ਪਲਾਂਟਸ ਗਰੋ ਕਰ ਜਾਂਦੇ ਨੇ, ਜਿਹਨਾਂ ਨੂੰ ਆਪਾਂ ਵੀਡਸ ਕਹਿ ਦਿੰਦੇ ਆ, ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਮਤਲਬ ਆਪਣੀ ਫਸਲ ਨੂੰ ਬਿਮਾਰੀ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਕੋਰੈਕਟਿਵ ਮੈਜਰਸ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਪਤਾ ਕਰੋ ਵੀ ਤੁਹਾਡੀ ਜਿਹੜੀ ਫਸਲ ਹੈ ਉਹਨੂੰ ਕੀੜਾ ਕਿਹੜਾ ਲੱਗਿਆ ਹੈ। ਜਿਹੜਾ ਕੀੜਾ ਲੱਗਿਆ ਤੁਸੀਂ ਉਸ ਦੀ ਦਵਾਈ ਉਸ ਨੂੰ ਲਗਾਓ। ਇਹ ਨਾ ਹੋਵੇ ਵੀ ਤੁਸੀਂ ਜਿਵੇਂ ਆਪਾਂ ਹਿਊਮਨ ਬੀਇੰਗ ਦੀ ਦੁਖ ਰਿਹਾ ਸੀ ਸਿਰ ਤੇ, ਆਪਾਂ ਦਵਾਈ ਖਾਈ ਜਾਈਏ ਹਾਰਟ ਦੀ, ਨਹੀਂ। ਕਹਿੰਦਾ ਪਹਿਲਾਂ ਤਾਂ ਕਰੈਕਟ ਆਇਡੈਂਟੀਫਿਕੇਸ਼ਨ ਕਰੋ ਪੈਸਟ ਦੀ, ਤੇ ਉਸ ਦੇ ਅਕੋਰਡਿੰਗ ਉਸ ਦੇ ਉੱਤੇ ਸਪਰੇਅ ਕਰੋ। ਐਂਡ ਜੇ ਤੁਸੀਂ ਹੋਰ ਵੀ ਕੋਈ, ਜਿਸ ਤਰ੍ਹਾਂ ਕੱਚੀ ਲੱਸੀ ਪਾਤੀ ਜਾਂ ਹੋਰ ਵੀ ਕੋਈ ਵੀ ਨੁਕਸੇ ਜਿਹੜੇ ਯੂਜ਼ ਕਰ ਸਕਦੇ ਹੋ, ਉਸ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਫਸਲ ਨੂੰ ਬਚਾ ਸਕਦੇ ਹੋ। ਸੋ ਨੈਕਸਟ ਟੌਪਿਕ ਆਪਾਂ ਸਟਾਰਟ ਕਰਨ ਲੱਗੇ ਹਾਂ ਜੀ, ਜਿਸ ਦਾ ਨਾਮ ਹੈ ਯੂਜ਼ਫੁਲ ਐਨੀਮਲਸ, ਯਾਨੀ ਕਿ ਐਨੀਮਲ ਹਸਬੈਂਡਰੀ। ਜਿਹੜੇ ਐਨੀਮਲਸ ਆਪਣੇ ਵਾਸਤੇ ਜ਼ਰੂਰੀ ਨੇ, ਆਪਾਂ ਪਹਿਲਾਂ ਪੜ੍ਹਿਆ ਸੀਗਾ ਜਿਹੜਾ ਹਾਰਮਫੁਲ ਐਨੀਮਲ ਸੀਗਾ ਉਹ ਆਪਣੇ ਵਾਸਤੇ ਰੈਟ ਸੀ, ਲੇਕਿਨ ਹੁਣ ਜਿਹੜੇ ਐਨੀਮਲਸ ਆਪਣੇ ਵਾਸਤੇ ਜ਼ਰੂਰੀ ਨੇ, ਐਨੀਮਲ ਹਸਬੈਂਡਰੀ ਜਿਸ ਨੂੰ ਆਪਾਂ ਬੋਲਦੇ ਹਾਂ, ਜਿਵੇਂ ਪਸ਼ੂ ਪਾਲਣ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ, ਇਹ ਜਿਹੜੇ ਐਨੀਮਲਸ ਆਪਣੇ ਵਾਸਤੇ ਜ਼ਰੂਰੀ ਨੇ, ਇਹਨਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਨ ਲੱਗੇ ਹੈਗੇ। ਸਭ ਤੋਂ ਪਹਿਲਾਂ ਜਿਹੜਾ ਹੈ ਜੀ ਕਾਓ ਜਾਨੀ ਕਿ ਗਾਂ। ਗਾਂ ਤੋਂ ਆਪਾਂ ਨੂੰ ਕੀ ਐਡਵਾਂਟੇजेस ਮਿਲਦੀਆਂ ਨੇ, ਕੀ ਚੀਜ਼ਾਂ ਆਪਾਂ ਨੂੰ ਮਿਲਦੀਆਂ ਨੇ। ਇਹ ਸੋਰਸ ਹੈ ਮਿਲਕ ਦਾ, ਮਿਲਕ ਮਿਲਦਾ ਆਪਾਂ ਨੂੰ ਗਾਂ ਤੋਂ। ਐਂਡ ਆਪਾਂ ਨੂੰ ਕੁਕਿੰਗ ਵਾਸਤੇ ਫਿਊਲ, ਜਿਹਨੂੰ ਆਪਾਂ ਕਾਓ ਡੰਗ ਪਾਥੀਆਂ ਕਹਿ ਦਿੰਦੇ ਹਾਂ, ਠੀਕ ਹੈ ਜੀ। ਇਹ ਫਾਰਮਿੰਗ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਐਂਡ ਕਈ ਵਾਰ ਤਾਂ ਪਹਿਲਾਂ ਇਹਨੂੰ ਟਰਾਂਸਪੋਰਟੇਸ਼ਨ ਦੇ ਮੀਡੀਅਮ ਵਾਸਤੇ ਵੀ ਯੂਜ਼ ਕੀਤਾ ਜਾਂਦਾ ਸੀ। ਐਂਡ ਕਈ ਲੋਕ ਗਾਂ ਦਾ ਮੀਟ ਖਾਂਦੇ ਨੇ, ਯਾਨੀ ਕਿ ਮੀਟ ਵੀ ਇਹ ਪ੍ਰੋਵਾਈਡ ਕਰਦੀ ਹੈ ਗਾਂ, ਜਿਸ ਨੂੰ ਆਪਾਂ ਬੀਫ ਬੋਲ ਦਿੰਦੇ ਹਾਂ। ਸੋ ਜਿਹੜੀਆਂ ਕਾਊਜ਼ ਨੇ ਉਹ ਇੰਪੋਰਟੈਂਟ ਕੀ ਹੈ, ਕਾਊਜ਼ ਦੇ ਵਿੱਚ 2 ਚੀਜ਼ਾਂ ਇੰਪੋਰਟੈਂਟ ਨੇ, ਲੈਕਟੇਸ਼ਨ ਪੀਰੀਅਡ ਐਂਡ ਡਰਾਈ ਪੀਰੀਅਡ। ਸਭ ਤੋਂ ਇੰਪੋਰਟੈਂਟ 2 ਚੀਜ਼ਾਂ ਨੇ, ਲੈਕਟੇਸ਼ਨ ਪੀਰੀਅਡ ਐਂਡ ਡਰਾਈ ਪੀਰੀਅਡ। ਪਹਿਲਾਂ ਆਪਾਂ ਸਿੱਖਾਂਗੇ ਡਰਾਈ ਪੀਰੀਅਡ, ਫਿਰ ਆਪਾਂ ਸਿੱਖਾਂਗੇ ਲੈਕਟੇਸ਼ਨ ਪੀਰੀਅਡ, ਦੋਨੇ ਨਾਲ ਦੀ ਨਾਲ ਸਮਝ ਆ ਜਾਣਗੇ। ਦੇਖੋ ਜੀ, ਜਦੋਂ ਗਾਂ ਹੈ ਜਿਹੜੀ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਆਪਣੇ ਡਿਲੀਵਰੀ ਤੋਂ ਪਹਿਲਾਂ 2 ਮਹੀਨੇ 2.5 ਮਹੀਨੇ 3 ਮਹੀਨੇ ਪਹਿਲਾਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ। ਜਦੋਂ ਗਾਂ ਨੂੰ ਦੁੱਧ ਨਹੀਂ ਆਉਂਦਾ ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ, ਡਰਾਈ ਪੀਰੀਅਡ ਬੋਲਦੇ ਹਾਂ। ਉਸ ਨੂੰ ਆਪਾਂ ਕੀ ਬੋਲਦੇ ਹਾਂ, ਡਰਾਈ ਪੀਰੀਅਡ। ਡਰਾਈ ਪੀਰੀਅਡ ਪ੍ਰੈਗਨੈਂਸੀ ਤੋਂ 60 ਤੋਂ ਲੈ ਕੇ 100 ਦਿਨ ਦੇ ਵਿੱਚ ਜਿਹੜਾ ਹੁੰਦਾ ਹੈ, ਮਤਲਬ ਡਿਲੀਵਰੀ ਤੋਂ 60 ਤੋਂ 100 ਦਿਨ ਪਹਿਲਾਂ, ਇਸ ਨੂੰ ਆਪਾਂ ਡਰਾਈ ਪੀਰੀਅਡ ਬੋਲਦੇ ਹਾਂ। ਹੁਣ ਦੇਖੋ ਜੀ, ਜਦੋਂ ਗਾਂ ਨੇ ਡਿਲੀਵਰੀ ਕਰਤੀ, ਡਿਲੀਵਰੀ ਕਰਨ ਤੋਂ ਬਾਅਦ ਹੁਣ ਕੰਟੀਨਿਊਸਲੀ ਦੁੱਧ ਹੈ ਜਿਹੜਾ ਉਹ ਆ ਰਿਹਾ। ਜਦੋਂ ਤੱਕ ਗਾਂ ਨੂੰ ਨੈਕਸਟ ਪ੍ਰੈਗਨੈਂਸੀ ਨਹੀਂ ਹੁੰਦੀ, ਉਦੋਂ ਤੱਕ, ਜਦੋਂ ਤੱਕ ਨੈਕਸਟ ਡਰਾਈ ਪੀਰੀਅਡ ਨਹੀਂ ਆਉਂਦਾ, ਸਮਝ ਲਓ ਉਸ ਟਾਈਮ ਨੂੰ ਆਪਾਂ ਕੀ ਬੋਲਦੇ ਹਾਂ, ਲੈਕਟੇਸ਼ਨ ਪੀਰੀਅਡ ਬੋਲਦੇ। ਕੀ ਬੋਲਦੇ ਹਾਂ, ਲੈਕਟੇਸ਼ਨ ਪੀਰੀਅਡ। ਡਰਾਈ ਪੀਰੀਅਡ ਤੇ ਲੈਕਟੇਸ਼ਨ ਪੀਰੀਅਡ। ਡਰਾਈ ਪੀਰੀਅਡ ਉਹ ਪੀਰੀਅਡ ਹੈ ਜਿਹਦੇ ਵਿੱਚ ਗਾਂ ਨੂੰ ਦੁੱਧ ਨਾ ਆਵੇ, ਉਹ ਪੀਰੀਅਡ ਜਦੋਂ ਗਾਂ ਨੂੰ ਦੁੱਧ ਆਵੇ ਉਸ ਨੂੰ ਆਪਾਂ ਲੈਕਟੇਸ਼ਨ ਪੀਰੀਅਡ ਬੋਲ ਦਿੰਦੇ ਹਾਂ। ਹੁਣ ਗਾਵਾਂ ਦੀਆਂ ਜਿਹੜੀਆਂ ਖਾਸੀਆਂ ਬਰੀਡਸ ਨੇ ਜਿਹੜੀਆਂ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ, ਇਹਦੇ ਵਿੱਚੋਂ ਜਿਵੇਂ ਕਿ ਇੰਡੀਅਨ ਬਰੀਡਸ ਨੇ ਗਿਰ, ਸਾਹੀਵਾਲ, ਰੈੱਡ ਸਿੰਧੀ, ਥਰਪਾਕਰ, ਕੰਕਰੇਜ, ਇਹ ਕੁਛ ਨੇ ਜਿਹੜੀਆਂ ਕਿ ਦੁੱਧ ਦਿੰਦੀਆਂ ਨੇ ਗਾਵਾਂ। ਸਭ ਤੋਂ ਜ਼ਿਆਦਾ ਜਿਹੜੀ ਦੁੱਧ ਦੇਣ ਵਾਲੀ ਗਾਂ ਹੈ ਉਹਦੀ ਬਰੀਡ ਦਾ ਨਾਮ ਕੀ ਹੈ, ਸਾਹੀਵਾਲ।
ਸਾਹੀਵਾਲ ਬਰੀਡ ਹੈ ਜਿਹੜੀ ਇੰਡੀਅਨ ਬਰੀਡ ਹੈ, ਇਹ ਜਿਹੜੀ ਕਿ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਹੈਗੀ ਹੈ। ਐਂਡ ਕੁਝ ਇੰਪੋਰਟੈਂਟ ਬਰੀਡਸ ਨੇ, ਇੰਪੋਰਟਡ ਬਰੀਡਸ ਦੇ ਵਿੱਚ ਹੋਲਸਟੇਨ, ਫਰੇਸ਼ੀਅਨ, ਜਰਸੀ, ਸਵਿਸ ਬਰੀਡ ਹੈ। ਇਹ ਜਿਹੜੀਆਂ ਕਿ ਬਾਹਰਲੇ ਮੁਲਕ ਤੋਂ ਇੰਡੀਆ ਦੇ ਵਿੱਚ ਆਈਆਂ ਹੋਈਆਂ ਨੇ, ਇਹਨਾਂ ਨੂੰ ਆਪਾਂ ਬੋਲਦੇ ਹਾਂ ਇੰਪੋਰਟਡ ਬਰੀਡ। ਜਿਵੇਂ ਤੁਸੀਂ ਨਾਮ ਸੁਣਿਆ ਹੋਗਾ ਅਮਰੀਕਨ ਗਾਂ, ਅਮਰੀਕਨ ਗਾਂ ਕਿਹੜੀ ਹੁੰਦੀ ਹੈ, ਫਰੇਸ਼ੀਅਨ ਹੁੰਦੀ ਹੈ। ਅਮਰੀਕਨ ਲਿਖ ਲਓ, ਫਰੇਸ਼ੀਅਨ ਲਿਖ ਲਓ, ਅਮਰੀਕਨ ਗਾਂ ਜਿਸ ਨੂੰ ਆਪਾਂ ਬਾਹਰੋਂ, ਜਿਹੜੀ ਇੰਡੀਆ ਦੀ ਨਹੀਂ ਹੈਗੀ ਲੇਕਿਨ ਬਾਹਰਲੀ ਉਹ ਬਰੀਡ ਹੈਗੀ ਹੈ, ਉਸ ਨੂੰ ਆਪਾਂ ਇੰਪੋਰਟਡ ਬਰੀਡਸ ਬੋਲਦੇ ਹਾਂ। ਨੈਕਸਟ ਸਿਮਿਲਰਲੀ ਬਫੈਲੋ, ਕਹਿੰਦਾ ਬਫੈਲੋ ਹੈ ਜਿਹੜੇ ਇੰਡੀਅਨ ਬਫੈਲੋ ਪੂਰੇ ਵਰਲਡ ਦੇ ਵਿੱਚ ਸਭ ਤੋਂ ਬੈਸਟ ਬਫੈਲੋ ਮੰਨੀ ਗਈ ਹੈ। ਕਹਿੰਦਾ ਅਰਾਊਂਡ 15 ਕੁ ਬਰੀਡਸ ਨੇ ਜਿਹੜੀਆਂ ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਬਰੀਡਸ ਨੇ ਜਿਹੜੀਆਂ ਇੰਪੋਰਟੈਂਟ ਨੇ ਉਹ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ। 10 ਬਰੀਡਸ ਲਿਖੀਆਂ ਹੋਈਆਂ। ਸਭ ਤੋਂ ਜ਼ਿਆਦਾ ਇੰਪੋਰਟੈਂਟ ਬਰੀਡ ਹੈ ਮੁਰਾ, ਸਭ ਤੋਂ ਜ਼ਿਆਦਾ ਇੰਪੋਰਟੈਂਟ ਬਰੀਡ ਕਿਹੜੀ ਹੈ, ਮੁਰਾ। ਐਂਡ ਉਸ ਤੋਂ ਬਾਅਦ ਨੀਲੀ ਰਾਵੀ, ਫਿਰ ਹੈ ਪੰਧਾਰਪੁਰੀ, ਫਿਰ ਹੈ ਜਫਰਾਬਾਦੀ, ਫਿਰ ਹੈ ਸੁਰਤੀ, ਮੈਸਾਨਾ ਕਹਿ ਦਿੰਦੇ ਆ, ਗੋਦਾਵਰੀ, ਪੰਧਾਵਰੀ, ਨਾਗਪੁਰੀ ਤੇ ਟੋਡਾ। ਇਹ ਨੇ ਬਫੈਲੋ ਦੀਆਂ ਬਰੀਡਸ। ਬਫੈਲੋ ਵੀ ਆਪਾਂ ਨੂੰ ਕੀ ਦਿੰਦੀਆਂ ਨੇ, ਦੁੱਧ ਦਿੰਦੀਆਂ ਨੇ। ਲੈਕਟੇਸ਼ਨ ਪੀਰੀਅਡ ਤੇ ਡਰਾਈ ਪੀਰੀਅਡ ਸੇਮ ਉਹੀ ਚੀਜ਼ ਹੈ ਜੋ ਆਪਣਾ ਕਾਓ ਦੇ ਕੇਸ ਦੇ ਵਿੱਚ ਸੀ। ਨੈਕਸਟ ਆ ਜਾਂਦਾ ਜੀ, ਹੋਰ ਆਪਾਂ ਕਿਹੜੇ ਕਿਹੜੇ ਪਸ਼ੂ ਪਾਲਦੇ ਆ। ਆਪਾਂ ਪਿਗ ਪਾਲ ਲੈਂਦੇ ਆ, ਸ਼ੀਪ ਪਾਲ ਲੈਂਦੇ ਆ, ਗੋਟ ਪਾਲ ਲੈਂਦੇ ਆ, ਰੈਬਿਟ ਪਾਲ ਲੈਂਦੇ ਆ। ਹੁਣ ਮੈਂ ਪਿਗ ਦੀ ਗੱਲ ਕਰਾਂ ਜੀ, ਪਿਗ ਦਾ ਜਿਹੜਾ ਸੂਰ ਦਾ ਮਾਸ ਹੁੰਦਾ ਸਭ ਸਸਤਾ ਮਾਸ ਹੁੰਦਾ ਔਰ ਰਿਚ ਇਨ ਪ੍ਰੋਟੀਨ ਹੁੰਦਾ ਹੈ। ਕਈ ਜਗ੍ਹਾ ਤੇ ਲੋਕ ਨੇ ਜਿਹੜੇ ਸੂਰ ਨੂੰ ਮਾਸ ਦੇ ਤੌਰ ਦੇ ਉੱਤੇ ਮਤਲਬ ਪਾਲਦੇ ਨੇ ਤਾਂ ਕਿ ਉਸ ਨੂੰ ਵੇਚ ਕੇ ਕੁਝ ਪੈਸੇ ਕਮਾਏ ਜਾ ਸਕਣ ਜਾਂ ਆਪਦੇ ਘਰ ਵਾਸਤੇ ਮੀਟ ਜਿਹੜਾ ਮਾਸ ਹੈ ਜਿਹੜਾ ਉਹ ਰੱਖ ਸਕਣ, ਇਸ ਲਈ ਸੂਰ ਦੀ ਪਾਲਣਾ ਕੀਤੀ ਜਾਂਦੀ ਹੈ। ਇਸ ਨੂੰ ਆਪਾਂ ਪਿਗਰੀ ਬੋਲਦੇ ਨੇ। ਨੈਕਸਟ ਹੈ ਜੀ ਗੋਟ। ਗੋਟ ਯਾਨੀ ਕਿ ਬੱਕਰੀ। ਗੋਟ ਜਿਹੜੀਆਂ, ਕਈ ਬੱਕਰੀਆਂ ਦੁੱਧ ਦਿੰਦੀਆਂ ਨੇ, ਕਈ ਬੱਕਰੀਆਂ ਦੁੱਧ ਨਹੀਂ ਦਿੰਦੀਆਂ। ਬੱਕਰੀਆਂ ਅਗਰ ਦੁੱਧ ਦਿੰਦੀਆਂ ਨੇ, ਉਹ ਜਿਹੜੀ ਬਰੀਡ ਹੈ ਉਸ ਨੂੰ ਆਪਾਂ ਸਨੇਨ ਗੋਟ ਬੋਲਦੇ ਹਾਂ। ਸਨੇਨ ਗੋਟ ਦੁੱਧ ਦਿੰਦੀ ਹੈ। ਸਨੇਨ ਗੋਟ ਹੈ ਜਿਹੜੀ ਕਿ ਬੱਕਰੀ ਦੁੱਧ ਦਿੰਦੀ ਹੈ। ਇਸ ਨੂੰ ਆਪਾਂ ਮਿਲਕ ਕੁਈਨ ਦੇ ਨਾਮ ਤੋਂ ਵੀ ਜਾਣਦੇ ਹਾਂ। ਇਸ ਨੂੰ ਆਪਾਂ ਮਿਲਕ ਕੁਈਨ ਦੇ ਨਾਮ ਤੋਂ ਵੀ ਜਾਣਦੇ ਹਾਂ। ਸੋ ਬੇਸਿਕਲੀ 3-4 ਤਰ੍ਹਾਂ ਦੀਆਂ ਬਰੀਡਸ ਨੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਪਾਈਆਂ ਜਾਂਦੀਆਂ ਨੇ, ਪੰਜਾਬ 'ਚ ਪਾਈਆਂ ਜਾਂਦੀਆਂ ਨੇ। ਸਭ ਤੋਂ ਪਹਿਲੀ ਹੈ ਜੀ ਬੀਟਲ। ਬੀਟਲ ਬੱਕਰੀ। ਬੀਟਲ ਬੱਕਰੀ ਜਿਹੜੀ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਾਈ ਜਾਂਦੀ ਹੈ ਪੰਜਾਬ ਦੇ ਵਿੱਚ। ਇਹ ਬਲੈਕ ਬਰਾਊਨ ਕਲਰ ਦੀ ਹੁੰਦੀ ਹੈ ਤੇ ਚਿੱਟੇ ਚਿੱਟੇ ਧੱਬੇ ਹੁੰਦੇ ਨੇ, ਸਪੋਰਟਸ ਹੁੰਦੇ ਨੇ, ਵਾਈਟ ਸਪੋਰਟਸ। ਨੈਕਸਟ ਦੂਜੀ ਜਿਹੜੀ ਬਰੀਡ ਹੈ ਜੀ ਉਹ ਹੈ ਜਮਨਾਪਰੀ। ਜਿਹੜੀ ਜਮਨਾਪਰੀ ਬੱਕਰੀ ਹੈ ਇਹ ਬਿਊਟੀਫੁਲ ਹੁੰਦੀ ਹੈ, ਸੋਹਣੀ ਹੁੰਦੀ ਹੈ ਐਂਡ ਇਹ ਉੱਤਰ ਪ੍ਰਦੇਸ਼ 'ਚ ਪਾਈ ਜਾਂਦੀ ਹੈ। ਇਹਦਾ ਚਿੱਟਾ ਰੰਗ ਅਤੇ ਲਾਈਟ ਬਰਾਊਨ ਕਲਰ ਦੀ ਇਹ ਜਮਨਾਪਰੀ ਬੱਕਰੀ ਹੁੰਦੀ ਹੈ। ਤੀਜੀ ਐਗਜ਼ੋਟਿਕ ਬਰੀਡ ਜਿਵੇਂ ਕਿ ਸਨੇਨ ਹੋ ਗਿਆ, ਅਲਪਾਈਨ ਹੋ ਗਈ, ਬੋਇਰ ਹੋ ਗਈ, ਇਹ ਕੁਝ ਹੋਰ ਤਰ੍ਹਾਂ ਦੀਆਂ ਬਰੀਡਸ ਨੇ। ਜਿਹੜੀ ਬਰੀਡ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਹੈ, ਮਿਲਕ ਦੇਣ ਵਾਲੀ ਬਰੀਡ ਨੂੰ ਆਪਾਂ ਕੀ ਬੋਲਦੇ ਹਾਂ, ਸਨੇਨ ਬੋਲਦੇ ਹਾਂ। ਐਂਡ ਸਭ ਤੋਂ ਇੰਪੋਰਟੈਂਟ ਚੌਥੀ ਚੀਜ਼, ਬੱਕਰੀਆਂ ਨੂੰ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਦੀ ਵੂਲ ਵਾਸਤੇ, ਉਹਨਾਂ ਦੀ ਚਮੜੀ ਵਾਸਤੇ ਮਤਲਬ ਪਾਲਿਆ ਜਾਂਦਾ ਹੈ। ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਬੱਕਰੀਆਂ ਤੋਂ ਖੱਲ ਉਤਾਰੀ ਜਾਂਦੀ ਹੈ, ਵੂਲ ਉਤਾਰੀ ਜਾਂਦੀ ਹੈ, ਜਿੱਥੇ ਪਸ਼ਮੀਨਾ ਕਹਿੰਦੇ ਆ ਜਿਸ ਆਪਾਂ। ਤੁਸੀਂ ਨਾਮ ਸੁਣਿਆ ਹੋਗਾ, ਪਸ਼ਮੀਨਾ ਸ਼ਾਲ ਬਣੇ ਹੋਏ ਨੇ। ਪਸ਼ਮੀਨਾ ਦੀ ਵੂਲਨ ਕਲੋਥ ਹੈ ਪਸ਼ਮੀਨਾ। ਇਸ ਵੂਲ ਨੂੰ ਮੋਹੇਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਜੰਮੂ ਕਸ਼ਮੀਰ ਦੇ ਵਿੱਚ ਪਸ਼ਮੀਨਾ ਬੱਕਰੀ ਹੈ ਜਿਹੜੀ ਪਾਈ ਜਾਂਦੀ ਹੈ, ਜਿਸ ਦੀ ਖੱਲ ਉਤਾਰੀ ਜਾਂਦੀ ਹੈ ਔਰ ਪਸ਼ਮੀਨਾ ਦੇ ਕੱਪੜੇ ਨੇ ਜਿਹੜੇ ਉਹ ਬਣਾਏ ਜਾਂਦੇ ਨੇ। ਇਹ ਗਰਮ ਕੱਪੜੇ ਬਣਦੇ ਨੇ ਇਸ ਤੋਂ। ਨੈਕਸਟ ਹੈ ਜੀ ਆਪਣੇ ਕੋਲੇ ਸ਼ੀਪ ਦੀ ਬਰੀਡ। ਸ਼ੀਪ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਮਰੀਨੋ। ਸ਼ੀਪ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਮਰੀਨੋ ਅਤੇ ਕੋਰੀਡੇਲ ਹੈ। ਮਰੀਨੋ ਜਿਹੜੀ ਹੈ ਸਭ ਤੋਂ ਜ਼ਿਆਦਾ ਆਸਟ੍ਰੇਲੀਆ 'ਚ ਪਾਈ ਜਾਂਦੀ ਹੈ। ਸਭ ਤੋਂ ਜ਼ਿਆਦਾ ਮਰੀਨੋ ਜਿਹੜੀ ਹੈ ਉਹ ਆਸਟ੍ਰੇਲੀਆ ਦੇ ਵਿੱਚ ਪਾਈ ਜਾਂਦੀ ਹੈ। ਐਗਜ਼ਾਮ ਦੇ ਵਿੱਚ ਇਹ ਕੁਐਸਚਨ ਵੀ ਕਈ ਵਾਰ ਡਾਇਰੈਕਟ ਪੁੱਛ ਲੈਂਦਾ ਹੈ, ਮਰੀਨੋ ਸਭ ਤੋਂ ਜ਼ਿਆਦਾ ਕਿੱਥੇ ਪਾਈ ਜਾਂਦੀ ਹੈ, ਕਿਉਂਕਿ ਸ਼ੀਪ ਭੇਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਬਰੀਡ ਹੈ ਉਹ ਮਰੀਨੋ ਹੈ। ਠੀਕ ਹੈ ਜੀ। ਇਹਨਾਂ ਤੋਂ ਵੀ ਆਪਾਂ ਨੂੰ ਵੂਲ ਮਿਲਦੀ ਹੈ ਔਰ ਉੱਨ ਜਿਹੜੀ ਆਪਾਂ ਇਹਨਾਂ ਤੋਂ ਉਤਾਰਦੇ ਆ ਮਰੀਨੋ ਦੇ ਤੋਂ ਸਭ ਤੋਂ ਜ਼ਿਆਦਾ ਵਧੀਆ ਕੁਆਲਿਟੀ ਦੀ ਜਿਹੜੀ ਵੂਲ ਉਹ ਮਿਲਦੀ ਹੈ। ਨੈਕਸਟ ਹੈ ਜੀ ਰੈਬਿਟ ਰੇਅਰਿੰਗ। ਲੋਕ ਖਰਗੋਸ਼ ਕਿਉਂ ਪਾਲਦੇ ਨੇ? ਫॉर द मोटिव ऑफ वूल एंड फॉर द मोटिव ऑफ मीट। देखो जी, कोई भी खरगोश की गल कर रहे हैं, अगर कोई फीमेल खरगोश है, फीमेल खरगोश पहली बारी प्रैगनेंट होगी तो पहली बारी प्रैगनेंट 5 ਤੋਂ 9 ਮਹੀਨਿਆਂ ਦੇ ਵਿੱਚ ਹੀ ਪ੍ਰੈਗਨੈਂਟ ਹੋ ਜਾਂਦੀ ਹੈ। ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਦੋਂ ਇਹ ਪ੍ਰੈਗਨੈਂਟ ਹੁੰਦੀ ਹੈ
ਇਹ ਇੱਕ ਵਾਰ ਚ 5 ਤੋਂ 7 ਬੱਚੇ ਦਿੰਦੀ ਹੈ, ਇੱਕ ਵਾਰ ਚ 5 ਤੋਂ 7 ਬੱਚੇ ਦਿੰਦੀ ਹੈ। ਔਰ ਜਦੋਂ ਇੱਕ ਵਾਰੀ ਪ੍ਰੈਗਨੈਂਟ ਹੋ ਜਾਂਦੀ ਹੈ, ਉਸ ਤੋਂ ਬਾਅਦ ਪਹਿਲੀ ਵਾਰੀ ਵੱਧ ਟਾਈਮ ਲੱਗਿਆ, 5 ਤੋਂ 9 ਮਹੀਨੇ ਲੱਗੇ, ਨਹੀਂ ਤਾਂ ਅਦਰਵਾਈਜ਼ ਇੱਕ ਸਾਲ ਦੇ ਵਿੱਚ 6 ਤੋਂ 7 ਵਾਰ ਜਿਹੜੀ ਫੀਮੇਲ ਰੈਬਿਟ ਆ ਉਹ ਪ੍ਰੈਗਨੈਂਟ ਹੋ ਸਕਦੀ ਹੈ, ਔਰ ਇੱਕ ਵਾਰ ਚ 5 7 ਬੱਚੇ ਆ ਜਿਹੜੇ ਉਹ ਦੇ ਸਕਦੀ ਹੈ। ਹੁਣ ਇੰਨੀ ਅਗਰ ਇੱਕ ਰੈਬਿਟ ਕਿਸੇ ਨੇ ਰੱਖੀ ਹੋਈ ਹੈ ਫੀਮੇਲ ਰੈਬਿਟ, ਉਹ ਫੀਮੇਲ ਰੈਬਿਟ ਪ੍ਰੈਗਨੈਂਟ ਹੋ ਗਈ, ਉਸ ਤੋਂ ਬਾਅਦ ਉਹਨੇ ਬੱਚੇ ਦਿੱਤੇ, ਤਾਂ ਜਿਹੜੀ ਬੱਚਿਆਂ ਦੀ ਸੰਖਿਆ ਉਹ ਵੱਧਦੀ ਰਹਿੰਦੀ ਹੈ, ਅੱਗੇ ਅੱਗੇ ਬਰੀਡਿੰਗ ਹੁੰਦੀ ਰਹਿੰਦੀ ਹੈ। ਤਾਂ ਲੋਕ ਨੇ ਜਿਹੜੇ ਉਹ ਵਾਸਤੇ ਜਾਂ ਕਹਿ ਸਕਦੇ ਹਾਂ ਇਹਨਾਂ ਦੇ ਮੀਟ ਵਾਸਤੇ ਜਿਹੜੇ ਉਹ ਖਰਗੋਸ਼ਾਂ ਦੀ ਪਾਲਣਾ ਕਰਦੇ ਹੈਗੇ। ਨਾਓ ਨੈਕਸਟ, ਹੋਰ ਆਪਾਂ ਕੀ ਚੀਜ਼ ਪਾਲਦੇ ਹਾਂ ਜੀ? ਪੋਲਟਰੀ, ਜਿਹਨੂੰ ਆਪਾਂ ਕੀ ਕਹਿੰਦੇ ਆ, ਮੁਰਗੀ ਪਾਲਣ, ਪੋਲਟਰੀ ਪਾਲਣ। 2010-11 ਦੀ ਗੱਲ ਹੈ ਜੀ, 2010 ਤੇ 11 ਦੇ ਵਿੱਚ ਸਰਵੇ ਹੋਇਆ ਸੀ, ਉਸ ਸਮੇਂ ਇੱਕ ਮੁਰਗੀ ਇੱਕ ਸਾਲ ਦੇ ਵਿੱਚ ਐਵਰੇਜ 53 ਅੰਡੇ ਦਿੰਦੀ ਸੀਗੀ। ਇੱਕ ਸਾਲ ਦੇ ਵਿੱਚ 53 ਅੰਡੇ ਤਾਂ ਕੁਝ ਵੀ ਨਹੀਂ ਇੱਕ ਮੁਰਗੀ ਦੇ। ਇੱਕ ਹਫ਼ਤੇ 'ਚ ਇੱਕ ਅੰਡਾ ਹੋਇਆ, ਪਰ ਬਹੁਤ ਸਾਰੀਆਂ ਨਵੀਆਂ ਤਰ੍ਹਾਂ ਦੀਆਂ ਬਰੀਡਿੰਗਸ ਹੁੰਦੀਆਂ ਰਹੀਆਂ ਹੈਨ ਦੀਆਂ, ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਮੁਰਗੀਆਂ ਨੇ ਜਿਹੜੀਆਂ ਆਉਂਦੀਆਂ ਰਹੀਆਂ ਨੇ, ਐਂਡ ਜਿਹੜੀਆਂ ਕਿ ਮਤਲਬ ਜ਼ਿਆਦਾ ਅੰਡੇ ਦਿੰਦੀਆਂ ਨੇ। ਹੁਣ 5 ਤਰ੍ਹਾਂ ਦੀਆਂ ਮੁਰਗੀਆਂ ਆਪਾਂ ਪੜਾਂਗੇ, 5 ਤਰ੍ਹਾਂ ਦੇ ਮੁਰਗਾ ਜਾਂ ਮੁਰਗੀ ਪੜਾਂਗੇ ਆਪਾਂ। ਸਭ ਤੋਂ ਪਹਿਲੀ ਹੈ ਜੀ ਸਤਲੁਜ ਲੇਅਰ। ਸਭ ਤੋਂ ਪਹਿਲੀ ਕਿਹੜੀ ਹੈ? ਸਤਲੁਜ ਲੇਅਰ। ਇਹਦੀ ਸਤਲੁਜ ਲੇਅਰ ਵਾਲੀ ਬਰੀਡ ਹੈ, ਇਹਦੇ ਵਿੱਚ ਇੱਕ ਮੁਰਗੀ ਇੱਕ ਸਾਲ ਦੇ ਵਿੱਚ 255 ਤੋਂ 265 ਅੰਡੇ ਦਿੰਦੀ ਹੈ। ਸਭ ਤੋਂ ਵੱਧ ਅੰਡੇ ਦੇਣ ਵਾਲੀ ਮੁਰਗੀ ਜਿਹੜੀ ਹੈ ਉਹ ਬਰੀਡ ਹੈ ਸਤਲੁਜ ਲੇਅਰ। ਇੱਕ ਅੰਡੇ ਦਾ ਐਵਰੇਜ weight 55 ਗ੍ਰਾਮ ਦਾ ਹੁੰਦਾ ਹੈ। ਇੱਕ ਅੰਡੇ ਦਾ 55 ਗ੍ਰਾਮ ਦਾ weight ਹੁੰਦਾ ਹੈ। ਜਦੋਂ ਮੁਰਗੀ ਦੀ ਉਮਰ 160 ਦਿਨਾਂ ਦੀ ਹੋ ਜਾਂਦੀ ਹੈ ਤਾਂ ਮੁਰਗੀ ਅੰਡੇ ਦੇਣੇ ਸ਼ੁਰੂ ਕਰ ਦਿੰਦੀ ਹੈ। ਮੁਰਗੀ ਅੰਡੇ ਦੇਣੇ ਸ਼ੁਰੂ ਕਰ ਦਿੰਦੀ ਹੈ 160 ਦਿਨਾਂ ਦੀ ਏਜ ਦੇ ਵਿੱਚ ਆ ਕੇ। ਯਾਨੀ ਕਿ ਇੱਕ ਮੁਰਗੀ ਦਾ ਜਨਮ ਹੋਇਆ, ਉਸ ਤੋਂ ਬਾਅਦ ਜਦੋਂ ਉਹ 160 ਦਿਨਾਂ ਦੀ ਹੋ ਗਈ, ਉਸ ਤੋਂ ਬਾਅਦ ਉਹ ਅੰਡਾ ਦੇਣਾ ਸ਼ੁਰੂ ਕਰ ਦੂਗੀ। ਇੱਕ ਸਾਲ ਦੇ ਵਿੱਚ 255 ਤੋਂ 265 ਅੰਡੇ ਦੇ ਦਿੰਦੀ ਹੈ। ਇਹਨੂੰ ਆਪਾਂ ਬੋਲਦੇ ਹਾਂ ਸਤਲੁਜ ਲੇਅਰ। ਇਹ ਸਭ ਤੋਂ ਜ਼ਿਆਦਾ ਨੰਬਰ 1 ਬਰੀਡ ਹੈ, ਸਭ ਤੋਂ ਜ਼ਿਆਦਾ ਅੰਡੇ ਦੇਣ ਵਾਲੀ। ਨੈਕਸਟ ਹੈ ਜੀ ਬ੍ਰੈਲਰ। ਬ੍ਰੈਲਰ ਕਹਿੰਦੇ ਜਿਹੜਾ ਚਿਕਨ ਖਾਣ ਵਾਸਤੇ ਵਰਤਿਆ ਜਾਂਦਾ, ਉਸਨੂੰ ਆਪਾਂ ਕੀ ਬੋਲਦੇ ਹਾਂ? ਬ੍ਰੈਲਰ। ਦਿਸ ਬਰੀਡ ਇਜ਼ ਰੀਅਰਡ ਫॉर ਮੀਟ ਪਰਪਸ। ਇਹਦਾ 6 ਹਫ਼ਤਿਆਂ ਦੇ ਵਿੱਚ ਹੀ ਬੋਡੀ ਦਾ weight 1.5 ਕਿਲੋ ਦੇ ਲਵੇ ਤਵੇ ਹੋ ਜਾਂਦਾ ਹੈ, ਔਰ ਹੋਰ ਵੀ ਵੱਧਦਾ ਰਹਿੰਦਾ ਹੈ। ਜਿਹੜਾ ਕਿ ਲੋਕ ਖਾਂਦੇ ਨੇ ਮੀਟ, ਉਹ ਬ੍ਰੈਲਰ ਦਾ ਮੀਟ ਹੁੰਦਾ ਹੈ। ਤੀਜਾ ਹੈ ਜੀ ਵਾਈਟ ਲੈਗ ਹਾਰਨ। ਵਾਈਟ ਲੈਗ ਹਾਰਨ ਵੀ ਮੁਰਗੀ ਦਿੰਦੀ ਹੈ, ਚਿੱਟੇ ਅੰਡੇ ਦਿੰਦੀ ਹੈ ਇਹ। ਐਂਡ ਵੈਸੇ ਤੁਸੀਂ ਸੋਚੋਗੇ ਅੰਡਾ ਚਿੱਟਾ ਹੀ ਹੁੰਦਾ, ਚਿੱਟਾ ਨਹੀਂ ਹੁੰਦਾ। ਅੰਡਾ ਚਿੱਟਾ ਵੀ ਹੁੰਦਾ ਹੈ ਔਰ ਅੰਡਾ ਬਰਾਊਨਿਸ਼ ਕਲਰ ਦਾ ਵੀ ਹੁੰਦਾ, ਜਿਹਨੂੰ ਆਪਾਂ ਦੇਸੀ ਅੰਡਾ ਬੋਲਦੇ ਹਾਂ। ਇਹ ਚਿੱਟੇ ਰੰਗ ਦੇ ਅੰਡੇ ਦਿੰਦੀ ਹੈ। ਇੱਕ ਸਾਲ ਦੇ ਵਿੱਚ 220 ਤੋਂ 250 ਅੰਡੇ ਦਿੰਦੀ ਹੈ। ਇਹਦਾ ਸਾਈਜ਼ ਛੋਟਾ ਹੁੰਦਾ ਮੁਰਗੀ ਦਾ, ਵਾਈਟ ਲੈਗ ਹਾਰਨ ਦਾ। ਔਰ ਇਹਦੀ ਕਿਉਂਕਿ ਇਹਦੀ ਫੀਡ ਹੈ ਜਿਹੜੀ ਇਹ ਘੱਟ ਲੈਂਦੀ ਹੈ, ਤਾਂ ਕਰਕੇ ਇਹ ਅੰਡੇ ਵੀ ਘੱਟ ਪ੍ਰੋਡਿਊਸ ਕਰਦੀ ਹੈ ਔਰ ਇਹਦਾ ਸਾਈਜ਼ ਵੀ ਛੋਟਾ ਹੁੰਦਾ ਹੈ। ਨੈਕਸਟ ਹੈ ਜੀ ਦੇਸੀ ਮੁਰਗੀ। ਦੇਸੀ ਮੁਰਗੀ ਜਿਹਨੂੰ ਆਪਾਂ ਰੋਡ ਆਈਲੈਂਡ ਰੈੱਡ ਬੋਲਦੇ ਨੇ। ਰੋਡ ਆਈਲੈਂਡ ਰੈੱਡ, ਇਹ ਰੈੱਡ ਕਲਰ ਦੀ ਮੁਰਗੀ ਹੁੰਦੀ ਹੈ ਜੀ। 180 ਅੰਡੇ ਦਿੰਦੀ ਹੈ ਸਾਲ 'ਚ, ਔਰ ਇਹਦੇ ਅੰਡੇ ਜਿਹੜੇ ਹੁੰਦੇ ਨੇ ਬਰਾਊਨ ਕਲਰ ਦੇ ਹੁੰਦੇ ਨੇ। ਇਹ ਜ਼ਿਆਦਾ ਫੀਡ ਖਾਂਦੀ ਹੈ ਚਿੱਟੇ ਮੁਰਗੀ ਨਾਲੋਂ, ਔਰ ਇਹਦਾ weight ਵੀ ਹੈਵੀ ਹੁੰਦਾ ਹੈ। ਇਹ ਡਿਊਲ ਪਰਪਸ 2 ਕੰਮਾਂ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਇਹ ਬਰੀਡਿੰਗ ਵਾਸਤੇ ਵੀ ਯੂਜ਼ ਕੀਤੀ ਜਾਂਦੀ ਹੈ ਔਰ ਮੀਟ ਪਰਪਸ ਵਾਸਤੇ ਵੀ ਯੂਜ਼ ਕੀਤੀ ਜਾਂਦੀ ਹੈ। ਇਸ ਤੋਂ ਆਪਾਂ ਨੂੰ ਐਗ ਤਾਂ ਮਿਲਦੇ ਹੀ ਮਿਲਦੇ ਨੇ, ਪਲੱਸ ਇਹਨਾਂ ਦੀ ਨਸਲ ਨੂੰ ਵਧਾਉਣ ਵਾਸਤੇ ਇਹ ਮੁਰਗੀ ਸਹੀ ਹੈ, ਪਲੱਸ ਆਪਾਂ ਨੂੰ ਮੀਟ ਇਸ ਤੋਂ ਵੀ ਮਿਲ ਜਾਂਦਾ ਹੈ। ਨੈਕਸਟ ਹੈ ਜੀ ਵਾਈਟ ਪਲਾਈਮਾਊਥ ਰੋਕ। ਵਾਈਟ ਪਲਾਈਮਾਊਥ ਰੋਕ 140 ਅੰਡੇ ਸਾਲ ਦੇ ਵਿੱਚ ਦਿੰਦੀ ਹੈ, ਹੋਰ ਵੀ ਘਟ ਗਏ। ਇਹਦਾ ਕਲਰ ਵੀ ਅੰਡੇ ਦਾ ਕੀ ਹੁੰਦਾ? ਵਾਈਟ ਕਲਰ ਹੁੰਦਾ, ਔਰ ਮੁਰਗੀ ਦਾ ਕਲਰ ਵੀ ਵਾਈਟ ਕਲਰ ਦਾ ਹੀ ਹੁੰਦਾ ਹੈ। ਸੋ 5 ਤਰ੍ਹਾਂ ਦੀਆਂ ਮੁਰਗੀਆਂ ਜਾਂ ਮੁਰਗਾ ਜਿਹੜੇ ਤੁਸੀਂ ਨੇ ਉਹ ਪੜੇ ਨੇ, ਜਿਹਦੇ ਵਿੱਚੋਂ ਦੇਸੀ ਮੁਰਗੀ ਦਾ ਨਾਮ ਕੀ ਹੁੰਦਾ ਜੀ? ਰੋਡ ਆਈਲੈਂਡ ਰੈੱਡ, ਜਿਹੜੀ ਕਿ ਬਰਾਊਨ ਕਲਰ ਜਾਂ ਰੈੱਡ ਕਲਰ ਦਾ ਅੰਡਾ ਦਿੰਦੀ ਹੈਗੀ। ਸੋ ਪੋਲਟਰੀ ਤੋਂ ਬਾਅਦ ਹੋਰ ਲੋਕ ਕੀ ਪਾਲਦੇ ਨੇ? ਮੱਛੀ ਪਾਲਦੇ ਨੇ, ਦੈਟ ਇਜ਼ ਫਿਸ਼ਰੀਜ਼। ਫਿਸ਼ਰੀਜ਼ ਨੂੰ, ਮੱਛੀ ਪਾਲਣ ਨੂੰ ਆਪਾਂ ਐਕਵਾਕਲਚਰ ਕਹਿ ਦਿੰਦੇ ਆ। ਠੀਕ ਹੈ, ਲੋਕ ਕਈ ਵਾਰ ਤਾਂ ਮੱਛੀਆਂ ਆਪਣੇ ਘਰਾਂ ਦੇ ਵਿੱਚ ਸਜਾਵਟ ਦੇ ਰੂਪ ਦੇ ਵਿੱਚ ਐਕੁਆਰੀਅਮਸ ਦੇ ਵਿੱਚ ਰੱਖ ਲੈਂਦੇ ਨੇ। ਮੱਛੀਆਂ 2 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਜਿਹੜੀਆਂ ਸਮੁੰਦਰੀ ਮੱਛੀਆਂ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਮੈਰਾਈਨ ਫਿਸ਼ ਕਹਿੰਦੇ ਆ। ਸਭ ਤੋਂ ਜ਼ਿਆਦਾ ਮੈਰਾਈਨ ਫਿਸ਼ ਹੈ ਮਹਾਰਾਸ਼ਟਰ ਦੇ ਵਿੱਚ ਹੈ। ਐਂਡ ਦੂਜੀ ਚੀਜ਼ ਹੈ ਆਪਣੇ ਕੋਲੇ
ਫਰੈਸ਼ ਵਾਟਰ ਫਿਸ਼ ਜਿਹੜੀ ਕਿ ਸਭ ਤੋਂ ਜ਼ਿਆਦਾ ਕਿੱਥੇ ਹੈ, ਪੱਛਮ ਬੰਗਾਲ ਦੇ ਵਿੱਚ ਹੈ। ਪੱਛਮ ਬੰਗਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਪੱਛਮ ਬੰਗਾਲ ਦੇ ਵਿੱਚ ਇਲੈਕਸ਼ਨਸ ਚੱਲ ਰਹੀਆਂ ਨੇ। ਐਂਡ ਕੱਲ ਦੀ ਨਿਊਜ਼ ਦੀ ਗੱਲ ਕੀਤੀ ਜਾਵੇ ਤਾਂ ਮਮਤਾ ਬੈਨਰਜੀ ਦੇ ਉੱਤੇ 24 ਘੰਟੇ ਦੇ ਲਈ ਬੈਨ ਕਰ ਦਿੱਤਾ ਗਿਆ ਹੈ ਕਿ 24 ਘੰਟੇ ਉਹ ਕੋਈ ਵੀ ਭਾਸ਼ਣ ਨਹੀਂ ਦੇ ਸਕਦੀ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਬੈਨ ਲਗਾਇਆ ਹੈ। ਸੋ ਫਿਸ਼ਰੀਜ਼ ਸਭ ਤੋਂ ਜ਼ਿਆਦਾ ਮੈਰਾਈਨ ਫਿਸ਼ ਕਿੱਥੇ ਹੈ, ਮਹਾਰਾਸ਼ਟਰ ਦੇ ਵਿੱਚ, ਔਰ ਦੂਜੀ ਸਭ ਤੋਂ ਜ਼ਿਆਦਾ ਫਰੈਸ਼ ਵਾਟਰ ਫਿਸ਼ ਕਿੱਥੇ ਹੈ, ਵੈਸਟ ਬੰਗਾਲ ਦੇ ਵਿੱਚ। ਫਿਸ਼ ਦੀਆਂ ਵੀ ਬਹੁਤ ਸਾਰੀਆਂ ਮਤਲਬ ਬਰੀਡਸ ਹੁੰਦੀਆਂ ਨੇ, ਸਕਰਨੀ ਮੱਛੀ ਹੋ ਗਈ, ਹੋਰ ਕਈ ਤਰ੍ਹਾਂ ਦੀਆਂ ਮੱਛੀਆਂ ਹੁੰਦੀਆਂ ਨੇ, ਬੇਲ ਮੱਛੀ ਹੋ ਗਈ, ਬਲੂ ਵੇਲ ਹੋ ਗਈ, ਓਸ਼ੀਅਨ ਵੇਲ ਹੋ ਗਈ, ਅਲੱਗ-ਅਲੱਗ ਤਰ੍ਹਾਂ ਦੀਆਂ ਫਿਸ਼ਸ ਨੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਜਾਂ ਪੂਰੇ ਵਰਲਡ ਦੇ ਵਿੱਚ ਪਾਈਆਂ ਜਾਂਦੀਆਂ। Now coming to the last topic of agriculture, this is very important। ਇਹਦੇ ਵਿੱਚੋਂ definitely ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲੇਗਾ। important agriculture institutes in India, ਕੁਝ ਐਗਰੀਕਲਚਰ ਇੰਪੋਰਟੈਂਟ ਇੰਸਟੀਟਿਊਟ ਨੇ ਜਿਹੜੇ ਉਹਨਾਂ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਇੰਸਟੀਟਿਊਟ ਆਪਾਂ 3 ਜਾਂ 4 ਇੰਸਟੀਟਿਊਟ ਪੜਾਂਗੇ, 5-6 ਯੂਨੀਵਰਸਿਟੀਆਂ ਪੜਾਂਗੇ। ਸਭ ਤੋਂ ਪਹਿਲਾਂ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ IARI, ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ, ਜਿਸ ਨੂੰ ਆਪਾਂ ਪੂਸਾ ਇੰਸਟੀਟਿਊਟ ਦੇ ਨਾਮ ਤੋਂ ਵੀ ਜਾਣਦੇ ਹਾਂ, which is also known as ਪੂਸਾ ਇੰਸਟੀਟਿਊਟ। ਪੂਸਾ ਇੰਸਟੀਟਿਊਟ ਹੈ ਜਿਹੜਾ ਉਹ ਪਹਿਲਾਂ ਪੂਸਾ ਬਿਹਾਰ ਦੇ ਵਿੱਚ ਹੁੰਦਾ ਸੀਗਾ। ਇਸ ਦਾ ਜਿਹੜਾ ਨਾਮ ਰੱਖਿਆ ਗਿਆ ਸੀ ਇੰਪੀਰੀਅਲ ਇੰਸਟੀਟਿਊਟ ਆਫ ਐਗਰੀਕਲਚਰ ਰਿਸਰਚ, 1911 ਦੇ ਵਿੱਚ ਇਹਦਾ ਨਾਮ ਇੰਪੀਰੀਅਲ ਇੰਸਟੀਟਿਊਟ ਆਫ ਐਗਰੀਕਲਚਰ ਰਿਸਰਚ ਰੱਖਿਆ ਗਿਆ ਸੀ। ਪੂਸਾ ਬਿਹਾਰ ਦੇ ਵਿੱਚ ਹੈ। ਇਸ ਤੋਂ ਬਾਅਦ ਇਸ ਨੂੰ ਰੀਲੋਕੇਟ ਕਰ ਦਿੱਤਾ ਗਿਆ, ਇਸ ਨੂੰ ਚੇਂਜ ਕਰਕੇ ਦਿੱਲੀ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਔਰ ਇਸ ਦਾ ਜਿਹੜਾ ਨਾਮ ਰੱਖ ਦਿੱਤਾ ਗਿਆ ICAR, ਯਾਨੀ ਕਿ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਜਾਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਿਹੜਾ ਹੈ ਉਹ ਰੱਖ ਦਿੱਤਾ ਗਿਆ। ICAR ਬੇਸਿਕਲੀ ਇੱਕ ਅਪੈਕਸ ਬਾਡੀ ਹੈ ਜਿਹੜੀ ਕਿ ਇਸ ਇੰਸਟੀਟਿਊਟ ਨੂੰ ਚਲਾਉਂਦੀ ਹੈ। ਬੇਸਿਕਲੀ ਨਾਮ ਤਾਂ ਇਹਦਾ IARI ਹੀ ਹੈ, ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ। ਇਹ ਸੀ ਪਹਿਲਾ ਇੰਸਟੀਟਿਊਟ ਜੀ। ਉਸ ਤੋਂ ਬਾਅਦ ਨੈਕਸਟ ਇੰਸਟੀਟਿਊਟ ਬਾਰੇ ਆਪਾਂ ਪੜ੍ਹਨ ਲੱਗੇ ਹਾਂ। ਨੈਕਸਟ ਇੰਸਟੀਟਿਊਟ ਬਾਰੇ ਆਪਾਂ ਪੜਾਂਗੇ ICAR ਬਾਰੇ। ICAR ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ। ICAR ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਜਿਹੜਾ ਕਿ IARI ਨੂੰ ਕੰਟਰੋਲ ਕਰਦਾ ਹੈ, ਯਾਨੀ ਕਿ ਮਿਨਿਸਟਰੀ ਆਫ ਐਗਰੀਕਲਚਰ ਦੇ ਅੰਡਰ ਆਉਂਦਾ ਹੈ। ਓਕੇ, ਸਭ ਤੋਂ ਪਹਿਲੇ ਇੰਸਟੀਟਿਊਟ ਦਾ ਨਾਮ ਹੈ ਪੂਸਾ, ਜਾਂ ਜਿਸ ਨੂੰ ਆਪਾਂ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਦੇ ਨਾਮ ਤੋਂ ਜਾਣਦੇ ਹਾਂ। ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ, ਇਸ ਨੂੰ ਕੰਟਰੋਲ ਕੀਤਾ ਜਾਂਦਾ ਹੈ ICRA ਦੁਆਰਾ, ਇੰਡੀਅਨ ਕਾਉਂਸਲ ਆਫ ਰਿਸਰਚ ਐਗਰੀਕਲਚਰ, ਸੌਰੀ ICAR, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ICAR ਦੁਆਰਾ ਇਹ ਕੰਟਰੋਲ ਕੀਤਾ ਜਾਂਦਾ ਹੈ। ਪਹਿਲਾਂ IARI ਜਿਹੜਾ ਪੂਸਾ ਇੰਸਟੀਟਿਊਟ ਜਿਹਨੂੰ ਕਹਿੰਦੇ ਆ, ਇਹਦਾ ਪੁਰਾਣਾ ਨਾਮ ਇੰਪੀਰੀਅਲ ਇੰਸਟੀਟਿਊਟ ਆਫ ਐਗਰੀਕਲਚਰ ਰਿਸਰਚ ਹੁੰਦਾ ਸੀ 1911 ਦੇ ਵਿੱਚ। ਇਹ ਪਹਿਲਾਂ ਬਿਹਾਰ 'ਚ ਹੁੰਦਾ ਸੀ, ਪੂਸਾ ਬਿਹਾਰ ਜਗ੍ਹਾ ਦਾ ਨਾਮ ਹੈ ਜੀ, ਪੂਸਾ ਬਿਹਾਰ ਦੇ ਵਿੱਚ, ਜਿਸ ਕਰਕੇ ਇਸ ਨੂੰ ਪੂਸਾ ਇੰਸਟੀਟਿਊਟ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਇਸ ਦੇ ਹੈੱਡਕੁਆਟਰਸ ਨੇ ਜਿਹੜੇ ਉਹ ਚੇਂਜ ਕਰਕੇ ਕਿੱਥੇ ਰੱਖ ਦਿੱਤੇ ਗਏ, ਦਿੱਲੀ ਦੇ ਵਿੱਚ ਚੇਂਜ ਕਰ ਦਿੱਤੇ ਗਏ। ਦਿੱਲੀ ਦੇ ਵਿੱਚ ਜਦੋਂ ਚੇਂਜ ਕੀਤੇ ਗਏ ਤਾਂ ਇਹ ਜਿਹੜਾ ਇੰਸਟੀਟਿਊਟ ਹੈ ਇਹ ਪੂਰੇ ਦਾ ਪੂਰਾ ਆ ਗਿਆ। ਹੁਣ ਆਪਾਂ ਸਿੱਖਾਂਗੇ ICAR ਕੀ ਹੈ। ICAR ਉਹ ਡਿਪਾਰਟਮੈਂਟ ਹੈ ਜਿਹੜਾ ਮਿਨਿਸਟਰੀ ਆਫ ਐਗਰੀਕਲਚਰ ਦੇ ਅੰਡਰ ਆਉਂਦਾ ਹੈ। ਹਿੰਦੁਸਤਾਨ ਦਾ ਸਭ ਤੋਂ ਵੱਡਾ ਡਿਪਾਰਟਮੈਂਟ, ਸਭ ਤੋਂ ਵੱਡਾ ਐਗਰੀਕਲਚਰ ਦਾ ਜਿਹੜਾ ਡਿਪਾਰਟਮੈਂਟ ਹੈ ਉਹ ICAR ਹੈ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ। ਠੀਕ ਹੈ ਜੀ, ਜੋ ਵੀ ਖੇਤੀਬਾੜੀ ਦੇ ਡਿਸੀਜਨ ਲੈਣੇ ਹੁੰਦੇ ਨੇ, ਕੋਈ ਵੀ ਕੁਝ ਕਰਨਾ ਹੁੰਦਾ ਹੈ, ਇਹ ਮਿਨਿਸਟਰੀ ਆਫ ਐਗਰੀਕਲਚਰ ਦਾ ਪਾਰਟ ਹੈ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ। ਦੇਖਿਆ ਜਾਵੇ ਤਾਂ ਜਿਹੜਾ ਯੂਨੀਅਨ ਮਿਨਿਸਟਰ ਹੁੰਦਾ ਐਗਰੀਕਲਚਰ ਦਾ, ਇਸ ਸਮੇਂ ਜਿਹੜਾ ਆਪਣੇ ਇੰਡੀਆ ਦਾ ਐਗਰੀਕਲਚਰ ਮਿਨਿਸਟਰ ਹੈ ਉਹਦਾ ਨਾਮ ਕੀ ਹੈ, ਨਰਿੰਦਰ ਸਿੰਘ ਤੋਮਰ। ਨਰਿੰਦਰ ਤੋਮਰ ਇਹੀ ਜਿਹੜਾ ਹੈ ICAR ਦਾ ਪ੍ਰੈਜ਼ੀਡੈਂਟ ਹੁੰਦਾ ਹੈ, ਯਾਨੀ ਕਿ ਜਿਹੜੇ ਆਪਣੇ ਦੇਸ਼ ਦੀ ਐਗਰੀਕਲਚਰਲ ਮਿਨਿਸਟਰੀ ਹੈ ਉਹਦਾ ਜਿਹੜਾ ਪ੍ਰਧਾਨ ਹੁੰਦਾ ਹੈ, ਜੋ ਇਸ ਸਮੇਂ ਨਰਿੰਦਰ ਤੋਮਰ ਹੈ, ਉਹੀ ਜਿਹੜਾ ਹੈ ICAR ਦਾ ਚੇਅਰਮੈਨ ਜਾਂ ਪ੍ਰੈਜ਼ੀਡੈਂਟ ਵੀ ਹੁੰਦਾ ਹੈ। ਨੈਕਸਟ ਇਸ ਤੋਂ ਬਾਅਦ ਹੋਰ ਕਿਹੜਾ ਇੰਸਟੀਟਿਊਟ ਹੈ ਜਿਹੜਾ ਇੰਪੋਰਟੈਂਟ ਹੈ। ਦੇਖੋ ਮੈਂ ਇੰਸਟੀਟਿਊਟਸ ਪੜ੍ਹਾ ਰਿਹਾ, ਯੂਨੀਵਰਸਿਟੀਜ਼ ਨੂੰ ਬਾਅਦ ਚ ਪੜ੍ਹਾਉਣਾ।
ਇੰਸਟੀਟਿਊਟਸ ਦੇ ਵਿੱਚੋਂ ਹੋਰ ਆਪਣੇ ਕੋਲੇ ਇੰਸਟੀਟਿਊਟ NDRI ਇੰਸਟੀਟਿਊਟ, ਤੀਜਾ ਇੰਸਟੀਟਿਊਟ ਹੈ ਰਿਸਰਚ ਇੰਸਟੀਟਿਊਟ, ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ NDRI। ਇਸ ਨੂੰ ਆਪਾਂ ਕਰਨਾਲ ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਦੇ ਨਾਮ ਤੋਂ ਵੀ ਜਾਣਦੇ ਹਾਂ। ਕਿਉਂ ਜਾਣਦੇ ਆ? ਕਿਉਂਕਿ ਸਭ ਤੋਂ ਪਹਿਲਾਂ ਇਹ ਕਿੱਥੇ ਸੀਗਾ? ਕਰਨਾਲ ਦੇ ਵਿੱਚ ਸੀਗਾ। ਔਰ ਕਰਨਾਲ ਦੇ ਵਿੱਚ ਇਸ ਨੂੰ ਇੰਪੀਰੀਅਲ ਇੰਸਟੀਟਿਊਟ ਆਫ ਐਨੀਮਲ ਹਸਬੈਂਡਰੀ ਐਂਡ ਡੇਅਰਿੰਗ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਉਸ ਤੋਂ ਬਾਅਦ 1923 ਦੇ ਵਿੱਚ ਇਹਦੀ ਬ੍ਰਾਂਚ ਬੰਗਲੌਰ ਸ਼ਿਫਟ ਕਰ ਦਿੱਤੀ ਗਈ। ਉਸ ਦਾ ਰੀਨੇਮ ਕਰਕੇ ਨੇਮ ਚੇਂਜ ਕਰਕੇ ਇੰਪੀਰੀਅਲ ਡੇਅਰੀ ਇੰਸਟੀਟਿਊਟ ਰੱਖ ਦਿੱਤਾ ਗਿਆ 1936 ਦੇ ਵਿੱਚ। ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਦੇ ਨਾਮ ਤੋਂ ਜਾਣਦੇ ਹਾਂ। 1947 ਤੋਂ ਬਾਅਦ ਇਹ ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਬਣ ਚੁੱਕਿਆ ਹੈ। ਜਿਹੜੇ NDRI ਹੈ, ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਹੈ, ਇਹਦੇ ਜਿਹੜੇ ਹੈੱਡਕੁਆਟਰ ਸੀਗੇ ਬੰਗਲੌਰ ਤੋਂ ਸ਼ਿਫਟ ਕਰਕੇ ਦੁਬਾਰਾ ਫਿਰ ਕਰਨਾਲ ਦੇ ਵਿੱਚ ਸ਼ਿਫਟ ਕਰ ਦਿੱਤੇ ਗਏ ਸੀ। ਤਾਂ ਹੁਣ ਇਹਦੇ ਵਿੱਚ ਤੁਸੀਂ ਦੇਖੋ, ਬਾਲਾ ਬੈਕਗ੍ਰਾਉਂਡ 'ਚ ਨਹੀਂ ਜਾਣਾ, ਇਹਦੇ ਵਿੱਚ ਯਾਦ ਕੀ ਕਰਨਾ ਹੈ, ਜਿਹੜਾ ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ ਹੈ, ਇਹਦੇ ਹੈੱਡਕੁਆਟਰ ਇਸ ਸਮੇਂ ਕਿੱਥੇ ਨੇ? ਕਰਨਾਲ 'ਚ ਨੇ। ਇਸ ਸਮੇਂ ਕਿੱਥੇ ਨੇ? ਕਰਨਾਲ ਦੇ ਵਿੱਚ ਹੈਗੇ। ਸੋ 3 ਇੰਸਟੀਟਿਊਟ ਪੜ੍ਹੇ ਨੇ। ਹੁਣ ਆਪਾਂ ਯੂਨੀਵਰਸਿਟੀਜ਼ ਪੜਾਂਗੇ। ਯੂਨੀਵਰਸਿਟੀਜ਼ ਆਪਾਂ ਉਸ ਹਿਸਾਬ ਨਾਲ ਪੜਾਂਗੇ, ਸਭ ਤੋਂ 올ਡ, ਫਿਰ ਦੂਜੇ ਨੰਬਰ ਤੇ 올ਡ, ਫਿਰ ਤੀਜੇ ਨੰਬਰ ਤੇ 올ਡ ਦੀ ਗੱਲ ਕਰ ਰਹੇ ਹਾਂ। ਸਭ ਤੋਂ ਜਿਹੜੀ 올ਡ ਯੂਨੀਵਰਸਿਟੀ ਹੈ, ਸਭ ਤੋਂ ਪਹਿਲਾਂ ਆਪਾਂ ਪੜਨ ਲੱਗੇ ਹਾਂ, ਸਭ ਤੋਂ 올ਡ ਯੂਨੀਵਰਸਿਟੀ ਹੈ GB ਪੰਤ ਯੂਨੀਵਰਸਿਟੀ। ਸਭ ਤੋਂ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਐਗਰੀਕਲਚਰ ਐਂਡ ਟੈਕਨੋਲੋਜੀ ਦੀ, ਉਹਦਾ ਨਾਮ ਕੀ ਹੈ ਇੰਡੀਆ ਦੇ ਵਿੱਚ? GB ਪੰਤ ਯੂਨੀਵਰਸਿਟੀ। ਧਿਆਨ ਨਾਲ ਸੁਣਨਾ ਹੈ, GB ਪੰਤ ਯੂਨੀਵਰਸਿਟੀ। GB ਪੰਤ ਯੂਨੀਵਰਸਿਟੀ ਨੂੰ ਪੰਤ ਨਗਰ ਯੂਨੀਵਰਸਿਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਹ ਇੰਡੀਆ ਦੀ ਸਭ ਤੋਂ ਪਹਿਲੀ ਐਗਰੀਕਲਚਰ ਯੂਨੀਵਰਸਿਟੀ ਹੈ, ਸਭ ਤੋਂ ਪਹਿਲੀ ਐਗਰੀਕਲਚਰ ਯੂਨੀਵਰਸਿਟੀ ਹੈ। ਇਸ ਦਾ ਉਦਘਾਟਨ ਜਵਾਹਰ ਲਾਲ ਨਹਿਰੂ ਦੁਆਰਾ ਕੀਤਾ ਗਿਆ ਸੀ 1960 ਦੇ ਵਿੱਚ। 1960 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ 1972 ਦੇ ਵਿੱਚ ਇਹਦਾ ਨਾਮ ਚੇਂਜ ਕਰ ਦਿੱਤਾ ਗਿਆ ਸੀ। ਪਹਿਲਾਂ ਇਹਦਾ ਨਾਮ ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ ਹੁੰਦਾ ਸੀ। ਉਸ ਤੋਂ ਬਾਅਦ ਇਸ ਦਾ ਨਾਮ ਗੋਬਿੰਦ ਬੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ, ਯਾਨੀ ਕਿ GB ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ ਰੱਖ ਦਿੱਤਾ ਗਿਆ ਸੀ। ਸੋ ਯੂਨੀਵਰਸਿਟੀਜ਼ ਦੇ ਵਿੱਚ ਸਭ ਤੋਂ ਪੁਰਾਣੀ ਯੂਨੀਵਰਸਿਟੀ ਕਿਹੜੀ ਹੈ ਜੀ? GB ਪੰਤ ਯੂਨੀਵਰਸਿਟੀ, ਜਿਸ ਨੂੰ ਆਪਾਂ ਪੰਤ ਨਗਰ ਯੂਨੀਵਰਸਿਟੀ ਵੀ ਬੋਲਦੇ ਹਾਂ, ਜਿਹੜੀ ਕਿ ਯੂਪੀ ਦੇ ਵਿੱਚ ਹੈ। ਔਰ ਯੂਪੀ ਦੇ ਵਿੱਚ ਪਹਿਲਾਂ ਇਹਦਾ ਨਾਮ ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ ਹੁੰਦਾ ਸੀ। ਬਾਅਦ ਦੇ ਵਿੱਚ 1972 ਦੇ ਵਿੱਚ ਇਹਦਾ ਨਾਮ ਚੇਂਜ ਕਰਕੇ GB ਬੱਲਭ ਪੰਤ ਯੂਨੀਵਰਸਿਟੀ ਰੱਖ ਦਿੱਤਾ ਗਿਆ। ਔਰ ਇਹ ਬਣੀ ਕਦੋਂ ਸੀ? 1960 ਦੇ ਵਿੱਚ। ਸਭ ਤੋਂ ਪਹਿਲੀ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਹਿੰਦੁਸਤਾਨ 'ਚ ਕਦੋਂ ਬਣੀ ਆ? 1960 ਦੇ ਵਿੱਚ। ਉਸ ਤੋਂ ਬਾਅਦ ਆਪਾਂ ਨੇ ਜੀ ਸੈਕਿੰਡ ਨੰਬਰ ਤੇ। ਸੈਕਿੰਡ ਨੰਬਰ ਤੇ ਯੂਨੀਵਰਸਿਟੀ ਹੈ ਜੀ ਆਪਣੀ ਉੜੀਸਾ ਯੂਨੀਵਰਸਿਟੀ। ਸੈਕਿੰਡ ਨੰਬਰ ਤੇ ਜਿਹੜੀ ਸੈਕਿੰਡ ओल्डेस्ट यूनिवर्सिटी है, दैट इज ओडिशा यूनिवर्सिटी ऑफ एग्रीकल्चर एंड टेक्नोलॉजी। ਇਹ ਜੀ ਜਿਹੜੇ ਹੈੱਡਕੁਆਟਰ ਨੇ ਜਾਂ ਲੋਕੇਸ਼ਨ ਹੈ ਭੁਵਨੇਸ਼ਵਰ ਉੜੀਸਾ ਦੇ ਵਿੱਚ ਹੈ। ਇਹ 1961 ਚ ਬਣੀ ਸੀ, 1961 ਦੇ ਵਿੱਚ। ਇਹ ਸੈਕਿੰਡ 올ਡੈਸਟ ਐਗਰੀਕਲਚਰ ਯੂਨੀਵਰਸਿਟੀ ਹੈ ਪੂਰੇ ਇੰਡੀਆ ਦੀ। ਤੀਜੀ ਜਿਹੜੀ 올ਡੈਸਟ ਯੂਨੀਵਰਸਿਟੀ ਆ ਉਹ ਆਪਣੀ ਲੁਧਿਆਣੇ ਵਾਲੀ ਯੂਨੀਵਰਸਿਟੀ ਹੈ, ਜਿਸ ਨੂੰ ਆਪਾਂ ਬੋਲਦੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ, PAU। PAU ਕਿੱਥੇ ਬਣੀ ਹੋਈ ਹੈ ਜੀ? ਲੁਧਿਆਣੇ ਬਣੀ ਹੋਈ ਹੈ। ਇਹ ਥਰਡ 올ਡੈਸਟ ਐਗਰੀਕਲਚਰ ਯੂਨੀਵਰਸਿਟੀ ਹੈ ਪੂਰੇ ਇੰਡੀਆ ਦੀ। ਠੀਕ ਹੈ ਜੀ। ਇਹ ਕਦੋਂ ਬਣੀ ਹੈ? 1962 ਦੇ ਵਿੱਚ ਬਣੀ ਹੈ। ਪਹਿਲਾਂ GB ਪੰਤ ਯੂਨੀਵਰਸਿਟੀ ਬਣੀ, ਫਿਰ ਉਸ ਤੋਂ ਬਾਅਦ ਉੜੀਸਾ ਵਾਲੀ ਯੂਨੀਵਰਸਿਟੀ ਬਣੀ, ਔਰ ਤੀਜੇ ਨੰਬਰ ਤੇ ਯੂਨੀਵਰਸਿਟੀ ਕਿਹੜੀ ਬਣੀ ਹੈ? PAU ਬਣੀ ਹੈ। PAU ਦਾ ਉਦਘਾਟਨ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਕਰਵਾਇਆ ਗਿਆ ਸੀ। 1963 ਦੇ ਵਿੱਚ ਇਹਦਾ ਉਦਘਾਟਨ ਕਰਵਾਇਆ ਗਿਆ ਸੀ, ਪਰ ਇਹ ਬਣ 1962 ਚ ਹੀ ਗਈ ਸੀ। ਔਰ ਇੱਕ ਚੀਜ਼ ਸਭ ਤੋਂ ਇੰਪੋਰਟੈਂਟ, ਪੂਰੇ ਏਸ਼ੀਆ ਦੀ ਸਭ ਤੋਂ ਲਾਰਜੈਸਟ ਯੂਨੀਵਰਸਿਟੀ ਇਹੀ ਹੈ। ਪੂਰੇ ਏਸ਼ੀਆ ਦੀ ਸਭ ਤੋਂ ਲਾਰਜੈਸਟ ਯੂਨੀਵਰਸਿਟੀ ਕਿਹੜੀ ਹੈ? ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਇਹ ਥਰਡ 올ਡੈਸਟ ਹੈ ਐਂਡ ਏਸ਼ੀਆ ਦੀ ਲਾਰਜੈਸਟ। ਨੈਕਸਟ 3 ਯੂਨੀਵਰਸਿਟੀਜ਼ ਆਪਾਂ ਪੜ੍ਹੀਆਂ। ਹੁਣ ਚੌਥੀ ਯੂਨੀਵਰਸਿਟੀ ਆਪਾਂ ਪੜ੍ਹਨ ਲੱਗੇ ਹਾਂ ਜੀ, ਲਾਲਾ ਲਾਜਪਤ ਰਾਏ ਯੂਨੀਵਰਸਿਟੀ। ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਸ,
ਲਾਲਾ ਲਾਜਪਤ ਰਾਏ ਜੀ ਦੇ ਨਾਮ ਦੇ ਉੱਤੇ ਇਹ ਯੂਨੀਵਰਸਿਟੀ ਬਣਾਈ ਗਈ ਸੀ। ਦੇਖਿਆ ਜਾਵੇ ਤਾਂ ਲਾਲਾ ਲਾਜਪਤ ਰਾਏ ਜੀ ਮੋਗੇ ਤੋਂ ਬਿਲੋਂਗ ਕਰਦੇ ਸੀ, ਤਾਂ ਇਹ ਮੋਗੇ ਹੋਣੀ ਚਾਹੀਦੀ ਸੀ, ਪਰ ਨਹੀਂ, ਇਹ ਹਰਿਆਣੇ ਦੇ ਹਿਸਾਰ ਦੇ ਵਿੱਚ ਇਹ ਯੂਨੀਵਰਸਿਟੀ ਬਣਾਈ ਗਈ ਹੈ, ਜਿੱਥੇ ਕਿ ਜਿਹੜੇ ਪਸ਼ੂ ਨੇ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਯੂਨੀਵਰਸਿਟੀ ਹੈ ਜਿਹੜੀ ਇਹ ਬਣਾਈ ਗਈ ਹੈ। ਪਸ਼ੂਆਂ ਦੇ ਉੱਤੇ ਰਿਸਰਚ ਕੀਤੀ ਜਾਂਦੀ ਹੈ ਐਂਡ ਪਸ਼ੂਆਂ ਦੀ ਸਾਂਭ ਸੰਭਾਲ ਵਾਸਤੇ ਨੁਕਸੇ ਦੱਸੇ ਜਾਂਦੇ ਨੇ। ਇਹ ਲਾਲਾ ਲਾਜਪਤ ਰਾਏ ਜੀ ਦੇ ਨਾਮ ਦੇ ਉੱਤੇ ਹਿਸਾਰ ਹਰਿਆਣੇ ਦੇ ਵਿੱਚ ਬਣਾਈ ਗਈ ਸੀ। ਇਸ ਤੋਂ ਬਾਅਦ ਨੈਕਸਟ ਆਪਾਂ ਪੜਾਂਗੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ। ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ, ਦੇਖੋ ਜੀ ਇਹ ਜਿਹੜੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਹੈ, ਇਹ PAU ਦਾ ਪਾਰਟ ਸੀਗਾ। ਇਹ ਕੀ ਸੀਗੀ? ਲੁਧਿਆਣੇ ਦੇ ਵਿੱਚ PAU ਦਾ ਪਾਰਟ ਸੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਪਾਰਟ ਸੀ, ਪਰੰਤੂ 2005 ਦੇ ਵਿੱਚ ਇਸ ਨੂੰ PAU ਤੋਂ ਅਲੱਗ ਕਰ ਦਿੱਤਾ ਗਿਆ। ਪਰੰਤੂ 2005 ਦੇ ਵਿੱਚ ਇਸ ਨੂੰ PAU ਦੇ ਵਿੱਚੋਂ ਅਲੱਗ ਕਰ ਦਿੱਤਾ ਗਿਆ। ਸੋ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਜਿਹੜਾ ਪਹਿਲਾਂ PAU ਦਾ ਪਾਰਟ ਸੀ, 2005 ਦੇ ਵਿੱਚ ਇਸ ਨੂੰ ਅਲੱਗ ਕਰ ਦਿੱਤਾ ਗਿਆ। ਕਿਉਂ? ਕਿਉਂਕਿ ਕਿਹਾ ਗਿਆ ਸੀ ਕਿ ਇੱਥੇ ਜਿਹੜੇ ਐਨੀਮਲਸ ਦੀ ਰਿਸਰਚ ਹੁੰਦੀ ਹੈ, ਇਹਨਾਂ ਦੇ ਉੱਤੋਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਕਮਿਊਨੀਕੇਬਲ ਡਿਜ਼ੀਜ਼ ਦੇ ਰੂਪ ਧਾਰਨ ਕਰ ਲੈਂਦੀਆਂ ਨੇ, ਔਰ ਇਹ ਇੱਕ ਕਿਸੇ ਵੀ ਪੌਦੇ ਨੂੰ ਜਾਂ ਕਿਸੇ ਵੀ ਮਨੁੱਖ ਨੂੰ ਇਹ ਬਿਮਾਰੀਆਂ ਨੇ ਜਿਹੜੀਆਂ ਉਹ ਅਟੈਕ ਕਰ ਸਕਦੀਆਂ ਨੇ। ਇਸ ਕਰਕੇ ਇਸ ਨੂੰ PAU ਚੋਂ ਅਲੱਗ ਕੀਤਾ ਗਿਆ ਸੀ। ਨੈਕਸਟ ਆਪਾਂ ਪੜਨ ਲੱਗੇ ਹਾਂ ਜੀ, ਚੌਧਰੀ ਸਵਰਨ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਿਆ। ਚੌਧਰੀ ਸਵਰਨ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਿਆ, ਨਾਮ ਤੋਂ ਹੀ ਪਤਾ ਲੱਗ ਰਿਹਾ ਜੀ ਹਿਮਾਚਲ ਪ੍ਰਦੇਸ਼, ਤਾਂ ਇਹ ਕਿੱਥੇ ਹੋਊਗੀ? ਹਿਮਾਚਲ ਪ੍ਰਦੇਸ਼ ਦੇ ਵਿੱਚ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਿੱਥੇ? ਪਾਲਮਪੁਰ ਦੇ ਵਿੱਚ ਹੈ ਜੀ। ਇਹ 1978 ਦੇ ਵਿੱਚ ਇਹ ਯੂਨੀਵਰਸਿਟੀ ਬਣੀ ਸੀਗੀ। ਬੇਸਿਕਲੀ ਤਾਂ 1966 ਚ ਬਣ ਗਈ ਸੀ, ਬਟ ਇਹਦੇ ਵਿੱਚ ਹੋਰ ਐਕਸਪੈਂਸ਼ਨ ਹੋਈ ਹੈ। ਇਹਦੇ ਵਿੱਚ ਕਾਲਜ ਬਣ ਚੁੱਕੇ ਇੱਕ ਪੂਰੇ ਦਾ ਪੂਰਾ 1978 ਦੇ ਵਿੱਚ ਬਣਿਆ ਸੀ। ਐਂਡ ਨੈਕਸਟ ਲਾਸਟ ਜਿਹੜੀ ਯੂਨੀਵਰਸਿਟੀ ਆਪਾਂ ਪੜਨ ਲੱਗੇ ਹਾਂ ਜੀ, ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸਿਸ ਬੈਂਗਲੌਰ ਦੀ ਯੂਨੀਵਰਸਿਟੀ ਹੈ। ਇਹ 1964 ਦੇ ਵਿੱਚ ਬਣੀ ਸੀ। ਹੈੱਡਕੁਆਟਰ ਇਸ ਦੇ ਬੈਂਗਲੌਰ ਦੇ ਵਿੱਚ ਹਨ। ਸੋ ਪਹਿਲੀਆਂ ਤਿੰਨ ਜਿਹੜੀਆਂ ਇੰਪੋਰਟੈਂਟ ਯੂਨੀਵਰਸਿਟੀ ਸੀਗੀਆਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸਭ ਤੋਂ ਪਹਿਲੀ GV ਪੰਤ ਯੂਨੀਵਰਸਿਟੀ, ਦੂਜੀ ਉੜੀਸਾ ਵਾਲੀ ਯੂਨੀਵਰਸਿਟੀ, ਔਰ ਤੀਜੀ ਹੈ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਸੋ ਫਰੈਂਡਸ, ਇਹ ਸੀ ਪੰਜਾਬ ਪਟਵਾਰੀ ਦੇ ਐਗਰੀਕਲਚਰ ਦਾ ਭਾਗ 3। ਇਸ ਤੋਂ ਪਹਿਲਾਂ ਆਲਰੇਡੀ 2 ਭਾਗ ਆ ਚੁੱਕੇ ਨੇ। ਫਰੈਂਡਸ, ਜਿਨ੍ਹਾਂ ਨੇ ਹਜੇ ਤੱਕ ਉਹ ਭਾਗ ਨਹੀਂ ਦੇਖੇ ਉਹਨਾਂ ਨੂੰ ਜ਼ਰੂਰ ਦੇਖ ਲੈਣ। ਐਂਡ ਫਰੈਂਡਸ, ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਦਿਓ, ਤਾਂ ਕਿ ਇਸੇ ਤਰ੍ਹਾਂ ਤੁਹਾਡੇ ਲਈ ਲੇਟੈਸਟ ਵੀਡੀਓਜ਼ ਮੈਂ ਹੋਰ ਲੈ ਕੇ ਆਉਂਦਾ ਰਹਾਂ। ਸੋ ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।